हाँ जी, बहुत ही सत्कारयोग दोस्तों, अदारा प्रवास ਵੱਲੋਂ हाँ जी ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿਕਾਰਯੋਗ ਦੋਸਤੋ, ਉਮੀਦ ਹੈ ਸਾਰੇ ਠੀਕ-ਠਾਕ ਹੋਵੋਗੇ। ਪ੍ਰਵਾਸ ਵੱਲੋਂ हाँ जी ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿਕਾਰਯੋਗ ਦੋਸਤੋ, ਉਮੀਦ ਹੈ ਸਾਰੇ ਠੀਕ-ਠਾਕ ਹੋਵੋਗੇ। ਪ੍ਰਵਾਸ ਵੱਲੋਂ हाँ जी ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿਕਾਰਯੋਗ ਦੋਸਤੋ, हाँ जी दोस्तों, थोड़ी जी टैक्नीकल प्रॉब्लम सी, उधर मैं आवाज़ बंद की है यूट्यूब तो, ਤੇ ਹੁਣ ਇੱਕ ਵਾਰ ਫਿਰ ਤੁਹਾਡਾ ਅੱਜ ਦੀ ਇਸ ਡਿਬੇਟ ਦੇ ਵਿੱਚ ਜਿਹਦਾ ਨਾਂ ਰੱਖਿਆ ਸੰਵਾਦ ਹੈਡ ਟੂ ਹੈਡ, ਇਹਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਅੱਜ ਦੀ ਇਸ ਡਿਬੇਟ ਦਾ ਜਿਹੜਾ ਸਬਜੈਕਟ ਹੈ ਉਹ ਅੱਜ ਦਾ ਸਭ ਤੋਂ ਵੱਧ ਭਖਮਾ ਵਿਸ਼ਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਹਾਥਰਸ ਦੇ ਵਿੱਚ ਜਿਹੜਾ ਕਾਂਡ ਵਾਪਰਿਆ ਉਸ ਨੂੰ ਧਿਆਨ 'ਚ ਰੱਖ ਕੇ ਰੇਪ ਦੇ ਪਿਛੋਕੜ ਬਾਰੇ, ਰੇਪ ਦੇ ਕਾਰਨਾਂ ਬਾਰੇ, ਰੇਪ ਦੇ ਪਸਾਰਾਂ ਬਾਰੇ ਤੇ ਰੇਪ ਦੇ ਹੱਲ ਬਾਰੇ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਤੇ ਰੇਪ ਮਨੁੱਖੀ ਸਭਿਅਤਾ ਦੇ ਇਤਿਹਾਸ ਦਾ ਸਭ ਤੋਂ ਅਣਮਨੁੱਖੀ ਕਾਰਾ, ਇਹ ਅੱਜ ਦਾ ਸਬਜੈਕਟ ਹੈ। ਮੈਨੂੰ ਸ਼ਹਾਦਤ ਹਸਨ ਮੰਟੋ ਦੀ ਇੱਕ ਕਹਾਣੀ ਯਾਦ ਆ ਰਹੀ ਹੈ ਇਸ ਵਕਤ। ਬੜੀ ਚਰਚਿਤ ਕਹਾਣੀ ਹੈ। ਉਸ ਕਹਾਣੀ ਦਾ ਨਾਂ ਹੈ ਖੋਲ ਦੋ। ਉਹਦੇ ਵਿੱਚ ਇੱਕ ਕੁੜੀ ਹੁੰਦੀ ਹੈ ਸ਼ਕੀਨਾ, ਤੇ ਉਹਦੇ ਨਾਲ 8 ਗੁੰਡੇ ਰੇਪ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਸੁੱਟ ਜਾਂਦੇ ਨੇ ਤੇ ਕੁਝ ਬੰਦੇ ਚੱਕ ਕੇ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾ ਦਿੰਦੇ ਨੇ। ਤੇ ਉਸ ਕੁੜੀ ਦਾ ਬਾਪ ਸਰਾਜੂਦੀਨ ਆਪਣੀ ਕੁੜੀ ਨੂੰ ਲੱਭਦਾ ਫਿਰਦਾ ਜਦੋਂ ਹਸਪੀਟਲ ਦੇ ਵਿੱਚ ਪਹੁੰਚਦਾ ਹੈ ਤਾਂ ਉਹਦੇ ਮੂੰਹ ਦੇ ਉੱਤੇ ਤਿਲ ਦਾ ਨਿਸ਼ਾਨ ਦੇਖ ਕੇ ਉਹ ਪਛਾਣ ਲੈਂਦਾ ਕੁੜੀ ਨੂੰ ਤੇ ਇੱਕਦਮ ਰੌਲਾ ਪਾ ਦਿੰਦਾ ਹੈ। ਤੇ ਜਿਹੜਾ ਡਾਕਟਰ ਹੈ ਹਸਪੀਟਲ ਦੇ ਵਿੱਚ, ਉਹ ਕਹਿੰਦਾ ਕੀ ਗੱਲ? ਉਹ ਕਹਿੰਦਾ ਇਹ ਮੇਰੀ ਬੇਟੀ ਹੈ। ਤਾਂ ਡਾਕਟਰ ਇੱਕ ਡਾਇਲੌਗ ਬੋਲਦਾ ਹੈ ਕਿ ਖਿੜਕੀ ਖੋਲ ਦੋ। ਇਹ ਡਾਇਲੌਗ ਸੁਣਨ ਸਾਰ ਉਸ ਕੁੜੀ ਦੇ ਸਰੀਰ ਦੇ ਵਿੱਚ ਹਰਕਤ ਹੁੰਦੀ ਹੈ ਤੇ ਜਿਹੜਾ ਉਹਦਾ ਹੱਥ ਹੈ ਉਹ ਆਪਣੀ ਸਲਵਾਰ ਤੱਕ ਚਲਾ ਜਾਂਦਾ ਹੈ ਤੇ ਸਲਵਾਰ ਥੱਲੇ ਸਰਕ ਜਾਂਦੀ ਹੈ ਤੇ ਕੁੜੀ ਦਾ ਬਾਪ ਰੌਲਾ ਪਾ ਦਿੰਦਾ ਹੈ ਕਿ ਮੇਰੀ ਕੁੜੀ ਜਿੰਦਾ ਹੈ, ਮੇਰੀ ਕੁੜੀ ਜਿੰਦਾ ਹੈ। ਇਹ ਅੱਜ ਤੋਂ 73 ਸਾਲ ਪਹਿਲਾਂ ਦਾ ਵਾਕਿਆ ਹੈ। 47 ਦੇ ਦੰਗਿਆਂ ਦੇ ਵਿੱਚ ਇਹੋ ਜਿਹਾ ਬਹੁਤ ਕੁਝ ਹੋਇਆ, ਪਰ ਉਦੋਂ ਤੋਂ ਲੈ ਕੇ ਅੱਜ ਤੱਕ ਜਾਂ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਵਾਪਰਦਾ ਰਿਹਾ। ਤੇ ਦੁਖਾਂਤ ਇਹ ਹੈ ਕਿ ਅੱਜ 21ਵੀਂ ਸਦੀ ਦੇ ਵਿੱਚ ਪਹੁੰਚ ਕੇ ਵੀ ਇਸ ਵਰਤਾਰੇ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਆਈ ਹੈ ਘਟਣ ਦੀ ਬਜਾਏ। ਅਸੀਂ ਕਿੰਨੇ ਕੁ ਸੱਭਿਅਕ ਹੋਏ ਹਾਂ ਇਸ ਗੱਲ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ ਕਿ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਰੇਪ ਦੀਆਂ ਘਟਨਾਵਾਂ ਵਾਪਰਦੀਆਂ ਨੇ। ਜੇ ਇਕੱਲੇ ਹਿੰਦੁਸਤਾਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ 34,000 ਮਾਮਲੇ ਜਿਹੜੇ ਰੇਪ ਦੇ 1 ਸਾਲ ਦੇ ਵਿੱਚ ਵਾਪਰਦੇ ਨੇ। ਹਰ ਰੋਜ਼ 100 ਦੇ ਕਰੀਬ ਘਟਨਾਵਾਂ ਵਾਪਰਦੀਆਂ ਨੇ ਤੇ ਹਰ ਘੰਟੇ ਦੇ ਵਿੱਚ 5 ਕੁੜੀਆਂ ਨਾਲ, ਔਰਤਾਂ ਨਾਲ ਰੇਪ ਹੁੰਦਾ ਤੇ ਹਰ 15 ਮਿੰਟਾਂ ਦੇ ਵਿੱਚ ਇੱਕ ਰੇਪ ਹੁੰਦਾ ਹੈ। ਇਹੋ ਜਿਹੇ ਹੋਰ ਬਹੁਤ ਸਾਰੇ ਅੰਕੜੇ ਨੇ ਜਿਨ੍ਹਾਂ ਬਾਰੇ ਆਪਾਂ ਸਮੇਂ-ਸਮੇਂ ਤੇ ਗੱਲ ਕਰਦੇ ਰਹਾਂਗੇ ਅੱਜ ਦੀ ਡਿਬੇਟ ਦੇ ਵਿੱਚ। ਤੇ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਨਾਲ 3 ਵਿਦਵਾਨ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਨੇ ਡਾਕਟਰ ਕਮਲਜੀਤ ਢਿੱਲੋਂ ਮੈਡਮ। ਤੇ ਮੈਡਮ ਕਮਲਜੀਤ ਢਿੱਲੋਂ ਹੋਰਾਂ ਬਾਰੇ ਮੈਂ ਥੋੜੀ ਜਿਹੀ ਇਹਨਾਂ ਦੀ ਜਾਣ ਪਛਾਣ ਕਰਾਵਾਂ।
ਤਾਂ 30 ਸਾਲਾਂ ਤੋਂ ਔਰਤਾਂ ਤੇ ਬੱਚਿਆਂ ਦੇ ਵਿਚਕਾਰ ਕੰਮ ਕਰ ਰਹੇ ਨੇ। ਸੋਸ਼ਲ ਵਰਕਰ ਨੇ। ਦਿਸ਼ਾ ਨਾਂ ਦੀ ਇੰਟਰਨੈਸ਼ਨਲ ਸੰਸਥਾ ਦੇ ਚੇਅਰਪਰਸਨ ਨੇ ਤੇ ਇਸ ਤੋਂ ਇਲਾਵਾ ਨੈਸ਼ਨਲ ਫਾਊਂਡੇਸ਼ਨ ਆਫ ਇੰਡੀਅਨ ਵੂਮਨ ਦੇ ਵਿੱਚ ਵੀ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਨੇ। 10 ਕਿਤਾਬਾਂ ਦੇ ਲੇਖਕ ਨੇ, ਥੀਏਟਰ ਆਰਟਿਸਟ ਨੇ, ਕਾਲਮ ਨਵੀਸ ਨੇ। ਸੰਗੀਤ ਨਾਟਕ ਅਕੈਡਮੀ ਦੇ ਵਿੱਚ ਇਹ ਜੁਆਇੰਟ ਸੈਕਟਰੀ ਰਹਿ ਚੁੱਕੇ ਨੇ ਤੇ ਲਗਾਤਾਰ ਔਰਤਾਂ ਦੇ ਮਸਲਿਆਂ ਤੇ ਔਰਤਾਂ ਦੇ ਹਿੱਤਾਂ ਤੇ ਬੋਲ ਰਹੇ ਨੇ, ਲਿਖ ਰਹੇ ਨੇ, ਲੜ ਰਹੇ ਨੇ, ਜੂਝ ਰਹੇ ਨੇ। ਇਹਦੇ ਨਾਲ ਦੂਜੀ ਜੋ ਸ਼ਖਸੀਅਤ ਨੇ ਉਹਨੇ ਡਾਕਟਰ ਜਸ ਮਲਕੀਤ, ਹੁਣੇ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਡਾਕਟਰ ਜਸ ਮਲਕੀਤ ਐਜੂਕੇਸ਼ਨ ਦੇ ਵਿੱਚ PhD ਨੇ। ਅੱਜ ਕੱਲ੍ਹ ਰੇਡੀਓ ਪੰਜਾਬ ਨਾਂ ਦਾ ਰੇਡੀਓ ਕੈਨੇਡਾ ਤੋਂ ਸੰਚਾਲਿਤ ਕਰ ਰਹੇ ਨੇ। ਔਰਤਾਂ ਦੇ ਮਸਲਿਆਂ ਤੇ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ ਰੇਡੀਓ ਤੋਂ ਤੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਉਹ ਇਹ ਲੜਾਈ ਲੜਦੇ ਨੇ ਤੇ ਅੱਜ ਇਸ ਡਿਬੇਟ ਦੇ ਵਿੱਚ ਸਾਡੇ ਨਾਲ ਨੇ। ਤੇ ਇਸ ਡਿਬੇਟ ਦੇ ਵਿੱਚ ਜੋ ਤੀਜੇ ਚਿੰਤਕ ਅਸੀਂ ਲਏ ਨੇ ਉਹ ਨੌਜਵਾਨ ਪੀੜ੍ਹੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਨੇ। ਸਾਡੀ ਬੇਟੀ ਹੈ ਨਵਕਿਰਨ ਨੱਥ, ਜਿਹੜੀ ਇਨਕਲਾਬੀ ਤੇ ਸੰਘਰਸ਼ੀਲ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ BDS ਕਰਦਿਆਂ ਸਟੂਡੈਂਟ ਐਕਟਿਵਿਸਟ ਦੇ ਤੌਰ ਤੇ ਬਹੁਤ ਕੰਮ ਕੀਤਾ ਤੇ ਅੱਜ ਕੱਲ੍ਹ ਦਿੱਲੀ ਦੇ ਵਿੱਚ ਸਿਨੇਮਾ ਸਟੱਡੀ ਦੇ ਵਿੱਚ ਮਾਸਟਰ ਡਿਗਰੀ ਕਰ ਰਹੇ ਨੇ। ਪਰ ਨਾਲ ਨੌਜਵਾਨਾਂ ਦੇ ਵਿੱਚ, ਕੁੜੀਆਂ ਦੇ ਵਿੱਚ, ਮੁੰਡਿਆਂ ਦੇ ਵਿੱਚ ਰਹਿ ਕੇ ਸਟੂਡੈਂਟ ਐਕਟਿਵਿਸਟ ਦੇ ਤੌਰ ਤੇ ਕੰਮ ਕਰਦੇ ਨੇ। ਮਨੁੱਖੀ ਸਰੋਕਾਰਾਂ ਨਾਲ ਸੰਬੰਧਿਤ ਨੇ। ਜਿੱਥੇ ਕਿਤੇ ਵੀ ਕੋਈ ਇਹੋ ਜਿਹੇ ਅਣਮਨੁੱਖੀ ਕਾਰਵਾਈਆਂ ਹੁੰਦੀਆਂ ਨੇ ਉਹਦੇ ਖਿਲਾਫ ਡਟ ਕੇ ਸਟੈਂਡ ਲੈਂਦੇ ਨੇ ਤੇ ਕੰਮ ਕਰਦੇ ਨੇ ਤੇ ਸਮਾਜਿਕ ਚੇਤਨਾ ਫੈਲਾਉਂਦੇ ਨੇ। ਸੋ ਇਹਨਾਂ ਤਿੰਨ ਵਿਦਵਾਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਕਮਲਜੀਤ ਢਿੱਲੋਂ ਮੈਡਮ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਣਾ ਮਾਈਕ ਔਨ ਕਰ ਲਓ ਡਾਕਟਰ ਕਮਲਜੀਤ ਢਿੱਲੋਂ ਮੈਡਮ। हेलो। हाँ जी मैम, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। शुक्रिया दीप जी। ਨਵਕਿਰਨ ਬੇਟੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ-ਬਹੁਤ। ਡਾਕਟਰ ਜਸ ਮਲਕੀਤ ਵੀ ਸਾਡੇ ਨਾਲ ਜੁਆਇਨ ਹੋ ਗਏ। ਬਸ ਉਹਨਾਂ ਦੀ ਰਿਕੁਐਸਟ ਆ ਗਈ ਤੇ ਅਸੀਂ ਉਹਨਾਂ ਦੀ ਰਿਕੁਐਸਟ ਨੂੰ ਅਪਰੂਵ ਕਰ ਰਹੇ ਹਾਂ। ਮੇਰੇ ਨਾਲ ਕੋ-ਹੋਸਟ ਨੇ ਇਸ ਪ੍ਰੋਗਰਾਮ ਦੇ ਅੰਮ੍ਰਿਤਪਾਲ ਮੰਘਾਣੀਆਂ ਤੇ ਪ੍ਰਭਜੋਤ ਕੌਰ ਮੈਡਮ ਤੇ ਰਿਸ਼ੂ ਜੱਸਲ, ਕੁਝ ਹੋਰ ਲੋਕ ਸਾਡੇ ਨਾਲ ਸ਼ਾਮਲ ਨੇ। ਬੇਸ਼ੱਕ ਅਸੀਂ ਇਸ ਪ੍ਰੋਗਰਾਮ ਨੂੰ YouTube ਤੇ ਇਸ ਵੇਲੇ ਲਾਈਵ ਕੀਤਾ ਹੋਇਆ ਹੈ ਤੇ ਅਸੀਂ ਬਹੁਤ ਸਾਰੇ ਦੋਸਤਾਂ ਨੂੰ ਇਹ ਬੇਨਤੀ ਕੀਤੀ ਸੀ ਕਿ YouTube ਤੇ ਨਾਲ ਸ਼ਾਮਲ ਹੋ, ਪਰ ਫਿਰ ਵੀ ਜੇ ਕੋਈ ਇੱਥੇ Zoom ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦਾ ਸਾਨੂੰ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ। ਤੇ ਜੇ ਕੋਈ ਸਵਾਲ ਕਰਨਾ ਚਾਹੁੰਦਾ ਬਾਅਦ ਦੇ ਵਿੱਚ ਅਸੀਂ ਸਵਾਲਾਂ ਜਵਾਬਾਂ ਲਈ ਵੀ ਕੁਝ ਸਮਾਂ ਰੱਖਾਂਗੇ, ਉਹਦੇ ਵਿੱਚ ਵੀ ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਖੁਸ਼ੀ ਹੋਊਗੀ ਜੇ ਤੁਸੀਂ ਇਸ ਡਿਬੇਟ ਦੇ ਵਿੱਚ ਸ਼ਾਮਲ ਹੁੰਦੇ ਹੋ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਮਨੁੱਖੀ ਬੇਇਨਸਾਫੀਆਂ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਮਸਲਾ ਹੈ ਜਿਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ। ਡਾਕਟਰ ਜਸ ਮਲਕੀਤ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ। ਬਸ ਇਹਨਾਂ ਦਾ ਆਡੀਓ ਕਨੈਕਟ ਹੋਣਾ ਬਾਕੀ ਹੈ। ਇਹਨਾਂ ਦੇ ਸਵਾਗਤ ਕਰਨ ਦੇ ਨਾਲ ਹੀ ਆਪਣਾ ਪ੍ਰੋਗਰਾਮ ਸ਼ੁਰੂ ਹੋ ਜਾਊਗਾ। ਤੇ ਇਨ ਬਿਟਵੀਨ ਮੈਂ ਜਿਹੜੀ ਇੱਕੋ ਹੀ ਗੱਲ ਕਰਨੀ ਹੈ ਕਿ ਜਿਸ ਰੇਪ ਦੇ ਇਸ਼ੂ ਤੇ ਆਪਾਂ ਗੱਲ ਕਰ ਰਹੇ ਹਾਂ, ਇਸ ਰੇਪ ਦੇ ਇਸ਼ੂ ਦਾ ਕਾਨੂੰਨੀ ਪੱਖ ਕੀ ਹੈ, ਇਸ ਤੇ ਗੱਲ ਕਰਕੇ ਫਿਰ ਆਪਾਂ ਸਾਡੇ ਜਿਹੜੇ ਐਕਸਪਰਟ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ। ਕਾਨੂੰਨੀ ਤੌਰ ਤੇ ਸਾਡੇ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ 6 ਨੁਕਤਿਆਂ ਤੇ ਫੋਕਸ ਕੀਤਾ ਗਿਆ ਹੈ ਕਿ ਰੇਪ ਅਸੀਂ ਕਿਸ ਚੀਜ਼ ਨੂੰ ਮੰਨਦੇ ਹਾਂ। ਪਹਿਲਾ ਨੁਕਤਾ ਉਹਦੇ ਵਿੱਚ ਕਿਸੇ ਔਰਤ ਦੀ ਇੱਛਾ ਦੇ ਵਿਰੁੱਧ ਉਸ ਦੇ ਨਾਲ ਸਰੀਰਕ ਸੰਬੰਧ ਸਥਾਪਿਤ ਕਰਨੇ। ਦੂਜਾ ਨੁਕਤਾ ਹੈ ਕਿ ਉਸ ਨੂੰ ਡਰਾ ਕੇ, ਧਮਕਾ ਕੇ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਡਰਾ ਧਮਕਾ ਕੇ ਉਹ ਤੋਂ ਸਹਿਮਤੀ ਲੈ ਲੈਣਾ। ਤੀਜਾ ਨੁਕਤਾ ਇਹ ਹੈ ਕਿ ਸਹਿਮਤੀ ਭਾਵੇਂ ਹੁੰਦੀ ਹੈ ਪਰ ਉਹਦੇ ਵਿੱਚ ਉਹਦਾ ਪਤੀ ਸ਼ਾਮਲ ਨਹੀਂ ਹੁੰਦਾ ਤੇ ਜਿਹੜਾ ਬੰਦਾ ਉਹਦੇ ਨਾਲ ਸਰੀਰਕ ਸੰਬੰਧ ਸਥਾਪਿਤ ਕਰਦਾ ਹੈ ਉਹ ਇਸ ਆਧਾਰ ਤੇ ਕਰਦਾ ਕਿ ਕੋਈ ਗੱਲ ਨਹੀਂ, ਮੈਂ ਤੇਰਾ ਹੋਣ ਵਾਲਾ ਪਤੀ ਹਾਂ, ਆਪਾਂ ਮੈਰਿਜ ਕਰਨੀ ਹੈ, ਤੇ ਇਸ ਆਧਾਰ ਤੇ ਉਹਦੀ ਸਹਿਮਤੀ ਲੈ ਲੈਂਦਾ ਹੈ। ਤੇ ਚੌਥੀ ਸਥਿਤੀ ਇਹ ਹੈ ਕਿ ਸਹਿਮਤੀ ਵੇਲੇ ਉਹ ਹੋਸ਼ 'ਚ ਨਾ ਹੋਵੇ ਜਾਂ ਉਹ ਮੈਂਟਲੀ ਰਿਟਾਰਡਡ ਹੋਵੇ ਜਾਂ ਉਹਨੂੰ ਕੋਈ ਚੀਜ਼ ਪਿਆਤੀ ਹੋਵੇ, ਕਿਸੇ ਨਸ਼ੇ ਦੇ ਵਿੱਚ ਹੋਵੇ, ਫਿਰ ਉਹ ਤੋਂ ਸਹਿਮਤੀ ਲੈ ਲਈ ਜਾਵੇ। ਤੇ ਉਸ ਤੋਂ ਅਗਲੀ ਚੀਜ਼ ਹੈ ਸਹਿਮਤੀ ਹੋਵੇ ਪਰ ਉਸ ਦੀ ਉਮਰ
18 ਸਾਲ ਤੋਂ ਜੇ ਘੱਟ ਹੋਵੇ ਤਾਂ ਵੀ ਕਾਨੂੰਨੀ ਤੌਰ ਤੇ ਉਹਦੇ ਨਾਲ ਸਰੀਰਕ ਸੰਬੰਧ ਸਥਾਪਿਤ ਕਰਨ ਨੂੰ ਰੇਪ ਦੀ ਕੈਟਾਗਰੀ ਦੇ ਵਿੱਚ ਮੰਨਿਆ ਜਾਂਦਾ ਹੈ। ਤੇ ਅਖੀਰਲੀ ਚੀਜ਼ ਇਹ ਹੈ ਜਿਹੜੀ ਬਾਅਦ ਦੇ ਵਿੱਚ ਐਡ ਹੋਈ ਹੈ ਕਿ ਆਪਣੇ ਪਤੀ ਵੱਲੋਂ ਕਿਸੇ ਪਤਨੀ ਨਾਲ ਉਹਦੀ ਮਰਜ਼ੀ ਦੇ ਖਿਲਾਫ ਉਹਦੀ ਇੱਛਾ ਦੇ ਖਿਲਾਫ ਸਰੀਰਕ ਸੰਬੰਧ ਸਥਾਪਿਤ ਕਰਨ ਨੂੰ ਵੀ ਰੇਪ ਦੀ ਕੈਟਾਗਰੀ ਦੇ ਵਿੱਚ ਮੰਨਿਆ ਜਾਂਦਾ ਹੈ। ਸੋ ਇਹ 6 ਚੀਜ਼ਾਂ ਜਿਹੜੀਆਂ ਬਹੁਤ ਮਹੱਤਵਪੂਰਨ ਨੇ, 6 ਨੁਕਤੇ ਬਹੁਤ ਮਹੱਤਵਪੂਰਨ ਨੇ ਜਿਨ੍ਹਾਂ ਬਾਰੇ ਆਪਾਂ ਜਿਨ੍ਹਾਂ ਦੇ ਪ੍ਰਸੰਗ 'ਚ ਆਪਾਂ ਗੱਲ ਕਰਨੀ ਹੈ ਤੇ ਬਹੁਤ ਸਾਰੇ ਪਾਸਾਰ ਨੇ ਇਹਦੇ। ਡਾਕਟਰ ਜਸਮਲਕੀਤ ਮੇਰੀ ਆਵਾਜ਼ ਸੁਣ ਪਾ ਰਹੇ ਹੋ ਤੁਸੀਂ? ਡਾਕਟਰ ਜਸਮਲਕੀਤ? ਹਾਂਜੀ ਮੈਡਮ ਜਸਮਲਕੀਤ, ਤੁਹਾਡੀ ਆਡੀਓ ਕਨੈਕਟ ਨਹੀਂ ਹੋ ਰਹੀ। ਚਲੋ ਤੁਸੀਂ ਕਨੈਕਟ ਹੋ, ਮੈਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦਾ ਡਾਕਟਰ ਕਮਲਜੀਤ ਕੌਰ ਢਿੱਲੋਂ ਹੋਰਾਂ ਤੋਂ। ਡਾਕਟਰ ਕਮਲਜੀਤ ਕੌਰ ਢਿੱਲੋਂ ਮੈਡਮ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜੇ ਆਪਾਂ ਇਤਿਹਾਸ ਦੇ ਨਜ਼ਰੀਏ ਤੋਂ ਦੇਖੀਏ ਤਾਂ ਰੇਪ ਦੀਆਂ ਘਟਨਾਵਾਂ ਦਾ ਜਿਹੜਾ ਪਿਛੋਕੜ ਹੈ ਇਹ ਕਿੱਥੋਂ ਤੱਕ ਪਿੱਛੇ ਤੱਕ ਜਾਂਦਾ ਹੈ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਤਾਂ ਕਿ ਅਸੀਂ ਜੜ੍ਹਾਂ ਤੱਕ ਪਹੁੰਚ ਸਕੀਏ, ਕਿੱਥੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਤੇ ਕਿਵੇਂ ਇਹ ਚੀਜ਼ਾਂ ਸ਼ੁਰੂ ਹੋਈਆਂ। ਡਾਕਟਰ ਕਮਲਜੀਤ ਮੈਡਮ। ਸ਼ੁਕਰੀਆ ਦੀਪ ਜੀ, ਇਹ ਸਵਾਲ ਬੜਾ ਮੁੱਢਲਾ ਸਵਾਲ ਹੈ ਜਦੋਂ ਅਸੀਂ ਰੇਪ ਦੇ ਬਾਰੇ ਗੱਲ ਕਰਨੀ ਹੈ। ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਜਦੋਂ ਇੰਡੀਅਨ ਕੰਟੈਕਸਟ ਦੇ ਵਿੱਚ ਅਸੀਂ ਇਸ ਗੱਲ ਨੂੰ ਸਮਝਣਾ ਤੇ ਦੇਖਣਾ ਹੈ, ਉਸ ਤੋਂ ਬਾਅਦ ਸਾਡਾ ਜਿਹੜਾ ਗਲੋਬਲੀ ਵਰਤਾਰਾ ਹੈ ਜਾਂ ਸਾਊਥ ਏਸ਼ੀਅਨ ਔਰਤਾਂ ਦਾ ਵਰਤਾਰਾ ਹੈ, ਅਸੀਂ ਉਹਦੇ ਬਾਅਦ ਦੇ ਵਿੱਚ ਉਸਦੇ ਬਾਰੇ ਗੱਲ ਕਰ ਸਕਦੇ ਹਾਂ। ਮੈਂ ਅਜੇ ਗੱਲ ਸਿਰਫ ਕਰਾਂਗੀ ਆਪਣੇ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਜਿਹੜਾ ਰੇਪ ਦਾ ਵਰਤਾਰਾ ਹੈ ਉਸ ਨੂੰ ਕਿਵੇਂ ਦੇਖਿਆ ਗਿਆ। ਪਹਿਲੀ ਗੱਲ ਇਹ ਹੈ ਕਿ ਸਾਡੀਆਂ ਜਿਹੜੀਆਂ ਮਾਨਤਾਵਾਂ ਨੇ ਔਰ ਜਿਹੜੀ ਸਾਡੀ ਸ਼ੁਰੂ ਤੋਂ ਲੈ ਕੇ ਹੁਣ ਤੱਕ, ਜੇ ਅਸੀਂ ਪ੍ਰਿਮਟਿਵ ਏਜ ਨੂੰ ਛੱਡ ਦਈਏ, ਪ੍ਰਿਮਟਿਵ ਏਜ ਤੋਂ ਬਾਅਦ ਦਾ ਦੌਰ ਜਦੋਂ ਹੈ, ਜਦੋਂ ਇੱਕ ਪਤੀ ਤੇ ਇੱਕ ਪਤਨੀ ਪਰਿਵਾਰ ਦਾ ਮੁੱਢ ਵੱਜਦਾ ਹੈ ਤੇ ਉਦੋਂ ਔਰਤਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਗੌਣ ਹੋ ਜਾਂਦੀਆਂ ਨੇ ਜੀ। ਖਾਸ ਕਰਕੇ ਜਦੋਂ ਅਸੀਂ ਜਿਹੜਾ ਹੈ ਇੱਕ ਪਰਿਵਾਰਾਂ ਦਾ ਮੁੱਢ ਵੱਜਦਾ ਹੈ, ਟੱਬਰ ਹੁੰਦਾ ਤੇ ਨਿੱਜੀ ਜਾਇਦਾਦ ਦੀ ਸ਼ੁਰੂਆਤ ਹੁੰਦੀ ਹੈ, ਉਦੋਂ ਔਰਤਾਂ ਦੀ ਜਿਹੜੀ ਆਜ਼ਾਦੀ, ਔਰਤਾਂ ਦੀ ਜਿਹੜਾ ਸਟੇਟਸ ਹੈ ਇਨ ਦਾ ਸੁਸਾਇਟੀ, ਇਨ ਦਾ ਫੈਮਲੀਜ਼, ਉਹ ਗੌਣ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਪਹਿਲੇ ਬਹੁਤ ਪਤਨੀ ਪਰਿਵਾਰ ਦੀ ਜਾਂ ਬਹੁਤ ਪਤੀ ਪਰਿਵਾਰ ਦੀ ਪਰੰਪਰਾ ਰਹੀ ਹੈ। ਉਸ ਤੋਂ ਬਾਅਦ ਫਿਰ ਇੱਕ ਦੌਰ ਆਉਂਦਾ ਜਦੋਂ ਬਹੁ ਪਤਨੀ ਪਰਿਵਾਰ ਹੁੰਦਾ ਹੈ। ਇਹਦੀ ਵਿਆਖਿਆ 'ਚ ਨਾ ਜਾਂਦੀ ਹੋਈ ਮੈਂ ਉਹਨਾਂ ਚੀਜ਼ਾਂ ਤੇ ਜਿਨ੍ਹਾਂ ਨੇ ਔਰਤ ਨੂੰ ਗੌਣ ਤੇ ਸ਼ਕਤੀਹੀਣ ਕੀਤਾ ਹੈ, ਮੈਂ ਉਹਦੇ 2-3 ਜਿਹੜੀਆਂ ਗੱਲਾਂ ਕਰਾਂਗੀ। ਇੱਕ ਹੈ ਵੱਡਾ ਧਰਮ, ਦੂਜੀ ਹੈ ਰਾਜ ਸੱਤਾ ਤੇ ਤੀਸਰਾ ਹੈ ਸਮਾਜ। ਜਿਹੜੇ ਸਾਡੇ ਆਦਿ ਸਮਿਆਂ ਦੇ ਵਿੱਚ, ਖਾਸ ਕਰਕੇ ਸਾਡੇ ਜਦੋਂ ਅਸੀਂ ਵੈਦਿਕ ਕਾਲ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪ੍ਰੀ BC ਦੀ ਗੱਲ ਕਰਦੇ ਹਾਂ, ਫਾਰ ਐਗਜ਼ਾਮਪਲ ਅਸੀਂ ਅੱਜ ਕੱਲ੍ਹ ਮਨੂ ਸਮ੍ਰਿਤੀ ਦੀ ਬਹੁਤ ਗੱਲ ਕਰ ਰਹੇ ਹਾਂ। ਮਨੂ ਸਮ੍ਰਿਤੀ ਜਿਹੜੀ ਹੈ 200 BC ਤੋਂ ਲੈ ਕੇ 300 AD ਤੱਕ ਲਿਖੀ ਜਾਂਦੀ ਰਹੀ ਹੈ, ਔਰ ਉਹਦੇ ਵਿੱਚ ਅਸੀਂ ਉਹ ਔਰਤਾਂ ਨੇ ਕਿਵੇਂ ਜਿਉਣਾ ਹੈ ਕਿਵੇਂ ਨਹੀਂ, ਕਿਉਂਕਿ ਮਨੂ ਸਮ੍ਰਿਤੀ ਤੇ ਹੀ ਗੱਲ ਕਰਨੀ ਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਨੀ ਇੱਕ ਵੱਖਰਾ ਵਿਸ਼ਾ ਹੈ। ਮੈਂ ਸਿਰਫ ਇੱਕ ਕਮੈਂਟ ਦੇ ਤੌਰ ਤੇ ਕੋਟ ਕਰਨਾ ਚਾਹਨੀ ਹਾਂ। ਉਹਦੇ ਵਿੱਚ ਜਿਹੜੀ ਮਾਨਸਿਕਤਾ ਹੈ, ਉਸ ਮਾਨਸਿਕਤਾ ਨੂੰ ਕਿਹੜੀ ਰਾਜ ਕਰ ਰਹੀ ਸ਼ਕਤੀ ਲੈ ਕੇ ਚੱਲ ਰਹੀ ਹੈ ਤੇ ਉਹ ਕਿਸ ਤਰ੍ਹਾਂ ਦਾ ਇੱਕ ਸਮਾਜਿਕ ਸਤਰ ਦੇ ਉੱਤੇ ਸਾਡੀ ਰਹਿਤਲ ਦੇ ਵਿੱਚ ਫੈਲਾਉਣਾ ਚਾਹੁੰਦੀ ਹੈ। ਦੂਸਰੀ ਗੱਲ, ਸਾਡਾ ਜਿਹੜਾ ਨਾਰਥ ਇੰਡੀਆ ਜਾਂ ਇੰਡੀਅਨ ਸਬ ਕੰਟੀਨੈਂਟ ਹੈ, ਉਸ ਦੇ ਵਿੱਚ ਭਾਰੂ ਧਰਮ ਸਦੀਆਂ ਤੋਂ ਜਿਹੜਾ ਹੈ, ਜਦੋਂ ਪਹਿਲਾਂ ਬੁੱਧਿਜ਼ਮ ਆਇਆ, ਉਸ ਤੋਂ ਬਾਅਦ ਹਿੰਦੂਇਜ਼ਮ ਨੇ ਬੁੱਧਿਜ਼ਮ ਨੂੰ ਵੀ ਪਣਪਣ ਨਹੀਂ ਦਿੱਤਾ ਤੇ ਹਿੰਦੂਇਜ਼ਮ ਜਿਹੜਾ ਹੈ ਉਹਦੇ ਵਿੱਚ ਔਰਤ ਦਾ ਸਟੇਟਸ ਕੀ ਰਿਹਾ ਤੇ ਉਹ ਅਸੀਂ ਸਾਰੇ ਜਿਹੜੇ ਦਰਸ਼ਕਾਂ ਨੂੰ ਮੈਂ ਦੱਸਦੀ ਹਾਂ ਕਿ ਉਹਦੇ 'ਚ ਔਰਤ ਭੋਗਣ ਦੀ ਵਸਤੂ, ਉਹ ਬਾਹਰ ਨਹੀਂ ਨਿਕਲ ਸਕਦੀ। ਉਹਦੇ ਵਿੱਚ ਜਿਹੜਾ ਹੈ ਈਵਨ ਕਿ ਜਦੋਂ ਅਸੀਂ ਇਸਲਾਮਿਕ ਵਰਲਡ ਦੇ ਵਿੱਚ ਜਦੋਂ ਅਜੋਕੇ ਸਮਿਆਂ ਦੇ ਵਿੱਚ ਦੇਖ ਰਹੇ ਹਾਂ ਕਿ ਰੇਪ ਹੋ ਜਾਂਦਾ, ਤੇ ਉਹਦੇ ਵਿੱਚ ਇੱਕ ਪਿੱਛੇ ਜੇ 20 ਸਾਲ ਪਹਿਲਾਂ ਇੱਕ ਪਾਕਿਸਤਾਨ ਦੇ ਵਿੱਚ ਡਿਸੀਜਨ ਆਇਆ ਕਿ ਇੱਕ ਔਰਤ ਉਹਦੇ ਲਈ ਰੇਪ ਹੁੰਦੇ ਦੀ ਗਵਾਹੀ ਲੈ ਕੇ ਆਵੇ ਤੇ ਉਹ ਗਵਾਹੀਆਂ 4 ਹੋਣ। ਇਸੇ ਤਰੀਕੇ ਦੇ ਨਾਲ ਹੀ ਹੁਣ ਤੱਕ ਜਦੋਂ ਅਸੀਂ ਮੈਡੀਵਲ ਏਜ ਤੱਕ ਆਨੇ ਆ ਜਾਂ ਸਾਡੀ ਜਿਹੜੀ 8ਵੀਂ 9ਵੀਂ ਸਦੀ ਤੱਕ ਜਦੋਂ ਮੁਗਲ ਆਣਾ ਸ਼ੁਰੂ ਹੋ ਰਹੇ ਨੇ, ਬਹੁਤ ਵਾਰੀ
ਇਹ ਗੱਲ ਇੱਥੇ ਭਰਮਾਈ ਜਾ ਰਹੀ ਹੈ ਸਾਡੇ ਅੱਜ ਦੇ ਪ੍ਰੈਜ਼ੈਂਟ ਸਮੇਂ ਦੇ ਵਿੱਚ ਕਿ ਇਹ ਮੁਗਲਾਂ ਦੇ ਆਉਣ ਤੋਂ ਬਾਅਦ ਇਹ ਸ਼ੁਰੂ ਹੋਇਆ। ਇਹ ਨਹੀਂ ਹੈ, ਇਹ ਵੀ ਸੱਚ ਨਹੀਂ ਹੈ ਕਿ ਮੁਗਲਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਇਨਵੇਡਰਸ ਆਏ ਹਿੰਦੁਸਤਾਨ ਦੀ ਧਰਤੀ ਤੇ। ਇਹ ਇਤਿਹਾਸਿਕ ਤੌਰ ਤੇ ਸੱਚ ਨਹੀਂ ਹੈ। ਤੇ ਮੈਂ ਇਹ ਗੱਲ ਕਹਿਣਾ ਚਾਹਨੀ ਹਾਂ, ਹੁਣ ਜਦੋਂ ਮੈਂ ਬੜਾ ਤੇਜ਼ੀ ਨਾਲ ਅੱਗੇ ਅੱਜ ਦੇ ਕੰਟੈਸਟ ਦੇ ਵਿੱਚ, ਕਿਉਂਕਿ ਅੱਜ ਜਿਹੜਾ ਸਾਡਾ ਹਾਥਰਸ ਵਾਲਾ ਕੇਸ ਹੈ ਉਹਦੇ ਕਰਕੇ ਇਹ ਲਾਈਮਲਾਈਟ ਦੇ ਵਿੱਚ ਆਇਆ, ਔਰ ਹਰ ਇੱਕ ਜਿਹੜਾ ਮੀਡੀਆ ਗਰੁੱਪ ਹੈ ਇਸ ਨੂੰ ਡਿਸਕਸ ਕਰ ਰਿਹਾ, ਔਰਤਾਂ ਵੀ ਕਰ ਰਹੀਆਂ ਨੇ। ਮੈਂ ਜਦੋਂ ਮੈਡੀਵਲ ਏਜ ਦੇ ਵਿੱਚ ਦੇਖਦੀ ਹਾਂ, ਉਹਦੇ ਵਿੱਚ ਸਾਡੇ ਔਰਤਾਂ ਦੇ, ਕਿਉਂਕਿ ਔਰਤਾਂ ਨੂੰ ਗਾਉਣ, ਔਰਤਾਂ ਨੇ, ਅਸੀਂ ਇੱਕ ਗੱਲ ਕਹਾਂਗੇ ਪਾਵਰ ਕਿਸ ਦੇ ਕੋਲ ਹੈ, ਸ਼ਕਤੀ ਕਿਸ ਦੇ ਕੋਲ ਆਈ, ਉਹ ਮਰਦ ਦੇ ਕੋਲ ਸ਼ਕਤੀ ਆਈ, ਜਾਂ ਜਿਹੜਾ ਸੁਸਾਇਟੀ ਬਣਾਉਣ ਵਾਲੇ, ਉਹਦੇ ਨੋਰਮਸ ਬਣਾਉਣ ਵਾਲੇ ਲੋਕ ਸੀ, ਉਹ ਮਰਦ ਸੀ। ਉਹ ਮਰਦਾਂ ਰਾਹੀਂ ਬਣਾਏ ਗਏ ਸੋਸ਼ਲ ਰਿਚੁਅਲ ਤੇ ਸਾਡੀਆਂ ਜਿਹੜੀਆਂ ਉਹ ਚੀਜ਼ਾਂ ਨੇ। ਦੂਸਰੀ ਇਹ ਗੱਲ ਹੈ, ਜਦੋਂ ਮੈਂ ਹੁਣ ਅੱਜ ਇਹਦੇ ਵਿੱਚ ਆਨੀ ਹੈ ਇੰਡੀਪੈਂਡੈਂਸ ਇੰਡੀਆ ਦੇ ਵਿੱਚ, ਜਦੋਂ ਮੈਂ ਬ੍ਰਿਟਿਸ਼ ਰਾਜ ਨੂੰ ਦੇਖਿਆ ਕਿ ਉਹਦੇ ਵਿੱਚ ਅਸੀਂ ਬਹੁਤ ਵਾਰੇ ਸਾਡੇ ਲੋਕ ਕਹਿੰਦੇ ਕਿ ਬ੍ਰਿਟਿਸ਼ ਰਾਜ ਦੇ ਵਿੱਚ ਕੋਈ ਵੀ ਜਿਹੜਾ ਹੈ ਗਲਤ ਕੰਮ ਨਹੀਂ ਸੀ ਹੁੰਦਾ। ਇਹ ਨਹੀਂ ਹੈ। ਉਹਦੇ ਪਿੱਛੇ ਗੱਲ ਇਹ ਹੈ ਕਿ ਬ੍ਰਿਟਿਸ਼ ਰਾਜ ਦੇ ਵਿੱਚ ਉਹਨਾਂ ਨੂੰ ਰਜਿਸਟਰਡ ਹੀ ਨਹੀਂ ਕੀਤਾ ਗਿਆ। ਜਦੋਂ ਮੈਂ ਉਹਦੇ ਵਿੱਚ ਹਿਸਟਰੀ 'ਚ ਗਈ ਕਿ ਬ੍ਰਿਟਿਸ਼ ਰਾਜ 'ਚ ਕਿੰਨੇ ਕੇਸ ਰਜਿਸਟਰਡ ਹੋਏ, ਨਥਿੰਗ। ਆਫਟਰ ਜਿਹੜਾ ਹੈ 1901 ਐਂਡ 47 ਦੀ ਇੰਡੀਪੈਂਡੈਂਸ ਤੱਕ ਜਿਹੜਾ ਹੈ, ਕਿਉਂਕਿ ਆਜ਼ਾਦੀ ਦੀ ਲੜਾਈ ਔਰਤਾਂ ਨੂੰ ਜਿਹੜੇ ਸਮਾਜਿਕ ਸਤਰ ਦੇ ਉੱਤੇ, ਖਾਸ ਕਰਕੇ ਉੱਚੀ ਜਾਤ ਵੱਲੋਂ ਨੀਵੀਂ ਜਾਤ ਦਾ ਜਿਹੜਾ ਅੱਜ ਦਲਿਤ ਪ੍ਰਸ਼ਨ ਹੈ ਸਾਡੇ ਸਾਹਮਣੇ, ਉਹਦੇ ਬਹੁਤ ਸਾਰੇ ਜਿਹੜੇ ਹੈ ਉਹਨਾਂ ਨੂੰ ਜਿਹੜਾ ਹੈ ਅਸਾਲਟ ਕੀਤਾ ਗਿਆ। ਉਹਨਾਂ ਨੂੰ ਜੈਂਡਰ ਬਾਇਸ ਜਿਹੜੀ ਹੈ ਜਾਂ ਉੱਚੀ ਕਾਸਟ ਇਹ ਸਮਝਦੀ ਸੀ ਸਾਡਾ ਹੱਕ ਹੈ ਰੇਪ ਕਰਨਾ, ਕੋਈ ਗੱਲ ਨਹੀਂ। ਤੇ ਔਰਤਾਂ ਵੀ ਇਹਨੂੰ ਹਜੇ 1980 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਵੈਸਟ ਆਫ ਯੂਪੀ ਦੇ ਵਿੱਚ, ਕਿ ਉੱਥੋਂ ਦੀ ਕੋਈ ਵੀ ਦਲਿਤ ਔਰਤ ਜਦੋਂ ਵਿਆਹ ਕੇ ਆਂਦੀ ਹੈ ਤੇ ਉਹ ਮੁਖੀਆ ਦੇ ਨਾਲ ਪਹਿਲੀ ਰਾਤ ਕੱਟੇਗੀ। ਅਜੇ ਵੀ ਕੁਝ ਰਿਚੁਅਲਸ ਹੈ ਉੱਥੇ ਜੀ। ਮੈਂ 1947 ਤੋਂ ਅੱਗੇ ਜਿਹੜਾ ਸਾਡਾ ਇੰਡੀਪੈਂਡੈਂਸ ਇੰਡੀਆ ਹੈ ਉਹਦੇ ਵਿੱਚ ਜਦੋਂ ਮੈਂ ਗਈ ਜਿਹੜੀ ਅੱਜ ਦੀ ਹਿਸਟਰੀ ਤੱਕ, ਤੇ ਪਹਿਲਾ ਕੇਸ 1972 ਦੇ ਵਿੱਚ ਰਜਿਸਟਰਡ ਹੋਇਆ ਜਿਹਨੂੰ ਮਥੁਰਾ ਰੇਪ ਕੇਸ ਦੇ ਨਾਂ ਨਾਲ ਜਾਣਿਆ ਗਿਆ। 47 to 72 ਮਥੁਰਾ ਰੇਪ ਕੇਸ, ਜਿਹੜਾ ਕਿ ਕਸਟੋਡੀਅਲ ਰੇਪ ਹੋਇਆ। ਮਹਾਰਾਸ਼ਟਰ ਦਾ ਇੱਕ ਹੈ ਥਾਣਾ ਹੈ, ਉਹ 2 ਪੁਲਿਸ ਵਾਲਿਆਂ ਨੇ ਕੀਤਾ। ਮੈਂ ਉਹਦੀ ਡਿਟੇਲ 'ਚ ਨਹੀਂ ਜਾਂਦੀ ਕਿ ਉਹ ਕਿਉਂ ਹੋਇਆ। ਮੈਂ ਇਸ ਕਰਕੇ ਜਦੋਂ ਅੱਗੇ ਆਪਣੀ ਗੱਲ ਹੋਏਗੀ, ਅੱਜ ਦੀ ਪਰਿਸਥਿਤੀ ਦੇ ਵਿੱਚ ਹਾਥਰਸ ਕੇਸ ਨੂੰ, ਆਸਿਫਾ ਕੇਸ ਨੂੰ, ਨਿਰਭਇਆ ਕੇਸ ਨੂੰ ਜਦੋਂ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ 72 ਦਾ ਕੇਸ ਵੀ ਇਹੀ ਸੀ। 1974 'ਚ ਉਹ ਕੇਸ ਸਟਾਰਟ ਹੋਇਆ। 1979 ਦੇ ਵਿੱਚ ਜਿਹੜੀ ਆ ਪਹਿਲਾਂ ਸੈਸ਼ਨ ਕੋਰਟ ਨੇ ਉਸਨੂੰ ਫ੍ਰੀ ਕਰ ਦਿੱਤਾ, ਬਰੀ ਕਰ ਦਿੱਤਾ। ਫਿਰ 1979 ਦੇ ਵਿੱਚ ਜਿਹੜਾ ਹੈ ਕੇਸ ਜਿਹੜਾ ਹੈ ਬੰਬੇ ਹਾਈ ਕੋਰਟ ਦੀ ਜਿਹੜੀ ਨਾਗਪੁਰ ਬੈਂਚ ਹੈ ਉਹਦੇ ਕੋਲ ਗਿਆ, ਉਹਨੇ ਉਹਨਾਂ ਨੂੰ ਗਿਲਟੀ ਕਰਾਰ ਦਿੱਤਾ। ਫਿਰ ਉਸ ਤੋਂ ਬਾਅਦ 1979 ਦੇ ਵਿੱਚ ਸੁਪਰੀਮ ਕੋਰਟ ਨੇ ਉਹ ਗਣਪਤ ਰਾਏ ਐਂਡ ਟਿੱਕਾ ਰਾਮ, 2 ਪੁਲਿਸ ਵਾਲੇ ਸਨ ਜਿਨ੍ਹਾਂ ਨੇ ਥਾਣੇ ਦੇ ਵਿੱਚ ਉਹਦਾ ਮਰਡਰ ਰੇਪ ਕੀਤਾ ਸੀ, ਉਹਨੂੰ ਜਿਹੜਾ ਇਟ ਵਾਸ ਵੈਰੀ ਸਰਪ੍ਰਾਈਜ਼ਿੰਗ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਅਕਿਊਜ਼ ਦੀ ਸਹਿਮਤੀ ਸੀ, ਔਰ ਪ੍ਰਜੰਪਸ਼ਨ ਕਰ ਲਈ ਗਈ ਕਿ ਕੁੜੀ ਜਿਹੜੀ ਹੈ, ਕਿਉਂਕਿ ਉਹ ਆਦੀਵਾਸੀ ਸੀ, ਆਂਧਰਾ ਪ੍ਰਦੇਸ਼ ਦੀ ਜਿਹੜੀ ਇੱਕ ਜਿਹੜਾ ਥਾਣਾ ਹੈ ਉਹਦੀ ਆਦੀਵਾਸੀ ਔਰਤ ਸੀ, ਔਰ ਉਹਨੂੰ ਇਹ ਪ੍ਰਜੰਪਸ਼ਨ ਸਾਡੀ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਕੁੜੀ ਕਿਉਂਕਿ ਪਹਿਲਾਂ ਜਿਹੜਾ ਹੈ ਯੂਜ਼ ਟੂ ਸੀ ਸੈਕਸ ਕਰਨ ਦੇ ਲਈ, ਇਸ ਕਰਕੇ ਉਹਦੀ ਸਹਿਮਤੀ ਸੀ। ਉਹਨੇ ਅਟਰੈਕਟ ਕੀਤਾ ਪੁਲਿਸ ਵਾਲਿਆਂ ਨੂੰ, ਤੇ ਇਸ ਕਰਕੇ ਉਹਨੇ ਪੁਲਿਸ ਕਸਟਡੀ ਦੇ ਵਿੱਚ ਉਹਨੂੰ ਰੇਪ ਕੀਤਾ। ਉਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀਆਂ 1979 ਦੇ ਵਿੱਚ ਦਿੱਲੀ ਜਿਹੜੀ ਸਾਡੀ ਯੂਨੀਵਰਸਿਟੀ ਹੈ ਉਹਦੀਆਂ 3 ਪ੍ਰੋਫੈਸਰ, ਪੁਣੇ ਯੂਨੀਵਰਸਿਟੀ ਦੀ, ਉਹਨਾਂ ਨੇ 79 ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਓਪਨ ਲੈਟਰ ਲਿਖੀ ਕਿ ਇਹਨੂੰ ਰੀਓਪਨ ਕੀਤਾ ਜਾਏ। ਮੈਂ ਤੁਹਾਨੂੰ ਦੱਸਾਂ ਕਿ ਜਿਸ ਆਰਗੇਨਾਈਜੇਸ਼ਨ ਤੋਂ ਮੈਂ ਆਨੀ ਆ, ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮਨ, ਉਹਨੇ 1 ਮਾਰਚ 1980 ਨੂੰ ਸੁਪਰੀਮ ਕੋਰਟ ਦਾ ਘਿਰਾਓ ਕੀਤਾ, ਔਰ 25 ਮਾਰਚ ਤੱਕ ਉਹ ਚੱਲਿਆ ਘਿਰਾਓ। 8 ਮਾਰਚ ਨੂੰ ਵੱਡੇ ਉੱਥੇ ਹੋਏ,
ਫਿਰ 1900 ਉਹ ਕੇਸ ਰੀਓਪਨ ਹੋਇਆ ਤੇ ਜਿਹੜੀ ਤੁਸੀਂ ਮੇਰਾ ਬੜਾ ਹੀ ਸੌਖਾ ਕਰ ਦਿੱਤਾ, ਜਿਹੜੇ 6 ਪੁਆਇੰਟ ਤੁਸੀਂ ਰੇਪ ਦੇ ਜਿਹੜਾ ਕਿਸ ਨੂੰ ਰੇਪ ਮੰਨਿਆ ਜਾਏ, ਇਹ 1983 ਦੇ ਵਿੱਚ ਦਾ ਕ੍ਰਿਮੀਨਲ ਜਿਹੜਾ ਜਸਟਿਸ ਦੇ ਲਈ ਜਿਹੜਾ ਸਾਡਾ ਐਕਟ ਬਣਿਆ ਉਹ 1983 ਚ ਬਣਿਆ, ਇਹ ਮਥੁਰਾ ਕੇਸ ਤੋਂ ਬਾਅਦ। ਇਨ ਬਿਟਵੀਨ 1978 ਦੇ ਵਿੱਚ ਜਿਹੜਾ ਹੈ ਇੱਕ ਜਿਹੜੀ ਹੈਦਰਾਬਾਦ ਦੀ ਜਿਹੜੀ ਔਰਤ ਸੀ, ਉਹ ਸੀ 1978 ਦੇ ਵਿੱਚ ਉਹ ਵੀ ਕੇਸ ਨਾਲ ਜੋੜਿਆ ਉਹਨਾਂ ਨੇ, ਰਮੀਜ਼ਾ ਬੀ। ਇਹ ਜਦੋਂ 1983 ਦੀ ਜੱਜਮੈਂਟ ਆਈ, ਤੇ ਮੈਂ ਕੁੱਲ ਮਿਲਾ ਕੇ ਗੱਲ ਕਰਨਾ ਚਾਹਨੀ ਆ ਕਿ ਸਾਡੇ ਕੋਲੇ ਰਜਿਸਟ੍ਰੇਸ਼ਨ ਦੇ ਤੌਰ ਤੇ 1972 ਦੀ ਹੈ। ਉਸ ਤੋਂ ਬਾਅਦ ਝਾਰਖੰਡ, ਅਸਾਮ, ਜਿਹੜੇ ਸਾਡੀ ਫਰੀडम ਲਈ ਲੜ ਰਹੇ ਲੋਕ ਸਨ ਜਾਂ ਆਪਣੀ ਆਜ਼ਾਦੀ ਲਈ ਉਹ ਜਿਹੜਾ ਅਲੱਗ ਇੱਕ ਸਟੇਟ ਲਈ ਲੜ ਰਹੇ ਲੋਕ ਸਨ, ਉੱਥੇ ਪੁਲਿਸ ਵੱਲੋਂ, ਉੱਥੇ ਜਿਹੜੀਆਂ ਹੈ ਮਿਲਟਰੀ ਵੱਲੋਂ, ਉੱਥੇ ਵੱਡੇ ਲੈਂਡਲਾਰਡ ਵੱਲੋਂ ਔਰਤਾਂ ਦੇ ਰੇਪ ਹੋਏ। ਅਸਾਮ, ਝਾਰਖੰਡ, ਛੱਤੀਸਗੜ੍ਹ, ਜਿਹੜਾ ਨਾਰਥ ਈਸਟ ਰੀਜਨ ਜਿਹੜਾ ਹੈ, ਈਵਨ ਕਿ ਕਸ਼ਮੀਰ ਦੇ ਵਿੱਚ ਰੈਗੂਲਰ ਜਿਹੜਾ ਹੈ 60 ਔਰਤਾਂ ਦਾ ਇੱਕ ਪਿੰਡ ਦੇ ਵਿੱਚ ਰੇਪ ਹੋਇਆ, ਜਿਸ ਦੇ ਬਾਰੇ ਸਾਡੀ ਜਿਹੜੀ ਗਵਰਨਮੈਂਟ ਆ ਉਹ ਮੰਨਣ ਲਈ ਤਿਆਰ ਨਹੀਂ, ਰਜਿਸਟਰਡ ਨਹੀਂ ਕੀਤਾ ਗਿਆ ਕੇਸ। ਮੈਂ ਕੁੱਲ ਮਿਲਾ ਕੇ ਗੱਲ ਕਹਿਣਾ ਚਾਹਨੀ ਆ ਕਿ ਫਿਰ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਨਿਰਭਇਆ ਦਾ ਕੇਸ 2012 ਚ ਆਉਂਦਾ ਹੈ, ਤੇ 2013 ਦੇ ਵਿੱਚ JS ਵਰਮਾ ਕਮੇਟੀ ਜਦੋਂ ਬੈਠਦੀ ਹੈ, ਉਹ 1983 ਦੀਆਂ ਜਿਹੜੀਆਂ ਸਾਡੀਆਂ ਰਿਕਮੈਂਡੇਸ਼ਨ ਨੇ, ਜਿਹੜਾ ਐਕਟ ਬਣਿਆ, ਉਹਦੇ 'ਚ ਕੁਝ ਹੋਰ ਧਾਰਾਵਾਂ ਜੋੜਦੀ ਹੈ ਫਾਸਟ ਟਰੈਕ ਤੇ, ਕਿਉਂਕਿ 1972 ਤੋਂ ਲੈ ਕੇ 1974 'ਚ ਤਾਂ ਮਥੁਰਾ ਕੇਸ ਖੁੱਲਿਆ, 1979 'ਚ ਜੱਜਮੈਂਟ ਆਈ, 1983 ਦੇ ਵਿੱਚ ਫਿਰ ਜਿਹੜਾ ਹੈ 1980 'ਚ ਰੀਓਪਨ ਹੋਇਆ, ਫਿਰ 1983 'ਚ ਉਹਦੀ ਜੱਜਮੈਂਟ ਆਈ, ਆਫਟਰ 11 ਸਾਲ ਲੱਗ ਗਏ। ਫਿਰ ਉਹਨਾਂ ਨੇ ਇਸੇ ਕਰਕੇ JS ਵਰਮਾ ਨੇ ਕਿਹਾ ਕਿ ਇਹ ਫਾਸਟ ਟਰੈਕ ਵਿਦਨ 6 ਮੰਥ ਰੇਪ ਕੇਸ ਨੂੰ ਜਿਹੜਾ ਸੋਲਵ ਕੀਤਾ ਜਾਏ। ਹੁਣ ਜਿਹੜੀ ਗੱਲ ਹੈ ਕਿ ਅੱਜ ਵੀ ਉਦੋਂ ਜਿਹੜਾ ਹੈ ਕੰਜੰਪਸ਼ਨ ਕਰਕੇ ਬੜੀਆਂ ਸੀਰੀਅਸ ਇਹ ਐਲੀਗੇਸ਼ਨ ਸਨ, ਕੋਰਟ ਦੇ ਉੱਤੇ ਲੱਗੇ ਉਸ ਟਾਈਮ ਤੇ 1980 ਚ। ਜਿਹੜਾ ਜਸਟਿਸ ਜਸਵੰਤ ਸਿੰਘ ਤੇ ਉਹਦੀ ਬੈਂਚ ਨੇ ਦਿੱਤਾ, ਕਹਿੰਦਾ ਜੀ ਇਹ ਕੁੜੀ ਦੀ ਸਹਿਮਤੀ ਹੋਏਗੀ, ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਮਤਲਬ ਇਹ ਮੰਨ ਲਿਆ ਗਿਆ, ਜਿਵੇਂ ਧਰਮ ਦੇ ਵਿੱਚ ਇਹ ਕਿਹਾ ਜਾਂਦਾ ਹੈ ਜਾਂ ਰਾਜ ਸੱਤਾ ਤੋਂ ਇਹ ਕਿਹਾ ਜਾਂਦਾ ਹੈ ਕਿ ਔਰਤ ਜਿਹੜੀ ਹੈ, ਜਿਹੜਾ ਸਾਡਾ ਇੱਕ ਸਾਡੀਆਂ ਰਿਚੁਅਲ ਸਮਾਜਿਕ ਰਹਿਤਾਂ 'ਚ ਔਰਤ ਭੋਗਣ ਦੀ ਵਸਤੂ ਹੈ, ਔਰਤ ਦੀ ਜਿਹੜੀ ਬਾਡੀ ਹੈ ਉਹ ਸਿਰਫ ਅਟਰੈਕਟ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਖਤਮ ਕਰਨ ਦੇ ਲਈ 2013 ਦੇ ਵਿੱਚ ਆਇਆ। ਉਸ ਤੋਂ ਪਹਿਲਾਂ ਆਸਿਫਾ ਦਾ ਕੇਸ ਆ ਚੁੱਕਿਆ ਸੀ, ਉਨਾਓ ਕੇਸ ਜਿਹੜਾ ਹੈ ਆ ਚੁੱਕਿਆ ਸੀ। ਉਸ ਤੋਂ ਬਾਅਦ ਇਹ ਸਾਡੇ ਲਾਈਮਲਾਈਟ ਦੇ ਕੇਸ ਨੇ। ਸੋ ਇਸ ਕਰਕੇ ਕੁੱਲ ਮਿਲਾ ਕੇ ਮੈਂ ਗੱਲ ਇਹ ਕਹਿਣਾ ਚਾਹਨੀ ਆ ਕਿ ਜਿਹੜੇ ਪਾਵਰ ਵਾਲੇ ਲੋਕ ਨੇ, ਚਾਹੇ ਉਹ ਰਾਜ ਸੱਤਾ ਦੀ ਪਾਵਰ ਹੋਏ, ਚਾਹੇ ਉਹ ਲੈਂਡਲਾਰਡ ਦੀ ਪਾਵਰ ਹੋਏ, ਚਾਹੇ ਉਹ ਪੁਲਿਸ ਦੀ ਪਾਵਰ ਹੋਏ, ਜਾਂ ਸੁਸਾਇਟੀ ਦੇ ਵਿੱਚ ਰੁਤਬੇ ਦੀ ਪਾਵਰ ਹੋਏ, ਕਿਉਂਕਿ ਔਰਤ ਨੂੰ ਇੱਕ ਵੀਕਰ ਸੈਕਸ ਦੇ ਤੌਰ ਤੇ ਮੰਨਿਆ ਗਿਆ, ਉਹਨੂੰ ਭੋਗਣ ਦੀ ਵਸਤੂ ਦੇ ਤੌਰ ਤੇ ਮੰਨਿਆ ਗਿਆ, ਉਹਦੀ ਦੇਹ ਦੇ ਪ੍ਰਸ਼ਨ ਤੱਕ ਹੀ ਉਹਨੂੰ ਮਹਿਮੂਦ ਰੱਖਿਆ ਗਿਆ। ਸੋ ਇਹ ਇੱਕ ਵੱਡੀ ਵਿਡੰਬਨਾ ਹੈ ਔਰਤਾਂ ਦੇ ਲਈ। ਜੀ ਜੀ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਉਹ ਸਾਰੇ ਪਿਛੋਕੜ ਦੀ ਗੱਲ ਕੀਤੀ ਕਿ ਜਦੋਂ ਜਦੋਂ ਮਰਦ ਦੀ ਮੋਨੋਪੋਲੀ ਹੋਈ, ਸਾਰੀ ਮਲਕੀਅਤ ਤੇ ਉਹਦਾ ਕਬਜ਼ਾ ਹੋਇਆ, ਤਾਂ ਉਸ ਤੋਂ ਬਾਅਦ ਔਰਤ ਲਗਾਤਾਰ ਕਮਜ਼ੋਰ ਹੁੰਦੀ ਗਈ। ਤੇ ਆਪਾਂ ਇਹਦੇ ਵਿੱਚ ਹੁਣ ਨਵਕਿਰਨ ਨੂੰ ਸ਼ਾਮਲ ਕਰਦੇ ਹਾਂ। ਨਵਕਿਰਨ, ਤੁਸੀਂ ਕਿਉਂਕਿ ਮਾਡਰਨ ਦੌਰ ਦੇ ਵਿੱਚ ਸਟੱਡੀ ਕਰਦੇ ਹੋ, ਔਰਤ ਦੇ ਇਸ਼ੂਜ਼ ਨਾਲ ਜੁੜੇ ਹੋਏ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਔਰਤ ਦੇ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਹੈ, ਇਹਦਾ ਫਿਊਡਲ ਸਾਈਕੀ ਨਾਲ ਕਿੰਨਾ ਕੁ ਸੰਬੰਧ ਹੈ? ਕਿ ਅੱਜ ਵੀ ਜਿਹੜਾ ਸਾਰਾ ਕੁਝ ਵਾਪਰ ਰਿਹਾ ਹੈ, ਇਹਦੇ ਪਿੱਛੇ ਵੀ ਫਿਊਡਲ ਸਾਈਕੀ ਕੰਮ ਕਰ ਰਹੀ ਹੈ, ਜਾਂ ਕੁਝ ਹੋਰ ਕਾਰਨ ਇਹਦੇ ਵਿੱਚ ਸ਼ਾਮਲ ਹੋ ਚੁੱਕੇ ਨੇ? ਜਿੱਦਾਂ ਕਮਲਜੀਤ ਮੈਡਮ ਨੇ ਗੱਲ ਕਹੀ ਹੈ ਕਿ ਜੋ ਉਹਨਾਂ ਨੇ ਸ਼ੁਰੂਆਤ ਬੇਸਿਕਲੀ ਜਿੱਥੋਂ ਇਹਦੀ ਟਰੇਸ ਕੀਤੀ ਹੈ, ਉਹ ਅਸੀਂ ਜਿਹੜਾ ਪੂਰਾ ਸੈਟਅਪ ਹੈ, ਫੈਮਿਲੀ ਸਟੇਟ ਤੇ ਫੈਮਿਲੀ ਸੈਟਅਪ ਹੈ, ਨਿੱਜੀ ਜਾਇਦਾਦ ਦਾ ਜਿੱਥੇ ਸਵਾਲ ਆਉਂਦਾ, ਉੱਥੋਂ ਇਹਦੀ ਸ਼ੁਰੂਆਤ ਹੋਈ ਹੈ। ਤੇ ਜੇ ਅਸੀਂ ਦੇਖੀਏ ਤਾਂ ਅੱਜ ਵੀ ਸਾਡਾ ਸੋਸ਼ਲ ਸਿਸਟਮ ਉਸੇ ਢੰਗ ਨਾਲ ਕੰਮ ਕਰ ਰਿਹਾ ਹੈ। ਨਿੱਜੀ ਜਾਇਦਾਦ,
ਜਿਹੜਾ ਫਿਊਡਲਿਜ਼ਮ ਨੂੰ ਜਾਂ ਪੈਟਰੀਆਰਕੀ ਨੂੰ ਜੇ ਅਸੀਂ ਟ੍ਰੇਸ ਕਰਦੇ ਹਾਂ, ਉਹਦੇ ਚ ਇਹੀ ਹੈ ਕਿ ਕੌਣ ਕਿੰਨੀ ਜਾਇਦਾਦ ਓਨ ਕਰਦਾ, ਸਟੇਟ ਕਿੰਨਾ ਦੇ ਹੱਥਾਂ ਚ ਹੈ, ਪਾਵਰ ਕਿੰਨਾ ਦੇ ਹੱਥਾਂ ਚ ਹੈ। ਉਹ ਸਾਰਾ ਸਿਸਟਮ ਅੱਜ ਵੀ ਇਨ ਬਿਨ ਚੱਲਦਾ, ਜਿਹਦੇ ਕਰਕੇ ਮਤਲਬ ਅਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ ਕਿ ਉਸ ਸਿਸਟਮ ਨੂੰ ਬਦਲੇ ਬਿਨਾਂ ਅਸੀਂ ਕਹਿ ਲਓ ਔਰਤਾਂ ਤੇ ਹੋਣ ਵਾਲੇ ਜ਼ੁਲਮਾਂ ਨੂੰ ਬਦਲ ਸਕਦੇ ਹਾਂ। ਮੈਂ ਗੱਲ ਇੱਥੇ ਲਿਆ ਰਹੀ ਹਾਂ, ਜਿਹੜੀ ਜੋ ਮੈਂ ਕਹਿ ਰਹੀ ਹਾਂ ਉਹ ਇਹ ਹੈ ਕਿ ਸੱਚਮੁੱਚ ਅੱਜ ਵੀ ਉਹੀ ਜਿਹੜੀਆਂ ਫਿਊਡਲ ਟੈਂਡੈਂਸੀਜ਼ ਨੇ, ਉਹੀ ਪੈਟਰੀਆਰਕਲ ਟੈਂਡੈਂਸੀਜ਼ ਨੇ, ਉਹੀ ਵੱਡੇ ਪੱਧਰ ਤੇ ਕਹਿ ਲਓ ਰੇਪ ਤੇ ਸਰੀਰਕ ਸ਼ੋਸ਼ਣ ਦਾ ਕੰਮ ਕਰਦੀਆਂ ਨੇ, ਉਹੀ ਮਾਨਸਿਕਤਾ। ਇਹਦੇ ਚ ਮੈਂ ਕੁਛ ਜਿਹੜੀਆਂ ਚੀਜ਼ਾਂ ਮਤਲਬ ਫਰਦਰ ਗੱਲਬਾਤ ਜਿਹੜੀ ਤੁਹਾਡੇ ਸਵਾਲਾਂ ਤੇ ਕਰਨ ਤੋਂ ਪਹਿਲਾਂ ਕੁਛ 2-3 ਐਡੀਸ਼ਨਸ ਜਿਹੜੀਆਂ ਮੈਂ ਇਸ ਡਿਸਕਸ਼ਨ ਦੇ ਵਿੱਚ ਲਿਆਉਣਾ ਚਾਹੁੰਦੀ ਹਾਂ। ਸਭ ਤੋਂ ਪਹਿਲੀ ਹੈਗੀ ਜਿਹੜਾ ਅੱਜ ਦੇ ਟੌਪਿਕ ਦਾ ਸਾਡਾ ਨਾਮ ਹੈਗਾ ਵੀ ਭਾਰਤੀ ਸਭਿਅਤਾ ਦਾ ਮਨੁੱਖੀ ਸਭਿਅਤਾ ਦਾ ਸਭ ਤੋਂ ਅਣਮਨੁੱਖੀ ਕਾਰਾ। ਆਪਾਂ ਰੇਪ ਨੂੰ ਇੱਕ ਉਸ ਢੰਗ ਨਾਲ ਦੇਖ ਰਹੇ ਹਾਂ, ਹਿਊਮਨ ਸਿਵਲਾਈਜੇਸ਼ਨ ਦਾ ਸਭ ਤੋਂ ਕਹਿ ਲਓ ਇਨਹਿਊਮਨ ਕੰਮ। ਮੈਨੂੰ ਉਹਦੇ ਤੋਂ ਥੋੜੀ ਜਿਹੀ ਆਪੱਤੀ ਹੈ, ਕਿਉਂਕਿ ਜਦੋਂ ਆਪਾਂ ਕਿਸੇ ਵੀ ਰੇਪ ਦੇ ਇਨਸੀਡੈਂਟ ਨੂੰ, ਸੈਕਸ਼ੂਅਲ ਹਰਾਸਮੈਂਟ ਦੇ ਇਨਸੀਡੈਂਟ ਨੂੰ ਜਦੋਂ ਅਸੀਂ ਉਹਨੂੰ ਇਨਹਿਊਮਨ ਕਰਾਰ ਦੇ ਦਿੰਦੇ ਹਾਂ, ਉਹਨੂੰ ਅਣਮਨੁੱਖੀ ਕਰਾਰ ਦੇ ਦਿੰਦੇ ਹਾਂ, ਤਾਂ ਮੈਨੂੰ ਲੱਗਦਾ ਅਸੀਂ ਚੀਜ਼ਾਂ ਨੂੰ ਨਾ ਇੱਕ ਡਿਸਟੈਂਸ ਤੇ ਲੈ ਜਾਂਦੇ ਹਾਂ। ਤੇ ਸਾਡੇ ਨਾਲ ਟ੍ਰੈਜੇਡੀ ਕੀ ਹੁੰਦੀ ਹੈ, ਜਦੋਂ ਅਸੀਂ ਚੀਜ਼ਾਂ ਨੂੰ ਕਿਸੇ ਡਿਸਟੈਂਸ ਤੇ ਲੈ ਜਾਂਦੇ ਹਾਂ, ਫਿਰ ਸਾਨੂੰ ਲੱਗਦਾ ਕਿ ਇਹ ਮੇਰੇ ਨਾਲ ਬਿਲੋਂਗ ਨਹੀਂ ਕਰਦਾ, ਇਹ ਮੈਨੂੰ ਸਿੱਧਾ ਇਫੈਕਟ ਨਹੀਂ ਕਰਦਾ, ਇਹ ਮੇਰੀ ਸਮੱਸਿਆ ਨਹੀਂ ਹੈਗੀ। ਜਿਹਦੇ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਹਮੇਸ਼ਾ ਇਸ ਚੀਜ਼ ਤੋਂ ਬਚਣਾ ਚਾਹੀਦਾ ਕਿ ਅਸੀਂ ਕਿਤੇ ਇਹਨਾਂ ਸਮੱਸਿਆਵਾਂ ਨੂੰ ਜਾਂ ਇਹਨਾਂ ਮੁੱਦਿਆਂ ਨੂੰ, ਬੇਸ਼ੱਕ ਫਿਰ ਉਹ ਕਾਸਟ ਦਾ ਹੋਵੇ ਜੋ ਕਿ ਹਾਥਰਸ ਵਾਲੇ ਰੇਪ ਦੇ ਕੰਟੈਕਸਟ ਚ ਬਹੁਤ ਇੱਕ ਇੰਪੋਰਟੈਂਟ ਫੈਕਟਰ ਹੈ, ਬੇਸ਼ੱਕ ਉਹ ਕਾਸਟ ਦਾ ਮਾਮਲਾ ਹੋਵੇ, ਬੇਸ਼ੱਕ ਉਹ ਕਹਿ ਲਓ ਸੈਕਸ਼ੂਅਲ ਅਸੌਲਟ ਦਾ ਮਾਮਲਾ ਹੋਵੇ, ਸਾਨੂੰ ਕਦੇ ਵੀ ਇਹਨਾਂ ਨੂੰ ਡਿਸਟੈਂਸ ਤੋਂ ਕਰਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਉਹੀ ਸਾਡੀ ਸੁਸਾਇਟੀ ਅੱਜ ਤੱਕ ਕਰ ਰਹੀ ਹੈ ਪ੍ਰਿਵਿਲੇਜ ਸੈਕਸ਼ਨ ਲਈ। ਪ੍ਰਿਵਿਲੇਜ ਸੈਕਸ਼ਨ ਨੂੰ ਲੱਗਦਾ ਕਿ ਮੈਨੂੰ ਤਾਂ ਇਹ ਚੀਜ਼ਾਂ ਇਫੈਕਟ ਨਹੀਂ ਕਰ ਰਹੀਆਂ ਬਿਕਾਜ਼ ਉਹ ਦੂਜਿਆਂ ਨੂੰ ਸੁਪਰੈਸ ਕਰਨ ਵਾਲਾ ਹੈ, ਇਸ ਕਰਕੇ ਉਹਨੂੰ ਸਿੱਧਾ ਇਫੈਕਟ ਨਹੀਂ ਕਰਦੀਆਂ, ਤਾਂ ਉਹਨੂੰ ਲੱਗਦਾ ਉਹ ਐਗਜ਼ਿਸਟ ਨਹੀਂ ਕਰਦਾ ਐਂਡ ਉਸਦੇ ਕੋਲ ਹੀ ਪਾਵਰ ਹੈ ਸਾਰਾ ਕਹਿ ਲਓ ਚੀਜ਼ਾਂ ਨੂੰ ਬਿਲਡ ਅਪ ਕਰਨ ਦੀ ਜਾਂ ਉਹਦੇ ਆਸ-ਪਾਸ ਇੱਕ ਡਾਇਲੋਗ ਨੂੰ ਇਨੀਸ਼ੀਏਟ ਕਰਨ ਦੀ ਹਲੇ ਤੱਕ ਉਹਦੇ ਕੋਲ ਪਾਵਰ ਸੀਗੀ। ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਇਹਨਾਂ ਮੁੱਦਿਆਂ ਤੇ, ਜਿਹੜੇ ਕਾਸਟ ਤੇ, ਜਿਹੜੇ ਜੈਂਡਰ ਦੇ ਸਵਾਲਾਂ ਤੇ ਗੱਲ ਕਰ ਰਹੇ ਹਾਂ, ਐਟਲੀਸਟ ਅਸੀਂ ਉਹ ਚੀਜ਼ ਨਾ ਕਰੀਏ, ਅਸੀਂ ਇਸ ਚੀਜ਼ ਤੋਂ ਬਚੀਏ। ਇਹ ਅਣਮਨੁੱਖੀ ਨਹੀਂ ਹੈ, ਇਹ ਮਨੁੱਖੀ ਹੈ। ਮਤਲਬ ਸਾਡੇ ਕੋਲੇ ਹਿਸਟਰੀ ਹੈ ਸਾਰੀ ਸਾਡੀ, ਜਿਹੜੀ ਉਹਨੇ ਪ੍ਰੋਫੈਸਰ ਢਿੱਲੋਂ ਨੇ ਸਾਡੇ ਸਾਹਮਣੇ ਰੱਖੀ ਹੈ ਕਿ ਉਹ ਸਾਡੇ ਵਿੱਚੋਂ ਹੀ ਸੀ ਮਨੁੱਖ ਜਿਨ੍ਹਾਂ ਨੇ ਮਤਲਬ ਅਲੱਗ-ਅਲੱਗ ਮੌਕਿਆਂ ਤੇ ਉਹ ਕਾਸਟ ਐਟਰੋਸਿਟੀਜ਼ ਕੀਤੀਆਂ, ਉਹ ਜੈਂਡਰ ਐਟਰੋਸਿਟੀਜ਼ ਕੀਤੀਆਂ, ਉਹ ਸਾਡੇ ਵਿੱਚੋਂ ਹੀ ਸੀਗੇ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਕਿਸੇ ਵੀ ਰੇਪ ਦੀ ਜਾਂ ਕਾਸਟ ਐਟਰੋਸਿਟੀ ਦੀ ਘਟਨਾ ਨੂੰ ਨਾ, ਕਾਸਟ ਵਾਇਲੈਂਸ ਦੀ ਘਟਨਾ ਨੂੰ ਸਾਨੂੰ ਅਣਮਨੁੱਖੀ ਕਰਾਰ ਨਹੀਂ ਦੇਣਾ ਚਾਹੀਦਾ। ਦੂਜੀ ਗੱਲ ਜਿਹੜੀ ਮੈਨੂੰ ਇਹਦੇ ਚ ਲੱਗਦੀ ਆ, ਉਹ ਤੁਸੀਂ ਜਿਹੜਾ ਜ਼ਿਕਰ ਕੀਤਾ ਨਾ, ਤੁਸੀਂ 6 ਉਹ ਪੜ੍ਹੀਆਂ ਕਿ ਕਿਹੜੀਆਂ ਕੈਟਾਗਰੀਜ਼ ਹੈ ਜਿਨ੍ਹਾਂ ਨੂੰ ਰੇਪ ਚ ਕੰਸੀਡਰ ਕੀਤਾ ਜਾਂਦਾ। ਉਹਦੇ ਚ ਉਹ ਹੈ ਕਿ ਉੱਥੇ ਮਤਲਬ ਸਾਰਿਆਂ ਦਾ ਇਹੀ ਹੈ ਕਿ ਕੰਸੈਂਟ ਹੈ ਕਿ ਨਹੀਂ ਹੈ, ਹਨਾ, ਕਿਸ ਰੂਪ ਚ ਕੰਸੈਂਟ ਔਰਤ ਵੱਲੋਂ ਦਿੱਤਾ ਗਿਆ। ਉਹ ਬੇਸਿਕਲੀ ਉਸੇ ਕੰਟੈਕਸਟ ਚ ਹੀ 6 ਕੈਟਾਗਰੀਜ਼ ਨੇ। ਜੋ ਬੇਸਿਕਲੀ ਉਹਦਾ ਹੈਡ ਹੈ ਉਹ ਇਹ ਹੈ ਕਿ ਲਾਅ ਸਿਰਫ ਤੇ ਸਿਰਫ ਜਿਹੜਾ ਪੀਨੋ ਵੈਜਾਈਨਲ ਪੈਨੀਟ੍ਰੇਸ਼ਨ ਹੈ, ਕਿ ਪੈਨਿਸ ਦਾ ਕਿਸੇ ਔਰਤ ਦੇ ਵਜਾਈਨਾ ਚ ਪੈਨੀਟ੍ਰੇਟ ਕਰਨਾ, ਸਿਰਫ ਤੇ ਸਿਰਫ ਸਾਡਾ ਲਾਅ ਉਹਨੂੰ ਰੇਪ ਮੰਨਦਾ। ਮੈਨੂੰ ਲੱਗਦਾ ਉਹ ਬਹੁਤ ਪ੍ਰੋਬਲਮੈਟਿਕ ਚੀਜ਼ ਹੈ, ਕਿਉਂਕਿ ਕਿਸੇ ਵੀ ਸੈਕਸ਼ੂਅਲ ਅਸੌਲਟ ਦੀ ਜਿਹੜੀ ਘਟਨਾ ਉਹਦੇ ਚ ਬੇਸ਼ੱਕ ਪੀਨਲ ਪੈਨੀਟ੍ਰੇਸ਼ਨ ਨਾ ਵੀ ਹੋਇਆ ਹੋਵੇ, ਉਹ ਵੀ ਕਿਸੇ ਵਿਕਟਮ ਲਈ, ਕਿਸੇ ਸਰਵਾਈਵਰ ਲਈ ਉਨੀ ਮਤਲਬ ਜ਼ਿਆਦਾ ਤਕਲੀਫ ਦੇ, ਉਨੀ ਜ਼ਿਆਦਾ ਕਹਿ ਲਓ ਬੁਰੀ ਹੋ ਸਕਦੀ ਹੈ ਜਿੰਨਾ ਕਿਸੇ ਜਿਹਨੂੰ ਰੇਪ ਮੰਨਦਾ ਉਸ ਕਿਸੇ ਵਿਕਟਮ ਲਈ ਹੋ ਸਕਦੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਲੀਗਲ ਕੁਛ ਸਾਡੇ ਕੋਲੇ ਲੂਪ ਹੋਲਸ ਨੇ, ਲੂਪ ਹੋਲਸ ਨਾ ਕਹੋ, ਲੀਗਲ ਪਰਸਪੈਕਟਿਵ ਤੋਂ ਦੇਖਦੇ ਹੋ ਕੁਝ ਚੀਜ਼ਾਂ ਜਿਹੜੀਆਂ ਪ੍ਰੋਬਲਮੈਟਿਕ ਹੈ, ਉਹ ਵੀ ਸਾਨੂੰ ਇੱਥੇ ਡਿਸਕਸ ਕਰਨੀਆਂ ਚਾਹੀਦੀਆਂ। ਕਿਉਂਕਿ ਜਦੋਂ ਅਸੀਂ ਸਿਰਫ ਤੇ ਸਿਰਫ ਉਹੀ ਜਿਹੜੀ ਲੀਗਲ ਇੱਕ ਪਰਿਭਾਸ਼ਾ ਹੈ ਨਾ ਰੇਪ ਦੀ, ਕਿ ਜਿੰਨਾ ਚਿਰ ਇੱਕ ਪੈਨਿਸ ਕਿਸੇ ਵਜਾਈਨਾ ਚ ਪੈਨੀਟ੍ਰੇਟ ਨਹੀਂ ਕਰਦਾ ਉਹਨਾਂ ਚਿਰ ਉਹ ਰੇਪ ਨਹੀਂ ਹੈਗਾ। ਜਦੋਂ ਅਸੀਂ ਏਦਾਂ ਕਿਸੇ ਸੋੜੇ
ਕਹਿ ਲਓ ਫਰੇਮਵਰਕ ਦੇ ਵਿੱਚੋਂ ਚੀਜ਼ਾਂ ਨੂੰ ਦੇਖਣ ਲੱਗ ਜਾਂਦੇ ਹਾਂ, ਮੈਨੂੰ ਲੱਗਦਾ ਉੱਥੇ ਵੀ ਚੀਜ਼ਾਂ ਬਹੁਤ ਪ੍ਰੋਬਲਮੈਟਿਕ ਨੇ। ਬਿਕਾਜ਼ ਜਦੋਂ ਅਸੀਂ ਰੇਪ ਦੀ ਗੱਲ ਕਰਦੇ ਹਾਂ, ਸਾਨੂੰ ਹਰ ਤਰ੍ਹਾਂ ਦੇ ਸੈਕਸ਼ੂਅਲ ਅਸੌਲਟ ਦੀ ਗੱਲ ਕਰਨੀ ਪਊਗੀ। ਅਸੀਂ ਲੀਗਲ ਜੋ ਰੇਪ ਦੀ ਪਰਿਭਾਸ਼ਾ ਉਹਦੇ ਮੁਤਾਬਕ ਅਸੀਂ ਕਹਿੰਦੇ ਹਾਂ ਕਿ ਹਰ 16 ਮਿੰਟ 'ਚ ਇੱਕ ਰੇਪ ਹੋ ਰਿਹਾ। ਤੁਸੀਂ ਇਮੈਜਿਨ ਕਰੋ ਜੇ ਅਸੀਂ ਇਸ ਪਰਿਭਾਸ਼ਾ ਨੂੰ ਤੋੜਦੇ ਹੋਏ, ਜਿਹੜੀ ਕਾਨੂੰਨੀ ਪਰਿਭਾਸ਼ਾ ਇਹਨੂੰ ਤੋੜਦੇ ਹੋਏ ਜੇ ਅਸੀਂ ਦੇਖੀਏ ਕਿ ਆਏ ਵਕਤ ਆਏ ਦਿਨ ਸਾਡੇ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਕਿੰਨੀਆਂ ਸੈਕਸ਼ੂਅਲ ਅਸੌਲਟ ਦੀਆਂ ਘਟਨਾਵਾਂ ਹੁੰਦੀਆਂ, ਤਾਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਹ ਕਿੰਨਾ ਵੱਡੀ ਗਿਣਤੀ 'ਚ ਹੋਊਗਾ। ਤੇ ਇਹਦਾ ਮਤਲਬ ਸਾਨੂੰ ਸਮਝਣਾ ਪੈਣਾ ਕਿ ਅੱਜ ਜੋ ਅਸੀਂ 21ਵੀਂ ਸਦੀ 'ਚ ਐਂਟਰ ਕਰ ਚੁੱਕੇ ਹਾਂ। ਮੈਡਮ ਨੇ ਮਤਲਬ ਪੂਰੀ ਏਡੀ ਲੰਬੀ ਚੌੜੀ ਹਿਸਟਰੀ ਸਾਡੇ ਮੂਹਰੇ ਡਿਸਕ੍ਰਾਈਬ ਕੀਤੀ ਆ ਔਰਤਾਂ ਦੇ ਉੱਤੇ ਹੋ ਰਹੇ ਜ਼ੁਲਮ ਦੀ। ਤਾਂ ਮਤਲਬ 21ਵੀਂ ਸਦੀ 'ਚ ਆ ਕੇ ਵੀ ਉਹ ਗਿਣਤੀ ਇੰਨੀ ਵੱਡੀ ਹੈ, ਜਿੱਥੋਂ ਸਾਨੂੰ ਸਮਝਣਾ ਪਊਗਾ ਕਿ ਅਸੀਂ ਅੱਜ ਵੀ ਜਿੰਨੀਆਂ ਹੀ ਅਸੀਂ ਵੱਡੀਆਂ ਗੱਲਾਂ ਕਿਉਂ ਨਾ ਕਰ ਲਈਏ, ਅਸੀਂ ਉਸ ਪੈਟਰੀਆਰਕਲ ਮਾਨਸਿਕਤਾ ਤੋਂ, ਉਸ ਫਿਊਡਲ ਮਾਨਸਿਕਤਾ ਤੋਂ ਹਲੇ ਅਸੀਂ ਬਾਹਰ ਨਹੀਂ ਨਿਕਲ ਸਕੇ। ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡਾ ਮਾਈਕ ਬੰਦ ਹੈ। ਜੀ ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਐਗਰੀ ਕਰਦਾ। ਇਹ ਆਪਾਂ ਕੁਝ ਕਾਨੂੰਨੀ ਦਾਇਰਿਆਂ ਦੀ ਗੱਲ ਕੀਤੀ ਸੀ, ਅਦਰਵਾਈਜ਼ ਬਹੁਤ ਸਾਰੇ ਜਿਹੜੇ ਕੇਸ ਇਹੋ ਜਿਹੇ ਨੇ ਜਿਹੜੇ ਕਾਨੂੰਨੀ ਦਾਇਰਿਆਂ ਤੱਕ ਪਹੁੰਚਦੇ ਨੇ, ਜਿਹੜੇ ਕਿਸੇ ਡਾਟੇ 'ਚ ਨਹੀਂ ਆਉਂਦੇ ਹੈਗੇ ਜਾਂ ਇਸ ਪਰਿਭਾਸ਼ਾ ਤੋਂ ਬਾਹਰ ਨੇ, ਜਿਹੜੇ ਜਦੋਂ ਕਿਸੇ ਦੀ ਭਾਵਨਾਵਾਂ ਨੂੰ ਆਹਤ ਕਰਨ ਦਾ ਮਸਲਾ ਹੁੰਦਾ, ਉਹ ਵੀ ਇੱਕ ਕਿਸਮ ਦਾ ਰੇਪ ਹੁੰਦਾ। ਉਹ ਸਾਰੀਆਂ ਗੱਲਾਂ ਆਪਾਂ ਪੁਆਇੰਟਾਂ 'ਚ ਡਿਸਕਸ ਕਰਾਂਗੇ ਅੱਗੇ ਆਉਣ ਵਾਲੇ ਸਵਾਲਾਂ ਦੇ ਵਿੱਚ। ਬਿਲਕੁਲ ਠੀਕ ਹੈ ਗੱਲ ਤੁਹਾਡੀ ਕਿ ਇਸ ਨੂੰ ਮਤਲਬ ਆਪਾਂ ਨੂੰ ਇਹਨਾਂ ਦਾਇਰਿਆਂ ਤੋਂ ਬਾਹਰ ਨਿਕਲ ਕੇ ਵੀ ਸੋਚਣਾ ਪਊਗਾ। ਇਹ ਜ਼ਰੂਰੀ ਹੈ, ਇਕੱਲਾ ਜਿਹੜਾ ਲੀਗਲ ਹੈ ਉਹੀ ਸਾਰਾ ਕੁਝ ਨਹੀਂ, ਕਿਉਂਕਿ ਲੀਗਲ ਤਾਂ ਬਦਲਦਾ ਰਹਿੰਦਾ ਹੈ। ਲੀਗਲ ਨੂੰ ਨਿਰਧਾਰਿਤ ਕਰਨ ਵਾਲੇ ਵੀ ਜਿਹੜੇ ਲੋਕ ਨੇ, ਜਿਹੜੀਆਂ ਤਾਕਤਾਂ ਨੇ, ਉਹਨਾਂ ਤੇ ਵੀ ਸਵਾਲ ਉਠਾਇਆ ਜਾ ਸਕਦਾ ਹੈ ਜਾਂ ਉਹਦੇ ਦਾਇਰੇ ਤੇ ਵੀ ਸਵਾਲ ਕੀਤਾ ਜਾ ਸਕਦਾ ਹੈ। ਆਪਾਂ ਅਜੇ ਡਾਕਟਰ ਜਸਮਲਕੀਤ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਉਹਨਾਂ ਦੀ ਆਡੀਓ ਨਹੀਂ ਕਨੈਕਟ ਹੋ ਰਹੀ। ਆਪਾਂ ਦੁਬਾਰਾ ਫਿਰ ਡਾਕਟਰ ਕਮਲਜੀਤ ਢਿੱਲੋਂ ਵੱਲ ਆਉਣੇ ਆ। ਮੈਡਮ ਇਹ ਦੱਸੋ ਕਿ ਦੋ ਚੀਜ਼ਾਂ ਨੇ, ਦੋ ਸਟੇਟਮੈਂਟਸ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਅਚਨਚੇਤ ਜਾਂ ਨਾਸਮਝੀ ਦੇ ਵਿੱਚੋਂ ਜਾਂ ਮੋਟੇ ਤੌਰ ਤੇ ਇਹ ਮੰਨ ਲੈਂਦੇ ਨੇ ਕਿ ਇਹਨਾਂ ਸਾਰੀਆਂ ਚੀਜ਼ਾਂ ਪਿੱਛੇ ਮਰਦ ਜ਼ਿੰਮੇਵਾਰ ਹੈ। ਤੁਹਾਨੂੰ ਆਪਾਂ ਇਸ ਗੱਲ ਨੂੰ ਥੋੜਾ ਜਿਹਾ ਵੱਧ ਕਲੀਅਰ ਕਰੀਏ ਕਿ ਮਰਦ ਜ਼ਿੰਮੇਵਾਰ ਹੈ ਜਾਂ ਮਰਦਾਮੀ ਸੱਤਾ ਜ਼ਿੰਮੇਵਾਰ ਹੈ, ਜਿਹਦੇ ਵਿੱਚ ਔਰਤਾਂ ਵੀ ਸ਼ਾਮਲ ਹੁੰਦੀਆਂ ਨੇ। ਮੈਂ ਤੁਹਾਡੇ ਤੋਂ ਚਾਹੁੰਦਾ ਕਿ ਥੋੜੀ ਜਿਹੀ ਆਪਾਂ ਇਸ ਗੱਲ ਦੀ ਕਲੈਰਿਟੀ ਕਰੀਏ, ਫਿਰ ਆਪਾਂ ਵਰਤਮਾਨ ਦੌਰ ਵੱਲ ਆਵਾਂਗੇ। ਜੀ ਕੁਲਦੀਪ ਜੀ, ਮੈਂ ਨਾ ਨਵਕਿਰਨ ਨੇ ਬੜਾ ਅੱਜ ਦਾ ਸਵਾਲ ਉਠਾਇਆ, ਮੈਂ ਇਹਦੇ ਵਿੱਚ ਇੱਕ ਜੋੜਨਾ ਚਾਹਨੀ ਹਾਂ ਕਿ ਜਿਹੜਾ ਵਿਸ਼ਾਖਾ ਜੱਜਮੈਂਟ ਹੈ, ਜਿਹੜੀ ਸੈਕਸੁਅਲ ਹਰਾਸਮੈਂਟ ਐਟ ਵਰਕ ਪਲੇਸ, ਇਹ ਭਾਂਬਰੀ ਦੇਵੀ ਦਾ ਜਿਹੜਾ ਰੇਪ ਹੋਇਆ ਸੀ, ਉਹ 1992 ਚ ਹੋਇਆ ਸੀ। ਜੀ। ਉਹ ਇੱਕ ਜਿਹੜੀ ਸੋਸ਼ਲ ਜਿਹੜੀ ਹੁੰਦੀ ਹੈ, ਜਿਹੜੀ ਕਮਿਊਨਿਟੀ ਡਿਵੈਲਪਮੈਂਟ ਅਫਸਰ ਦੇ ਤੌਰ ਤੇ ਸੀ, ਇੱਕ ਸਮਾਜ ਸੇਵਿਕਾ ਜਿਹਨੂੰ ਅਸੀਂ ਜਿਹੜਾ ਹੈ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਮਦਦ ਕਰਦੀਆਂ ਸੀ, ਉਹਦਾ ਹਾਇਰ ਕਾਸਟ ਨੇ ਕੀਤਾ ਸੀ। ਉਦੋਂ ਕੁਝ ਹੋਰ ਜਿਹੜਾ, ਕਿਉਂਕਿ ਵੂਮਨ ਸਟਰਗਲ ਦੀ ਇੱਕ ਪੂਰੀ ਦੀ ਪੂਰੀ ਇੱਕ ਫਰਿਸਤ ਹੈ, ਉਦੋਂ ਵੀ ਔਰਤ ਆਰਗੇਨਾਈਜੇਸ਼ਨ ਨੇ, ਵੂਮਨ ਆਰਗੇਨਾਈਜੇਸ਼ਨ ਨੇ ਅਗਵਾਨੂ ਰੋਲ ਅਦਾ ਕਰਕੇ ਵਿੱਚ ਕੁਝ ਹੋਰ ਕੀਤੀਆਂ ਸੀ ਕਿ ਤੁਹਾਨੂੰ ਇਸ਼ਾਰਾ ਕਰਨਾ, ਤੁਹਾਨੂੰ ਟੀਜ਼ ਕਰਨਾ, ਤੁਹਾਡਾ ਪਿੱਛਾ ਕਰਨਾ, ਇਹ ਸਾਡੇ ਕੋਲੇ ਹੁਣ ਕਾਨੂੰਨ ਬਣ ਚੁੱਕੇ ਨੇ। ਔਰ ਜਦੋਂ ਨਿਰਭਇਆ ਦਾ ਆਇਆ, ਉਹਦੇ 'ਚ ਤਾਂ ਬੜੀ ਡਿਟੇਲ 'ਚ ਜਦੋਂ ਆਪਣਾ 92 ਦੇ ਵਿੱਚ ਜਸਟਿਸ ਵਰਮਾ ਹੀ ਸਨ ਜਿਨ੍ਹਾਂ ਨੇ ਕੇਸ ਡੀਲ ਕੀਤਾ ਸੀ ਭਾਂਬਰੀ ਦੇਵੀ ਵਾਲਾ ਡਿਵੀਜ਼ਨ ਬੈਂਚ ਤੇ, ਉਦੋਂ ਉਹਨਾਂ ਨੇ ਪੂਰੀ ਜਜਮੈਂਟ ਦਿੱਤੀ ਸੀ। ਔਰ ਜਦੋਂ ਨਿਰਭਇਆ ਦਾ ਆਇਆ, ਉਦੋਂ ਵੀ ਉਹਨਾਂ ਨੇ ਇੱਕ ਡਿਟੇਲ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਨੇ, ਜਿਹੜਾ 2013 ਦੇ ਵਿੱਚ ਪਾਰਲੀਮੈਂਟ ਨੇ ਉਹਨੂੰ ਅਡਾਪਟ ਕਰਕੇ ਕਾਨੂੰਨ ਬਣਾ ਦਿੱਤਾ। ਸੋ ਇਸ ਕਰਕੇ ਇੱਕ ਗੱਲ ਤੇ ਇਹ ਹੈ। ਦੂਸਰੀ ਜਿਹੜਾ ਤੁਹਾਡਾ ਸਵਾਲ ਹੈ, ਮੈਂ ਐਡ ਕਰਨਾ ਚਾਹੁੰਦੀ ਸੀ ਕਿ ਸਾਡੇ ਕੋਲ ਇਹ ਕਾਨੂੰਨ ਦੇ ਵਿੱਚ ਹੈ ਮੈਂਟਲ ਹਰਾਸਮੈਂਟ, ਸੈਕਸੁਅਲ ਹਰਾਸਮੈਂਟ, ਈਵਨ ਗਾਲੀ ਕੱਢਣਾ, ਈਵਨ ਤੁਹਾਨੂੰ ਇਸ਼ਾਰੇ ਕਰਨਾ, ਵਰਬਲ ਤੇ ਨਾਨ ਵਰਬਲ। ਇਹ ਬੜੀ ਡਿਟੇਲ ਦੇ ਵਿੱਚ ਅਸੀਂ ਅਗਰ ਇਹਦੇ ਤੇ ਸੀਰੀਜ਼ ਹੀ ਕਰਨ ਵਾਲੀ ਹੈ ਕਿ ਵਰਬਲ ਸੈਕਸੁਅਲ ਹਰਾਸਮੈਂਟ ਕੀ ਹੁੰਦੀ ਹੈ, ਨਾਨ ਵਰਬਲ ਕੀ ਹੁੰਦੀ ਹੈ। ਸੋ ਇਹ ਬੜਾ ਲੰਬਾ ਹੈ। ਤੇ ਮੈਂ ਇਹ ਕਹਿਣਾ, ਤੁਸੀਂ ਜਿਹੜਾ ਤੁਹਾਡਾ ਸਵਾਲ ਹੈ ਕਿ ਕੀ ਮਰਦ ਹੀ ਜ਼ਿੰਮੇਵਾਰ ਹੈ, ਨਹੀਂ, ਇਹ ਸਮਾਜ ਜ਼ਿੰਮੇਵਾਰ ਹੈ। ਮੈਨੂੰ ਅੱਜ ਬੜਾ ਇਹ ਮੈਂ ਹਮੇਸ਼ਾ ਹੀ ਗੱਲ ਇਹ ਕਰਦੀ ਹਾਂ, ਸ਼ਾਇਦ ਇੱਕ ਦੋ ਸ਼ੋਜ਼ ਦੇ ਵਿੱਚ ਹੀ ਮੈਂ ਗੱਲ ਕੀਤੀ, ਔਰ ਮੈਂ ਬੜੇ ਜ਼ੋਰ ਨਾਲ ਇਹ ਗੱਲ ਕਹਿਣਾ ਚਾਹਨੀ। ਅੱਜ ਮੈਨੂੰ ਇਹ ਲੱਗਿਆ ਕਿ ਦੀਪ ਤੁਸੀਂ ਇਹ ਜਿਹੜਾ ਹੈ ਡਿਸਕਸ਼ਨ ਇਨੀਸ਼ੀਏਟ ਕਰ ਰਹੇ ਹੋ, ਪਰ ਇਹ ਵੀ ਇੱਕ ਪੈਟਰੀਆਰਕਲ ਮਾਈਂਡਸੈਟ ਹੈ ਕਿ ਔਰਤਾਂ ਦੇ ਮਸਲਿਆਂ ਦੇ ਉੱਤੇ ਔਰਤਾਂ ਹੀ ਗੱਲ ਕਰਨ।
ਦੀ ਜਿਹੜੇ ਇਹ ਮਸਲੇ ਨੇ ਸੁਸਾਇਟੀ ਦੇ ਮਸਲੇ ਨੇ, ਬਿਲਕੁਲ ਬਿਲकुल ਇਹਦੇ ਉੱਤੇ ਮਰਦ ਵੀ ਬੋਲ ਸਕਦਾ ਹੈ। ਜੀ ਜਦੋਂ ਅਸੀਂ ਇਹ ਗੱਲ ਕਵਾਂਗੇ ਕਿ ਕੇਵਲ ਔਰਤਾਂ ਦੇ ਮਸਲੇ ਨਹੀਂ, ਔਰਤਾਂ ਜਦੋਂ ਗੱਲ ਕਰਨੀਆਂ ਆਪਣੀ ਉਸ ਸੰਵੇਦਨਾ ਚੋਂ ਗੱਲ ਕਰਨੀਆਂ, ਉਹ ਐਡ ਕਰਨੀਆਂ ਕਿ ਮੇਰੇ ਨਾਲ ਕੀ ਵਾਪਰਿਆ, ਉਹ ਮਰਦ ਨਹੀਂ ਕਰ ਸਕਦਾ। ਜਦੋਂ ਤੁਸੀਂ ਵੈਸਟਰਨ ਵਰਲਡ ਦੇ ਵਿੱਚ ਜਾਂਦੇ ਹੋ, ਉੱਥੇ ਸੈਕਸੁਅਲ ਹਰਾਸਮੈਂਟ ਦਾ ਕਾਲਮ ਜਿਹੜਾ ਹੈ ਮਰਦ ਤੇ ਔਰਤ ਦੋਨਾਂ ਲਈ ਹੈ। ਮੈਂ ਕੈਨੇਡਾ ਦਾ ਅਗਰ ਡਾਟਾ ਤੁਹਾਡੇ ਸਾਹਮਣੇ ਦਿਆਂ ਤੇ ਉਹ ਕਹਿੰਦੇ 30% ਮਰਦ ਜਿਹੜੇ ਨੇ ਹਰ ਸਾਲ ਸੈਕਸੁਅਲ ਹਰਾਸਮੈਂਟ ਦਾ ਸ਼ਿਕਾਰ ਹੁੰਦੇ ਨੇ ਤੇ 39% ਔਮਨ ਹੁੰਦੀਆਂ ਨੇ ਇਨ ਦਾ ਕੈਨੇਡਾ। ਬਿਲਕੁਲ ਬਿਲकुल ਬਿਲकुल ਤੋ ਜਿਹੜਾ ਇਹ ਮਰਦ ਜ਼ਿੰਮੇਵਾਰ ਨਹੀਂ ਹੈ, ਇਹ ਮਾਨਸਿਕਤਾ ਹੈ, ਸਾਡੀ ਰਾਜ ਸੱਤਾ ਹੈ, ਸਾਡੀ ਜਿਹੜੀ ਡਿਸਪੈਰਿਟੀਜ਼ ਨੇ, ਇਹ ਪਾਵਰ ਦੀ ਲੜਾਈ ਹੈ। ਜੇ ਘਰ ਦੇ ਵਿੱਚ ਪਾਵਰ ਜਿਹੜੀ ਬੈਲੈਂਸ ਹੈ, ਜਿਹੜਾ ਇਕੁਅਲ ਡਿਵੀਜ਼ਨ ਹੋਏਗੀ ਤਾਂ ਉਹਦੇ ਮਸਲੇ ਅਲੱਗ ਹੋਣਗੇ। ਜਦੋਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਾਡੇ ਭਰਾ ਆਉਂਦੇ ਨੇ, ਉਹ ਕਹਿੰਦੇ ਨੇ ਕਿ ਮੈਂ ਫੈਮਿਨਿਸਟ ਹਾਂ, ਇਹ ਬੜਾ ਅੱਛਾ ਲੱਗਦਾ ਹੈ ਕਿ ਉਹ ਵੂਮਨ ਐਂਗਲ ਤੋਂ ਉਹਨਾਂ ਮਸਲਿਆਂ ਨੂੰ ਦੇਖਣਾ ਚਾਹੁੰਦੇ ਨੇ ਜੀ ਕਿ ਇਹਦੇ ਵਿੱਚ ਕੀ ਹੈ। ਸੋ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਹੈ, ਮੈਂ ਉਹਨੂੰ ਇਹ ਇਸ ਤਰ੍ਹਾਂ ਕਹਾਂਗੀ ਕਿ ਔਰਤਾਂ ਵੀ ਪੈਟਰੀਆਰਕਲ ਚ ਜਿਉਂਦੀਆਂ ਨੇ, ਪੈਟਰੀਆਰਕੀ ਦੇ ਵਿੱਚ ਪਿੱਤਰ ਸੱਤਾ ਦੇ ਵਿੱਚ ਜਿਉਂਦੀਆਂ ਨੇ, ਮਰਦ ਵੀ ਜਿਉਂਦਾ ਹੈ। ਤੇ ਫਿਰ ਉਹ ਇੱਕ ਡਿਜ਼ਾਈਨ ਬਣਾ ਦਿੰਦੇ ਨੇ ਔਰਤ ਦੇ ਆਲੇ ਦੁਆਲੇ, ਉਹਦਾ ਘਰ ਦਾ ਰੋਲ ਕੀ ਹੈ, ਉਹਦਾ ਬਾਹਰ ਦਾ ਰੋਲ ਕੀ ਹੈ। ਜੇ ਹੁਣ ਇਹ ਕਿਸਨੇ ਬਣਾਇਆ ਕਿ ਵਧੀਆ ਸ਼ੈਫ ਜਿਹੜੇ ਨੇ ਉਹ ਹੋਟਲਾਂ ਦੇ ਵਿੱਚ ਮਰਦ ਹੁੰਦੇ ਨੇ ਤੇ ਘਰ ਦੇ ਵਿੱਚ ਉਹੀ ਆ ਕੇ ਕੁਰਸੀ ਤੇ ਬੈਠ ਕੇ ਜਿਹੜਾ ਹੈ ਡਿਮਾਂਡ ਕਰਦਾ ਹੈ। ਤੇ ਜਿੰਨੀ ਦੇਰ ਤੱਕ ਅਸੀਂ ਆਪਣੀ ਜਿਹੜੀ ਕਿਚਨ ਦਾ, ਖਾਸ ਕਰਕੇ ਰਸੋਈ ਦਾ ਬਿੰਬ ਔਰਤ ਦੇ ਨਾਲੋਂ ਤੋੜ ਕੇ ਨਹੀਂ ਦੇਖ ਸਕਦੇ, ਉਨੀ ਦੇਰ ਤੱਕ ਔਰਤ ਦੀ ਆਜ਼ਾਦੀ ਦਾ ਸਵਾਲ ਅਧੂਰਾ ਹੈ। ਸੋ ਇਸ ਕਰਕੇ ਇਹ ਇੱਕ ਛੋਟੀ ਜਿਹੀ ਉਦਾਹਰਣ ਹੈ। ਇਸੇ ਤਰ੍ਹਾਂ ਹੀ ਪ੍ਰਾਪਰਟੀ ਰਾਈਟਸ ਦੀ ਗੱਲ ਹੈ। ਅਸੀਂ ਜਿਹੜਾ ਮਾਂ ਪਿਓ ਹੈ, ਇੱਕ ਦੋ ਮੁੰਡੇ ਆ ਤੇ ਉਹ ਬਰਾਬਰ ਦੀ ਜਾਇਦਾਦ ਵੰਡ ਦਿੰਦੇ ਨੇ। ਤੇ ਜਦੋਂ ਇੱਕ ਕੁੜੀ ਤੇ ਮੁੰਡਾ, ਦੋ ਪੁੱਤਰ ਧੀ ਆਉਂਦੇ ਨੇ, ਬਾਇਓਲੋਜੀਕਲ ਜਿਹੜੇ ਉਹਨਾਂ ਦੇ ਬੱਚੇ ਨੇ, ਉਹਦੇ ਵਿੱਚ ਔਰਤ ਦੇ ਨਾਲ, ਕੁੜੀ ਨਾਲ, ਧੀ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਤੇ ਮੈਂ ਇਹ ਗੱਲ ਕਹਿਣਾ ਚਾਹਨੀ ਹਾਂ ਜ਼ੋਰ ਦੇ ਕੇ ਕਿ ਪਹਿਲੇ ਘਰਾਂ ਦੇ ਵਿੱਚ ਮਾਪਿਆਂ ਦੇ ਵਿੱਚ ਜਿਹੜੀ ਹੈ ਉਹ ਆਪਣੀਆਂ ਧੀਆਂ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਨੇ ਤੇ ਉਹ ਪਿੱਤਰ ਸੱਤਾ ਹੀ ਹੈ, ਉਹ ਮਰਦ ਸੋਚ ਹੀ ਹੈ, ਚਾਹੇ ਉਹ ਪਿਤਾਸ਼ਾਹੀ ਹੋਵੇ, ਚਾਹੇ ਉਹ ਭਰਾਸ਼ਾਹੀ ਹੋਵੇ, ਚਾਹੇ ਉਹ ਪਤੀਸ਼ਾਹੀ ਹੋਵੇ। ਉਹ ਸੋਚ ਹੈ ਜਿਹੜੀ ਐਮਪਾਵਰ ਕਰਦੀ, ਕਿਉਂਕਿ ਮਰਦ ਕੋਲੇ ਪ੍ਰਾਪਰਟੀ ਰਾਈਟਸ ਨੇ। ਮਰਦ ਜਿਹੜਾ ਹੈ ਬਾਹਰ ਫੈਲਦਾ, ਜਿਵੇਂ ਸਾਡੀ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਵਿੱਚ ਜਿਹੜੀਆਂ ਬਹੁਤਾਤ ਜਿਹੜੀ ਮਰਦਾਂ ਦੀ ਹੈ, ਉੱਥੇ ਔਰਤ ਦਾ ਪ੍ਰਸ਼ਨ ਉਠਾਇਆ ਹੀ ਨਹੀਂ ਜਾਂਦਾ। ਤੇ ਜੇ ਔਰਤਾਂ ਉਠਾਉਂਦੀਆਂ ਨੇ ਤੇ ਉਹ ਮਰਦ ਔਰਤਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੀਆਂ, ਉਹ ਔਰਤਾਂ ਦੇ ਮਸਲਿਆਂ ਨੂੰ ਰਿਪਰੈਜ਼ੈਂਟ ਨਹੀਂ ਕਰਦੀਆਂ, ਉਹ ਪਾਰਟੀ ਦੀ ਸੋਚ ਨੂੰ ਉੱਥੇ ਰਿਪਰੈਜ਼ੈਂਟ ਕਰਦੀਆਂ ਨੇ। ਉਹ ਔਰਤਾਂ ਜਿਹੜੀਆਂ ਹੈ, ਬਹੁਤੀਆਂ ਸਾਡੀਆਂ ਵਿਰਾਸਤੀ ਔਰਤਾਂ ਉੱਥੇ ਜਾਂਦੀਆਂ ਨੇ ਤੇ ਉਹਨਾਂ ਨੇ ਫਿਰ ਉਹੀ ਸਵਾਲ ਉਠਾਉਣੇ ਆ। ਸੋ ਇਸ ਕਰਕੇ ਇਹ ਸਮੁੱਚੇ ਤੌਰ ਤੇ ਸਾਨੂੰ 3-4 ਪੱਧਰਾਂ ਤੇ ਲੜਾਈ ਲੜਨੀ ਪੈਣੀ ਹੈ। ਜਦੋਂ ਤੁਸੀਂ ਪੁਲਿਸ ਸਟੇਸ਼ਨ ਜਾਂਦੇ ਹੋ ਜੀ ਤਾਂ ਉੱਥੇ ਉਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਇੱਕ ਔਰਤ ਨੂੰ ਲਿਆ ਜਾਂਦਾ ਹੈ। ਮੈਂ ਥੋੜਾ ਜਿਹਾ ਗੱਲ ਕਰਨਾ ਚਾਹਨੀ, ਸਾਡੇ ਮੈਕਸਿਮਮ 2% ਕੇਸ ਰਜਿਸਟਰਡ ਹੁੰਦੇ ਨੇ ਜਿਹੜੇ ਪੁਲਿਸ ਸਟੇਸ਼ਨ ਜਾਂਦੇ ਨੇ। ਇਹਦਾ ਮਤਲਬ 98% ਤਾਂ ਔਰਤਾਂ ਉਸੇ ਮਾਨਸਿਕਤਾ ਦਾ ਸ਼ਿਕਾਰ ਨੇ ਜਿਹੜੀ ਮਨੁਸਿਮਰਤੀ ਤੋਂ ਚੱਲੀ ਆ ਰਹੀ ਹੈ ਕਿ ਔਰਤਾਂ ਬੋਲਦੀਆਂ ਨਹੀਂ, ਔਰਤਾਂ ਨੇ ਅੱਗੇ ਨਹੀਂ ਜਾਣਾ, ਔਰਤਾਂ ਨੇ ਕੋਰਟ ਕਚਹਿਰੀ ਨਹੀਂ ਜਾਣਾ। ਜਿਹੜਾ ਉਹਨਾਂ ਦਾ ਇੱਕ ਹੱਕ ਹੈ ਔਰਤ ਦਾ ਕੋਰਟ ਕਚਹਿਰੀ ਜਾ ਕੇ ਹੱਕ ਲੈਣ ਦਾ, ਉਹ ਤਾਂ ਅਸੀਂ ਬੰਦ ਕਰ ਦਿੱਤਾ। ਇੱਕ ਸਾਡੀ ਜਿਹੜੀ ਹੈ ਸੋ ਕਾਲਡ ਜਿਹੜੀ ਸਾਡੀ ਸਮਾਜ ਦੀ ਰਹਿਤਲ ਦੇ ਵਿੱਚ ਪਾਈ ਗਈ ਮਾਨਸਿਕਤਾ ਹੈ, ਜਾਂ ਸਾਡੇ ਬਹੁਤ ਸਾਰੇ ਗੀਤ ਨੇ, ਬਹੁਤ ਸਾਰੇ ਲੋਕ ਗੀਤ ਨੇ, ਉਹਨਾਂ ਦੇ ਰਾਹੀਂ ਅਸੀਂ ਔਰਤ ਨੂੰ ਸਟੈਗਨੇਸ਼ਨ ਕਰਦੇ ਹਾਂ। ਸੋ ਇਸ ਕਰਕੇ ਸਮੁੱਚੇ ਤੌਰ ਤੇ ਜਿਹੜਾ ਹੈ ਇਹ ਮਰਦ ਜ਼ਿੰਮੇਵਾਰ ਨਹੀਂ ਹੈ, ਸਮੁੱਚਾ ਸਮਾਜ, ਸਮੁੱਚੀ ਸਾਡਾ ਕਾਨੂੰਨ, ਸਾਡੀਆਂ ਇੰਪਲੀਮੈਂਟਿੰਗ ਏਜੰਸੀਜ਼, ਸਾਡਾ ਜਿਹੜੀ ਰਾਜ ਸੱਤਾ, ਉਹ ਕਿਸ ਤਰ੍ਹਾਂ ਦੇ ਕਾਨੂੰਨ। ਕਦੇ ਜੈਂਡਰ ਬਜਟਿੰਗ ਦੀ ਗੱਲ ਹੋਈ ਹੈ ਕੁਲਦੀਪ ਜੀ ਆਪਣੇ ਸਟੇਟ ਪਾਰਲੀਮੈਂਟ, ਸਟੇਟ ਅਸੈਂਬਲੀ ਚ ਪੰਜਾਬ ਦੀ ਚ ਜਾਂ ਪਾਰਲੀਮੈਂਟ ਦੇ ਵਿੱਚ? ਕਦੇ ਜੈਂਡਰ ਬਜਟਿੰਗ ਦੀ ਗੱਲ ਨਹੀਂ ਹੋਈ। ਜਿੱਦਣ ਜੈਂਡਰ ਬਜਟਿੰਗ ਦੀ ਗੱਲ ਹੋਏਗੀ ਉਦੋਂ ਅਜੇ ਸਟਾਰਟ ਹੋਏਗਾ ਔਰਤ ਨੂੰ ਬਰਾਬਰ ਕਰਨ ਦਾ, ਯਾਤਰਾ ਸ਼ੁਰੂ ਹੋਏਗੀ, ਉਹ ਬਰਾਬਰ ਨਹੀਂ ਹੋ ਜਾਏਗੀ। ਜੀ ਨਵਕਿਰਨ, ਜਦੋਂ ਕੋਈ ਇਹੋ ਜਿਹਾ ਘਟਨਾ ਵਾਪਰਦੀ ਹੈ ਸਾਡੀ ਸੁਸਾਇਟੀ ਦੇ ਵਿੱਚ, ਉਦੋਂ ਬਹੁਤ ਸਾਰੀਆਂ ਧਿਰਾਂ ਇਹੋ ਜਿਹੀਆਂ ਖੜੀਆਂ ਹੋ ਜਾਂਦੀਆਂ ਨੇ ਜਾਂ ਪਹਿਲਾਂ ਤੋਂ ਹੀ ਹੁੰਦੀਆਂ ਨੇ ਜਿਹੜੀਆਂ ਇਹਦੇ ਵਿੱਚ ਔਰਤ ਨੂੰ ਹੀ ਕਸੂਰਵਾਰ ਮੰਨਣ ਲੱਗ ਜਾਂਦੀਆਂ ਨੇ।
ਬਹੁਤ ਸਾਰੇ ਉਹਨਾਂ ਦੇ ਲੌਜਿਕ ਹੁੰਦੇ ਨੇ, ਕੋਈ ਪਹਿਰਾਵੇ ਦਾ ਲੌਜਿਕ ਹੁੰਦਾ ਹੈ, ਕੋਈ ਨਵੀਂ ਸੱਭਿਅਤਾ ਦਾ, ਮਾਡਰਨ ਸੱਭਿਅਤਾ ਦਾ ਲੌਜਿਕ ਹੁੰਦਾ ਹੈ, ਬਹੁਤ ਤਰ੍ਹਾਂ ਦੀਆਂ ਲੌਜਿਕ ਹੁੰਦੇ ਨੇ। ਤੁਸੀਂ ਇਸ ਗੱਲ ਨੂੰ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਮਤਲਬ ਇਸ ਜਿਹੜੀ ਵਿਕਟਮ ਧਿਰ ਹੈ ਉਸੇ ਨੂੰ ਹੀ ਕਸੂਰਵਾਰ ਮੰਨ ਲਿਆ ਜਾਂਦਾ ਇਸ ਵਰਤਾਰੇ ਦੇ ਵਿੱਚ? ਇਹ ਮੈਨੂੰ ਲੱਗਦਾ ਇਹਦਾ ਜਵਾਬ ਇਸੇ ਕੰਟੈਕਸਟ 'ਚ ਹੀ ਹੈ ਜਿਹਦੇ 'ਚ ਢਿੱਲੋਂ ਮੈਡਮ ਨੇ ਗੱਲ ਕਹੀ ਹੈ ਕਿ ਬੇਸਿਕਲੀ ਪੈਟਰੀਆਰਕੀ ਦਾ ਸ਼ਿਕਾਰ ਕੋਈ ਇੱਕਾ ਦੁੱਕਾ ਇਨਸਾਨ ਨਹੀਂ ਹੈ। ਸਾਡੀ ਸੁਸਾਇਟੀ ਮਤਲਬ ਜ਼ਿਆਦਾਤਰ ਜੇ ਅਸੀਂ ਦੇਖੀਏ ਉਸੇ ਪੈਟਰੀਆਰਕੀ ਨਾਲ ਗ੍ਰਸਤ ਹੈ। ਜੇ ਕਿਤੇ ਕੋਈ ਰੇਪ ਦੀ ਘਟਨਾ ਵਾਪਰਦੀ ਵੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਹਾਂ ਜਿਹੜਾ ਕਸੂਰ ਹੈ ਉਹ ਕੁੜੀ ਦਾ ਹੈ, ਇਹਦੇ ਕੱਪੜੇ ਛੋਟੇ ਹੋਣਗੇ, ਇਹ ਰਾਤ ਨੂੰ ਲੇਟ ਬਾਹਰ ਨਿਕਲੀ ਹੋਣੀ ਆ, ਜਾਂ ਉਹ ਮੁੰਡੇ ਨਾਲ ਕਿਉਂ ਸੀ, ਜਾਂ ਉਹ ਆਪਣੇ ਭਰਾ ਜਾਂ ਪਿਓ ਦੇ ਨਾਲ ਕਿਉਂ ਨਹੀਂ ਸੀ। ਬਟ ਤੁਸੀਂ ਦੇਖ ਲਓ ਇਹਨਾਂ ਸਾਰੇ ਜਿਹੜੇ ਕਹਿ ਲਓ ਵਾਹੀਆਤ ਲੌਜਿਕ ਜਿਹੜੇ ਸਾਰੇ ਦਿੱਤੇ ਜਾਂਦੇ ਆ, ਇਹਨਾਂ ਸਾਰਿਆਂ ਦਾ ਜੇ ਜਵਾਬ ਅਸੀਂ ਦੇਖੀਏ ਤਾਂ ਉਹ ਇਹਨਾਂ ਕੇਸਾਂ ਦੇ ਵਿੱਚ ਹੀ ਪਿਆ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ, ਸਾਡੇ ਸਮਾਜ ਵਿੱਚ ਰੇਪ ਹੁੰਦੀਆਂ ਕੁੜੀਆਂ ਦੀ ਕੋਈ ਉਮਰ ਸੀਮਾ ਨਹੀਂ ਹੈ। ਇਸ ਸਮਾਜ ਦੇ ਵਿੱਚ ਕੁਛ ਦਿਨਾਂ ਦੀ ਕੁੜੀ ਤੋਂ ਲੈ ਕੇ 90-95 ਸਾਲਾਂ ਤੱਕ ਦੀਆਂ ਬੁੜੀਆਂ ਦੇ ਨਾਲ ਰੇਪ ਹੁੰਦੇ ਆ। ਇਸ ਕਰਕੇ ਤੁਸੀਂ ਕਹੋ ਕਿ ਉਹ ਜਵਾਨ ਸੀਗੀ, ਉਹਨੇ ਕਿਸੇ ਨੂੰ ਉਕਸਾਇਆ ਹੋਣਾ ਹੈ, ਕੋਈ ਛੋਟਾ ਬੱਚਾ ਤਾਂ ਉਹ ਨਹੀਂ ਕਰੂਗਾ, ਤਾਂ ਫਿਰ ਤੁਹਾਡਾ ਉਹ ਲੌਜਿਕ ਕਿੱਥੇ ਗਿਆ? ਮਤਲਬ ਛੋਟੇ ਬੱਚੇ ਨੇ ਛੋਟੇ ਕੱਪੜਿਆਂ ਨੇ ਕਿਸੇ ਨੂੰ ਉਕਸਾਤਾ ਤਾਂ ਮੈਨੂੰ ਲੱਗਦਾ ਕਿ ਸਾਡੀ ਸੁਸਾਇਟੀ ਤੋਂ ਜ਼ਿਆਦਾ ਗਰਕ ਹੋਰ ਕੋਈ ਜਗ੍ਹਾ ਨਹੀਂ ਹੋ ਸਕਦੀ, ਹੈ ਨਾ। ਦੂਜਾ ਕਿਹਾ ਜਾਂਦਾ ਹੈ ਕਿ ਅੱਛਾ ਦੋਸਤ ਦੇ ਨਾਲ, ਮੁੰਡੇ ਦੇ ਨਾਲ ਬਾਹਰ ਕਿਉਂ ਸੀ, ਪਿਓ ਜਾਂ ਭਰਾ ਦੇ ਨਾਲ ਕਿਉਂ ਨਹੀਂ ਸੀ, ਆਪਦੇ ਪ੍ਰੋਟੈਕਟਰ ਦੇ ਨਾਲ ਕਿਉਂ ਨਹੀਂ ਸੀ। ਪਰ ਅਸੀਂ ਦੇਖਿਆ ਕਿ ਜ਼ਿਆਦਾਤਰ ਰੇਪ ਜਿਹੜੇ ਨੇ ਉਹ ਘਰਾਂ ਦੇ ਦਾਇਰੇ ਦੇ ਅੰਦਰ ਹੁੰਦੇ ਨੇ, ਜਾਂ ਕਹਿ ਲਓ ਕਿ ਜਿਹੜੇ ਤੁਹਾਡੇ ਨੋਨ ਲੋਕ ਨੇ, ਜਿਹੜੇ ਤੁਹਾਡੇ ਵਿਸ਼ਵਾਸ ਪਾਤਰ ਲੋਕ ਨੇ, ਉਹਨਾਂ ਦੁਆਰਾ ਕੀਤੇ ਜਾਂਦੇ ਨੇ। ਸਪੈਸ਼ਲੀ ਚਾਈਲਡ ਅਬਿਊਜ਼ ਜਾਂ ਚਾਈਲਡ ਰੇਪ ਦੇ ਕੇਸਿਸ 'ਚ ਦੇਖਿਆ ਗਿਆ ਪਿਓ, ਭਰਾ, ਚਾਚੇ, ਤਾਏ, ਰਿਸ਼ਤੇਦਾਰ, ਫੈਮਿਲੀ, ਫਰੈਂਡਸ ਉਹਨਾਂ ਵੱਲੋਂ ਹੁੰਦੇ ਨੇ। ਅਗੇਨ ਤੁਹਾਡਾ ਉਹ ਲੌਜਿਕ ਕਿੱਥੇ ਗਿਆ? ਤਾਂ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ, ਕਿਉਂਕਿ ਜਦੋਂ ਵੀ ਕੋਈ ਸੈਕਸ਼ੂਅਲ ਅਸੌਲਟ ਦੀ ਘਟਨਾ ਹੁੰਦੀ ਹੈ, ਰੇਪ ਦੀ ਘਟਨਾ ਹੁੰਦੀ ਹੈ, ਤਾਂ ਉਹਦੇ ਖਿਲਾਫ ਜਦੋਂ ਆਵਾਜ਼ ਉਠਾਈ ਜਾਂਦੀ ਹੈ, ਉਹਦੇ ਅਗੇਂਸਟ ਜਦੋਂ ਜੈਂਡਰ ਇਕੁਐਲਿਟੀ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਔਰਤਾਂ ਦੀ ਬਰਾਬਰਤਾ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਸਾਰੀਆਂ ਆਵਾਜ਼ਾਂ ਨੂੰ ਦਬਾਉਣ ਦੇ ਲਈ ਇਹ ਸਾਰੇ ਜਿਹੜੇ ਪੈਟਰੀਆਰਕਲ ਲੌਜਿਕ ਨੇ ਉਹ ਦਿੱਤੇ ਜਾਂਦੇ ਨੇ ਕਿ ਇਹ ਕਸੂਰ ਤਾਂ ਔਰਤਾਂ ਦਾ ਹੈ, ਇਹ ਤਾਂ ਉਹਨਾਂ ਨੂੰ ਠੀਕ ਰਹਿਣਾ ਚਾਹੀਦਾ। ਉਹ ਬਰਾਬਰਤਾ ਦੀ ਗੱਲ ਨਾ ਕਰਨ, ਉਹ ਆਪਦੀ ਆਜ਼ਾਦੀ ਦੀ ਗੱਲ ਨਾ ਕਰਨ, ਉਹਨਾਂ ਨੂੰ ਉਹ ਤਾਂ ਘਰਾਂ ਦੇ ਅੰਦਰ ਹੀ ਚੰਗੀਆਂ ਲੱਗਦੀਆਂ, ਉਹਨਾਂ ਨੂੰ ਰਾਤ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ। ਜਦਕਿ ਸਾਨੂੰ ਪਤਾ ਹੈ ਅਸੀਂ ਘਰਾਂ 'ਚ ਵੀ ਉਨੀ ਅਨਸੇਫ ਹੈ ਜਿੰਨੇ ਸ਼ਾਇਦ ਅਸੀਂ ਬਾਹਰ ਸੜਕ ਤੇ ਅਨਸੇਫ ਹੈ ਇਨ ਦਿਸ ਗਿਵਨ ਕੰਟੈਕਸਟ। ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਜਿਹੜੇ ਲੌਜਿਕ ਨੇ ਇਹ ਉਸੇ ਫਿਊਡਲ ਪੈਟਰੀਆਰਕਲ ਸੈਟਅਪ ਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਨੇ, ਜਿਹੜੇ ਕਿ ਨਹੀਂ ਚਾਹੁੰਦੇ ਕਿ ਇਸ ਸਮਾਜ ਦੇ ਵਿੱਚ ਜੈਂਡਰ ਇਕੁਐਲਿਟੀ ਹੋਵੇ, ਇਸ ਸਮਾਜ ਦੇ ਵਿੱਚ ਔਰਤਾਂ ਨੂੰ ਬਰਾਬਰਤਾ ਜਾਂ ਔਰਤਾਂ ਨੂੰ ਆਜ਼ਾਦੀ ਮਿਲੇ। ਤਾਂ ਮੈਨੂੰ ਲੱਗਦਾ ਕਿ ਇਹੀ ਇਹਦਾ ਜਵਾਬ ਹੈ। ਤੇ ਇਹਦਾ ਜੇ ਇਹਦੇ ਨਾਲ ਮੈਂ ਇੱਕ ਗੱਲ ਹੋਰ ਜੋੜਨਾ ਚਾਹੁੰਦਾ, ਉਹ ਇਹ ਹੈ ਕਿ ਜਿਹੜਾ ਪਿਛਲੇ ਕੁਝ 1-2 ਸਾਲਾਂ ਦੇ ਵਿੱਚ ਜਿਹੜੇ ਨਵੇਂ ਰੁਝਾਨ ਮੈਨੂੰ ਲੱਗਦਾ ਹੈ ਥੋੜੀ ਜਿਹੀ ਵੱਖਰੀ ਕਿਸਮ ਦੇ ਰੁਝਾਨ ਆ ਰਹੇ ਨੇ ਕਿ ਰੇਪ ਤੋਂ ਬਾਅਦ ਉਹਨੂੰ ਉਹਦੀ ਰੀੜ੍ਹ ਦੀ ਹੱਡੀ ਤੋੜਤੀ, ਜਾਂ ਉਹਦੀਆਂ ਅੱਖਾਂ ਦਾ ਨੁਕਸਾਨ ਕਰਤਾ, ਜਾਂ ਉਹਨੂੰ ਮਤਲਬ ਇਹੋ ਜਿਹੇ ਤਰੀਕੇ ਕੀਤੇ ਜਾਂਦੇ ਨੇ ਕਿ ਉਹਦੀ ਆਵਾਜ਼ ਮੁੜ ਕੇ ਬੁਲੰਦ ਨਾ ਹੋ ਸਕੇ, ਜਾਂ ਉਹਦਾ ਸਬੂਤ ਸਾਰੇ ਖਤਮ ਹੋ ਸਕਣ। ਮੈਨੂੰ ਲੱਗਦਾ ਇਹ ਵੀ ਕਿਤੇ ਨਾ ਕਿਤੇ ਇਸ ਡਿਵੈਲਪਮੈਂਟ ਦਾ ਹਿੱਸਾ ਹੀ ਹੈ ਸ਼ਾਇਦ, ਕਿ ਇਹਨੂੰ ਕਿਸੇ ਰੂਪ ਦੇ ਵਿੱਚ ਵੀ ਗਵਾਹੀ ਦੇਣ ਜੋਗਾ ਵੀ ਨਾ ਛੱਡਿਆ ਜਾਵੇ। ਬਿਲਕੁਲ ਬਿਲਕੁਲ, ਇਹਦੇ 'ਚ 2-3 ਫੈਕਟਰ ਹੈ। ਇੱਕ ਤਾਂ ਜਿਹੜੀ ਕਹਿ ਲਓ ਸਾਡਾ ਸਮਾਜ ਕਾਸਟ ਦੇ ਬੇਸਿਸ ਤੇ ਜੈਂਡਰ ਦੇ ਬੇਸਿਸ ਤੇ ਇੱਕ ਜਿਹੜੀ ਸੁਪੀਰੀਅਰਿਟੀ ਸਮਾਜ ਦੇ ਇੱਕ ਹਿੱਸੇ ਨੂੰ ਦੇ ਦਿੰਦਾ ਨਾ। ਕਾਸਟ ਦੇ ਮਾਇਨੇ 'ਚ ਗੱਲ ਕਰੀਏ ਤਾਂ ਅਪਰ ਕਾਸਟ, ਤੇ ਜੈਂਡਰ ਦੇ ਮਾਇਨੇ 'ਚ ਗੱਲ ਕਰੀਏ ਤਾਂ ਮਰਦਾਂ ਨੂੰ। ਤੇ ਜੇ ਐਜ਼ ਅ ਹੋਲ ਦੇਖੀਏ ਤਾਂ ਅਪਰ ਕਾਸਟ ਮਰਦਾਂ ਕੋਲੇ ਸਭ ਤੋਂ ਜ਼ਿਆਦਾ ਸੁਪੀਰੀਅਰਿਟੀ ਇਸ ਸਮਾਜ ਦੇ ਵਿੱਚ ਹੈਗੀ ਹੈ। ਇੱਕ ਤਾਂ ਜਿਹੜੀ ਉਹ ਸੈਂਸ ਆਫ ਸੁਪੀਰੀਅਰਿਟੀ ਹੈ ਕਿ ਅਸੀਂ ਸਭ ਤੋਂ ਉੱਚੇ ਹਾਂ, ਸਾਡਾ ਕੁਛ ਨਹੀਂ ਕੋਈ ਕਰ ਸਕਦਾ, ਅਸੀਂ ਜੋ ਚਾਹੇ ਅਸੀਂ ਇਸ ਸਮਾਜ ਦੇ ਵਿੱਚ ਕਰ ਸਕਦੇ ਹਾਂ। ਉਹ ਇੱਕ ਤਾਂ ਜਿਹੜੀ ਭਾਵਨਾ ਹੈ ਉਹ ਕਿਤੇ ਨਾ ਕਿਤੇ ਮਤਲਬ ਬਹੁਤ ਹੀ ਘਿਨੌਣੇ ਐਕਟ ਕਰਨ ਤੱਕ ਕਿਸੇ ਨੂੰ ਇੰਨੀ ਇੰਪਿਊਨਿਟੀ ਦੇ ਦਿੰਦੀ ਹੈ ਕਿ ਉਹ ਇੱਥੋਂ ਤੱਕ ਪਹੁੰਚ ਜਾਂਦਾ ਹੈ। ਤੇ ਦੂਜੀ ਜਿਹੜੀ ਚੀਜ਼ ਹੈ ਉਹ ਸਾਡੇ ਲਾਜ਼ ਦੇ ਵੀ ਫਲॉज ਹੈਗੇ ਨੇ। ਉਹ ਇਹੀ ਆ ਕਿ ਜਿਹੜੀ ਗੱਲ ਕਰਦੇ ਨੇ ਕਿ ਰੇਪ ਹੋਊਗਾ, ਮਤਲਬ ਜੇ ਰੇਪ ਹੋਣ ਤੋਂ ਬਾਅਦ ਉਹਨੇ ਗਵਾਹੀ ਦੇਤੀ ਕਿਸੇ ਨੇ,
ਤਾਂ ਉਹਨੂੰ ਫਾਂਸੀ ਦੀ ਸਜ਼ਾ ਜੋ ਵਾਰ-ਵਾਰ ਅਸੀਂ ਹਰ ਪ੍ਰੋਟੈਸਟਾਂ ਦੇ ਵਿੱਚ ਦੇਖਦੇ ਵੀ ਹਾਂ, ਜਿਹਦੇ ਖਿਲਾਫ ਮੈਂ ਇੱਕ ਵੀਡੀਓ ਵੀ ਬਣਾਈ ਸੀ ਵੀ ਕਿਉਂ ਸਾਨੂੰ ਰੇਪ ਕੇਸਿਸ ਦੇ ਵਿੱਚ ਈਵਨ ਇਨ ਜਨਰਲ ਫਾਂਸੀ ਦੀ ਸਜ਼ਾ ਦੀ ਮੰਗ ਨਹੀਂ ਕਰਨੀ ਚਾਹੀਦੀ। ਤਾਂ ਉਹ ਵੀ ਇਹਦੇ ਚ ਇੱਕ ਵੱਡਾ ਰੋਲ ਪਲੇ ਕਰਦੀ ਹੈ ਜਿਹੜੀ ਫਾਂਸੀ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ ਰੇਪ ਕੇਸਿਸ ਦੇ ਵਿੱਚ, ਕਿ ਬਹੁਤ ਸਾਰੇ ਜਿਹੜੇ ਰੇਪਿਸਟ ਨੇ ਉਹ ਇਹ ਮਤਲਬ ਮੈਂ ਨਹੀਂ ਕਹਿ ਰਹੀ, ਇਹ ਬਹੁਤ ਸਾਰੇ ਐਕਟਿਵਿਸਟ, ਲੀਗਲ ਐਕਟਿਵਿਸਟ ਜਿਨ੍ਹਾਂ ਨੇ ਕਹਿ ਲਓ ਜੈਂਡਰ ਇਸ਼ੂਜ਼ ਦੇ ਉੱਤੇ, ਰੇਪ ਦੇ ਇਸ਼ੂਜ਼ ਦੇ ਉੱਤੇ ਕੰਮ ਕੀਤਾ, ਇਹ ਉਹਨਾਂ ਦਾ ਖੁਦ ਦਾ ਮੰਨਣਾ ਹੈ ਕਿ ਮੌਤ ਦੀ ਜਿਹੜੀ ਸਜ਼ਾ, ਫਾਂਸੀ ਦੀ ਜਿਹੜੀ ਸਜ਼ਾ, ਉਹ ਬਹੁਤ ਸਾਰੇ ਰੇਪਿਸਟ ਨੂੰ ਉਹਨਾਂ ਨੂੰ ਵਿਕਟਿਮਸ ਨੂੰ ਮਰਡਰ ਕਰਨ ਲਈ ਪ੍ਰੈਸ਼ਰਾਈਜ਼ ਕਰਦੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਇਹ ਜਿਉਂਦੀ ਰਹੀ, ਜੇ ਇਹਨੇ ਸਾਡੇ ਖਿਲਾਫ ਗਵਾਹੀ ਦਿੱਤੀ ਤਾਂ ਸਾਨੂੰ ਫਾਂਸੀ ਦੀ ਸਜ਼ਾ ਹੋਊਗੀ। ਤਾਂ ਉਹ ਵੀ ਇੱਕ ਐਂਗਲ ਹੈ ਜਿਹਦੇ ਤੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਫਾਂਸੀ ਦੀ ਸਜ਼ਾ ਦੀ ਮੰਗ ਨਹੀਂ ਕਰਨੀ ਚਾਹੀਦੀ, ਜਦਕਿ ਉਹਦੇ ਹੋਰ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸੇਫ ਕਰ ਲੈਂਦੇ ਨੇ ਕਿਸੇ ਇੱਕ ਜਾਂ ਦੋ ਨੂੰ ਫਾਂਸੀ ਦੀ ਸਜ਼ਾ ਦੇ ਕੇ, ਮਤਲਬ ਸਮਾਜ ਆਪਣੇ ਆਪ ਨੂੰ ਸੇਫ। ਬਿਲਕੁਲ ਵੱਡਾ ਲੌਜਿਕ ਹੈ, ਉਹ ਲੰਬਾ ਚੌੜਾ ਇੱਕ ਅਲੱਗ ਤੋਂ ਟੌਪਿਕ ਹੈ ਕਿ ਕਿਉਂ ਫਾਂਸੀ ਦੀ ਸਜ਼ਾ ਦੀ ਮੰਗ ਗਲਤ ਹੈ, ਬਟ ਉਹਦੇ ਚੋਂ ਇੱਕ ਐਸਪੈਕਟ ਇਹ ਵੀ ਹੈ ਜੀ। ਕਮਲਜੀਤ ਮੈਡਮ, ਹੁਣ ਮੈਂ ਦੁਬਾਰਾ ਫਿਰ ਤੁਹਾਡੇ ਵੱਲ ਆਉਣਾ ਚਾਹੁੰਦਾ, ਉਹ ਇਹ ਹੈ ਕਿ ਆਮ ਤੌਰ ਤੇ ਜਿਹੜੇ ਰੇਪ ਹੁੰਦੇ ਨੇ ਉਹਦੇ ਪਿੱਛੇ ਇੱਕ ਜਿਹੜੀ ਵੱਡੀ ਕੈਟਾਗਰੀ ਹੈ ਉਹ ਹੈ ਜਦੋਂ ਦੰਗੇ ਫਸਾਦ ਹੁੰਦੇ ਨੇ, ਉਹ ਚਾਹੇ 47 ਦਾ ਮਸਲਾ ਹੈ, ਤੇ ਚਾਹੇ ਨਾਜੀਆਂ ਦਾ ਮਸਲੇ ਨੇ, ਤੇ ਚਾਹੇ ਦਿੱਲੀ ਦੰਗੇ ਹੋਏ ਨੇ, ਜਾਂ ਹੋਰ ਬਹੁਤ ਥਾਵਾਂ ਤੇ ਜਿੱਥੇ ਜਿੱਥੇ ਵੀ ਵਾਪਰਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਜਾਤੀਗਤ ਜਾਂ ਧਰਮ ਵਾਲੀ ਹੈਂਕੜ ਵੱਧ ਜ਼ਿੰਮੇਵਾਰ ਹੈ, ਬਦਲਾ ਵੱਧ ਜ਼ਿੰਮੇਵਾਰ ਹੈ, ਜਾਂ ਸੈਕਸੁਅਲ ਕਾਰਨ ਵੱਧ ਜ਼ਿੰਮੇਵਾਰ ਨੇ? ਦੋਨਾਂ ਚੋਂ ਕਿਹੜੀ ਚੀਜ਼ ਵੱਧ ਜ਼ਿੰਮੇਵਾਰ ਹੈ ਜਿਹੜੇ ਇਹ ਵੱਡੇ ਵਰਤਾਰੇ ਵਾਪਰ ਰਹੇ ਨੇ? ਦੀਪ ਜੀ, ਮੈਂ ਆਪਣੀ ਇਸ ਗੱਲ ਨੂੰ ਕਹਿਣ ਤੋਂ ਪਹਿਲਾਂ ਮੈਂ ਥੋੜੀ ਜਿਹੀ ਇੱਕ ਗੱਲ ਜਿਹੜੀ ਕਰਨਾ ਇਹ ਚਾਹਨੀ ਹੈ ਕਿ ਜਦੋਂ ਅਸੀਂ ਪਾਵਰ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਭੋਗਣ ਦੀ ਵਸਤੂ ਔਰਤ ਨੂੰ ਕਹਿੰਦੇ ਹਾਂ, ਜਦੋਂ ਔਰਤ ਨੂੰ ਇੱਕ ਵੀਕ ਸੈਕਸ ਦੇ ਤੌਰ ਤੇ ਗੱਲ ਕਰਦੇ ਹਾਂ, ਮੈਂ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੇ ਲਈ ਇਹ ਗੱਲ ਕਰਦੇ ਹਾਂ, ਇੱਕ ਛੋਟੀ ਜਿਹੀ ਗੱਲ ਨਾਲ ਸ਼ਾਇਦ ਉਹ ਸਮਝ ਜਾਣਗੇ। ਵੱਡੀਆਂ ਅਸੀਂ ਜਦੋਂ ਫਿਲਾਸਫੀਕਲ ਗੱਲਾਂ ਕਰਦੇ ਹਾਂ, ਸਾਡਾ ਜਨ ਮਾਸਿਸ ਉਸ ਤਰ੍ਹਾਂ ਜਿਹੜਾ ਹੈ ਜਨ ਸਧਾਰਨ ਨਹੀਂ ਸਮਝਦਾ ਕਿ ਦੋ ਮਰਦਾਂ ਦੀ ਲੜਾਈ ਹੁੰਦੀ ਹੈ ਤੇ ਗਾਲ ਭੈਣ ਦੀ ਜਾਂ ਮਾਂ ਦੀ ਕੱਢਦੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ। ਇਹ ਕਿਉਂ ਹੈ? ਕਿਉਂਕਿ ਉਹ ਜਿਹੜੀ ਔਰਤ ਦੇ ਨਾਲ ਜਿਹੜਾ ਹੈ ਇੱਕ ਜਿਹੜਾ ਸੋ ਕਾਲਡ ਜਿਹੜਾ ਇੱਕ ਇੱਜ਼ਤ ਦਾ ਮਾਮਲਾ ਜੋੜ ਦਿੱਤਾ ਗਿਆ। ਇਹ ਵੀ ਗੱਲ ਹੈ ਕਿ ਜਿਹੜਾ ਜਦੋਂ ਤੱਕ ਨਿਰਭਇਆ ਤੋਂ ਬਾਅਦ ਥੋੜੀ ਜਿਹੀ ਮਾਨਸਿਕਤਾ 'ਚ 5% ਫਰਕ ਹੋਇਆ ਕਿ ਸ਼ੇਮ ਜਿਹੜੀ ਹੈ ਉਹ ਕਰਨ ਵਾਲੇ ਨੂੰ ਚਾਹੀਦੀ ਹੈ। ਪਹਿਲਾਂ ਉਦੋਂ ਤੱਕ ਜਾਂ ਸਾਡੇ ਪ੍ਰਿਮਿਟਿਵ ਵਿੱਚ ਜਾਂ ਬਿਫੋਰ ਇੰਡੀਪੈਂਡੈਂਸ ਜਾਂ ਦਾ ਫਰਸਟ 2-3 ਡਿਕੇਡਸ ਆਫ ਜਦੋਂ ਸਾਡਾ 1983 ਦੇ ਵਿੱਚ ਮਥੁਰਾ ਜਿਹੜਾ ਰੇਪ ਕੇਸ ਦੀ ਵਰਡਿਕਟ ਨਹੀਂ ਸੀ ਆਈ ਸੁਪਰੀਮ ਕੋਰਟ ਵੱਲੋਂ, ਉਦੋਂ ਤੱਕ ਇਹ ਸਮਝਿਆ ਗਿਆ ਕਿ ਜਿਹੜੀ ਕੁੜੀ ਨਾਲ ਰੇਪ ਹੋ ਰਿਹਾ ਉਹਦਾ ਹੀ ਕਸੂਰ ਹੈ। ਇਹ ਜਿਹੜਾ ਹੈ ਮਥੁਰਾ ਰੇਪ ਕੇਸ 'ਚ, ਰਮੀਜ਼ਾ ਬੀ ਦੇ ਕੇਸ ਦੇ ਵਿੱਚ, ਫਿਰ ਉਸ ਤੋਂ ਬਾਅਦ ਵੱਡਾ ਕੇਸ ਜਿਹੜਾ ਲਾਈਮਲਾਈਟ 'ਚ ਆਇਆ ਜਿਹਨੇ ਇੱਕ ਲਾਅ ਮੇਕ ਕੀਤਾ, ਵਿਸ਼ਾਖਾ ਸਾਡੀ ਐਡਵੋਕੇਟ ਸੀ, ਔਰ ਭਾਂਬਰੀ ਦੇਵੀ ਦਾ ਜਿਹੜਾ ਕੇਸ ਸੀ ਵਿਸ਼ਾਖਾ ਜਿਹੜਾ ਹੈ ਦਾ ਰੇਪ ਕੇਸ ਜਿਹੜਾ ਵਿਸ਼ਾਖਾ ਜੱਜਮੈਂਟ ਦੇ ਕਰਕੇ ਅਸੀਂ ਜਾਣਦੇ ਹਾਂ ਉਹਨੂੰ, ਐਟਸ ਦਾ ਸੈਕਸੁਅਲ ਹਰਾਸਮੈਂਟ ਐਟ ਵਰਕ ਪਲੇਸ ਕਾਨੂੰਨ ਬਣਿਆ ਜੀ। ਮੈਂ ਇਹ ਕਹਿਣਾ ਚਾਹਨੀ ਹਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਗੱਲ ਇਹ ਈਵਨ ਕਿ ਭਾਂਬਰੀ ਦੇਵੀ ਦੇ ਕੇਸ ਦੇ ਵਿੱਚ ਆਈ ਕਲੋਜ਼ ਟੂ ਵਾਚ ਦਾ ਭਾਂਬਰੀ ਦੇਵੀ ਕੇਸ ਕਿ ਉਹਦੇ 'ਚ ਵੀ ਜੱਜਮੈਂਟ ਦੇ ਵਿੱਚ ਪਹਿਲਾਂ ਇਹ ਗੱਲ ਲੋਅਰ ਕੋਰਟ ਨੇ, ਹਾਈ ਕੋਰਟ ਨੇ, ਅਜੇ ਵੀ ਸੁਪਰੀਮ ਕੋਰਟ 'ਚ ਪੈਂਡਿੰਗ ਹੈ ਕੇਸ। I met Pambri Devi in the 2019 ਜੈਪੁਰ ਕਾਨਫਰੰਸ ਦੇ ਵਿੱਚ, ਉਹਨੇ ਇਨੈਗਰਲ ਕੀਤਾ ਉਸਨੂੰ। ਜਿਹੜਾ ਤੁਸੀਂ ਗੱਲ ਇਹ ਕਹਿ ਰਹੇ ਹੋ ਨਾ ਕਿ ਜਿਹੜੀ ਨਵਕਿਰਨ ਕਹਿ ਰਹੀ ਸੀ ਕਿ ਫਾਂਸੀ ਦੀ ਸਜ਼ਾ ਦਾ, ਇਹਨੂੰ ਆਪਾਂ ਗੱਲ ਕਰ ਸਕਦੇ ਹਾਂ। ਭਾਂਬਰੀ ਦੇਵੀ ਨਾਲ ਗੱਲ ਹੋਈ ਔਰ ਉਹ ਕਹਿੰਦੀ ਮੈਂ ਨਹੀਂ ਚਾਹੁੰਦੀ ਫਾਂਸੀ ਦੀ ਸਜ਼ਾ ਹੋਵੇ। ਇਹਦਾ ਇੱਕ ਅਲੱਗ ਪਹਿਲੂ ਹੈ। ਜਿਹੜੀ ਗੱਲ ਤੁਸੀਂ ਆਪਾਂ ਜਿਹੜਾ ਸਵਾਲ ਤੁਸੀਂ ਉਠਾਇਆ ਹੈ, ਇਹ ਸਵਾਲ ਇਹ ਹੈ ਕਿ ਅਸੀਂ ਕੀ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਸਾਡੀਆਂ ਅੱਜ ਵਾਪਰ ਰਹੀਆਂ ਘਟਨਾਵਾਂ ਨੇ, ਇਹਨਾਂ ਨੂੰ ਕੀ ਇਹ ਪਹਿਲਾਂ ਨਹੀਂ ਸੀ? ਭਾਂਬਰੀ ਦੇਵੀ ਕੇਸ ਵਿੱਚ ਵੀ ਇਹੀ ਕਿਹਾ ਗਿਆ ਕਿ ਇਹ ਉੱਚੀ ਕਾਸਟ ਦਾ ਨੀਵੀਂ ਕਾਸਟ ਨਾਲ ਜਿਹੜਾ ਹੈ ਰੇਪ ਨਹੀਂ ਕਰ ਸਕਦਾ। ਮਥੁਰਾ ਜੱਜਮੈਂਟ ਦੇ ਵਿੱਚ ਵੀ ਇਹੀ ਕਿਹਾ ਗਿਆ।
ਰਮੀਜ਼ਾ 20 ਦੀ ਜਜਮੈਂਟ 'ਚ ਵੀ ਇਹੀ ਕਿਹਾ ਗਿਆ। ਨਿਰਭਇਆ ਦੇ ਵਿੱਚ ਇੱਕ ਹੋਰ ਡਿਸਕੋਰਸ ਜਿਹੜਾ ਹੈ ਸ਼ੁਰੂ ਕਰ ਲਿਆ ਗਿਆ ਕਿ ਕੁੜੀਆਂ ਬਾਹਰ ਨਿਕਲਦੀਆਂ ਕਿਉਂ ਨਹੀਂ। ਨਵਕਿਰਨ ਨੇ ਇਹ ਸਵਾਲ ਉਠਾਇਆ ਕਿ ਕੁੜੀ ਕੱਲੀ ਆਪਣੇ ਭਰਾ ਨਾ ਜਾਵੇ, ਆਪਣੇ ਪਿਓ ਨਾ ਜਾਵੇ। ਉਹ ਕੱਲੀ ਆਇਡੈਂਟੀਟੀ ਜਿਹੜੀ ਐਂਟੀਟੀ ਹੈ, ਇੱਕ ਇੰਡੀਵਿਜੂਅਲ ਜਿਹੜਾ ਇੱਕ ਉਹਦੀ ਹੈਸੀਅਤ ਹੈ, ਉਹਨੂੰ ਔਰਤ ਨੂੰ ਮੰਨਿਆ ਹੀ ਨਹੀਂ ਜਾਂਦਾ। ਇਹ ਗੱਲ ਜਿਹੜੀ ਹੈ ਸਾਡੇ ਸਮਾਜ ਦੇ ਵਿੱਚ ਸਵੀਕਾਰ ਨਹੀਂ ਕੀਤੀ ਗਈ ਕਿ ਔਰਤ ਇਕੱਲੇ ਵਿਚਰ ਸਕਦੀ ਹੈ, ਔਰਤ ਇਕੱਲੇ ਜਾ ਸਕਦੀ ਹੈ। ਤੇ ਜਦੋਂ ਅੱਜ ਹਾਥਰਸ ਵਾਲਾ ਕੇਸ ਹੋ ਰਿਹਾ ਹੈ, ਉਹਨੂੰ ਵੀ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਤਾਂ ਜੀ ਉਹ ਮੁੰਡੇ ਦੇ ਨਾਲ ਸੀ, ਉਹਨੇ ਆਪ ਬੁਲਾਇਆ ਸੀ, ਫਿਰ ਉਹ ਤੋਂ ਚਿੱਠੀ ਲਿਖਾ ਦਿੱਤੀ ਗਈ ਮੁੰਡੇ ਤੋਂ, ਕਿਉਂਕਿ ਮੇਰੀ ਗੱਲਬਾਤ ਹੋਈ, ਜਿਹੜੀ ਸਾਡੀ ਟੀਮ ਜਾ ਕੇ ਉੱਥੇ 3 ਮੈਂਬਰੀ ਟੀਮ, ਐਨੀ ਰਾਜਾ, ਸ਼ਬਨਮ ਹਾਸ਼ਮੀ ਤੇ ਸਾਡੇ ਆਸ਼ਾ ਜੀ ਜਿਹੜੇ ਜਾ ਕੇ ਆਏ ਨੇ ਉੱਥੇ, ਔਰ ਉਹ ਡਾਕਟਰਾਂ ਨਾਲ ਗੱਲ ਕੀਤੀ, ਉਹਨਾਂ ਦੇ ਫੈਮਿਲੀ ਮੈਂਬਰਸ ਨਾਲ ਗੱਲ ਕੀਤੀ। ਉਹ ਪੂਰੇ ਦੇ ਪੂਰੇ ਉੱਥੇ 10 ਘੰਟੇ ਬਿਤਾ ਕੇ ਆਏ ਨੇ। ਤਾਂ ਉੱਥੇ ਵੀ ਉਹ ਮੁੰਡੇ ਤੋਂ ਜਿਹੜਾ ਹੈ, ਇੱਥੇ ਕੌਣ ਇਨਵੋਲਵ ਹੈ? ਰਾਜ ਸੱਤਾ, ਜਿਨ੍ਹਾਂ ਦੇ ਕੋਲ ਪਾਵਰ ਹੈ। ਮੈਂ ਪਹਿਲੇ ਹੀ ਆਪਣੇ ਸਵਾਲ ਦੇ ਵਿੱਚ ਕਿਹਾ ਸੀ ਕਿ ਜਿਹੜੀ ਪਾਵਰ ਹੈ, ਚਾਹੇ ਉਹ ਧਰਮ ਦੀ ਪਾਵਰ ਹੋਏ, ਚਾਹੇ ਰਾਜ ਸੱਤਾ ਦੀ ਪਾਵਰ ਹੋਏ, ਚਾਹੇ ਪੈਸੇ ਦੀ ਪਾਵਰ ਹੋਏ, ਚਾਹੇ ਲੈਂਡਲੋਰਡ ਦੀ ਪਾਵਰ ਹੋਏ, ਉਹ ਪੈਟਰਨਾਈਜ਼ ਕਰਦੀ ਹੈ ਇਹਨਾਂ ਗੁਨਾਹਾਂ ਨੂੰ। ਤੇ ਅੱਜ ਹਾਥਰਸ ਕੇਸ ਦੇ ਵਿੱਚ ਵੀ ਉਸ ਕੇਸ ਨੂੰ ਡਿਲੂਟ ਕੀਤਾ ਜਾ ਰਿਹਾ, ਉਲਝਾਇਆ ਜਾ ਰਿਹਾ ਹੈ ਕਿ ਨਹੀਂ, ਇਹ ਕੁੜੀ ਤਾਂ ਪਹਿਲਾਂ ਤੋਂ ਹੀ ਉਸ ਮੁੰਡੇ ਦੇ ਨਾਲ ਇਹਦੇ ਗੱਲਬਾਤ ਸੀ। ਜਦੋਂ ਕਿ ਉਹਦੀ ਮਾਂ ਨੇ ਇਹ ਗੱਲ ਕਿਹਾ ਕਿ 6 ਮਹੀਨੇ ਤੋਂ ਕੁੜੀ ਬਾਹਰ ਨਹੀਂ ਨਿਕਲ ਰਹੀ ਸੀ, ਕਿ ਉਹਨੂੰ ਤੰਗ ਪਰੇਸ਼ਾਨ ਦਾ ਪਿੱਛਾ ਕੀਤਾ ਜਾ ਰਿਹਾ ਸੀ। ਜੇ ਅਸੀਂ ਕਾਨੂੰਨ ਦੇ ਵਿੱਚ ਆਈਏ, ਕਾਨੂੰਨ ਇਹ ਕਹਿੰਦਾ ਕਿ ਪਿੱਛਾ ਕਰਨਾ, ਰਿਮਾਰਕਸ ਕੱਸਣਾ, ਇਹ ਵੀ ਸੈਕਸੁਅਲ ਹਰਾਸਮੈਂਟ ਚ ਆਉਂਦਾ ਹੈ। ਤੇ ਅੱਜ ਜਦੋਂ ਜਿਹੜਾ ਉਨਾਓ ਕੇਸ ਸੀ, ਉਹਦੇ ਚ ਜਿਹੜਾ ਕੁਲਦੀਪ ਸਿੰਗਰ ਸੀ, ਉਹਨੇ ਪਹਿਲਾਂ ਉਹਨੂੰ ਨੌਕਰੀ ਦੇ ਝਾਂਸੇ ਦੇ ਵਿੱਚ ਬੁਲਾਇਆ। ਆਸਿਫਾ ਦਾ ਕੇਸ ਜਿਹੜਾ ਸਾਡਾ ਜਿਹੜਾ ਉੱਥੇ ਜੰਮੂ ਦੇ ਵਿੱਚ ਹੋਇਆ, ਉਹ ਜਿਹਨੂੰ ਅਸੀਂ ਪਵਿੱਤਰ ਜਗ੍ਹਾ ਮੰਦਿਰ ਦੇ ਵਿੱਚ ਉਸਦਾ ਰੇਪ ਹੋਇਆ ਕੁੜੀ ਦਾ। ਸੋ ਇਹ ਔਰ ਫਿਰ ਉਸ ਰੇਪ ਕਰਨ ਵਾਲਿਆਂ ਦੇ ਹੱਕ ਦੇ ਵਿੱਚ ਹਿੰਦੁਸਤਾਨ ਦੀ ਜਿਹੜੇ ਚੁਣੇ ਹੋਏ ਨੁਮਾਇੰਦੇ ਸਨ, ਉਹਦੀ ਜੰਮੂ ਕਸ਼ਮੀਰ ਜਿਹੜੀ ਅਸੈਂਬਲੀ ਦੇ, ਉਹਨਾਂ ਨੇ ਸਾਡੀ ਹਿੰਦੁਸਤਾਨ ਦੇ ਜਿਹੜੀ ਸਾਡਾ ਨੈਸ਼ਨਲ ਫਲੈਗ ਲੈ ਕੇ ਉਹਦੇ ਹੱਕ ਵਿੱਚ ਮਾਰਚ ਕੀਤਾ। ਔਰ ਉਹਦੀ ਜਿਹੜੀ ਪਹਿਲੀ ਜਿਹੜੀ ਸਾਡੀ ਸੀ, ਉਹਨੂੰ ਕਿਵੇਂ ਪ੍ਰੈਸ਼ਰਾਈਜ਼ ਕੀਤਾ ਗਿਆ। ਜਿਹੜੀ ਸਾਡੀ ਉਹਦੀ ਆਸਿਫਾ ਦੀ ਜਿਹੜੀ ਵਕੀਲ ਸੀ, ਉਹਨੂੰ ਪ੍ਰੈਸ਼ਰਾਈਜ਼ ਕਰਕੇ ਉਹਨੂੰ ਹਟਾਇਆ ਗਿਆ ਉਹਦੇ ਚੋਂ, ਉਹਦੇ ਘਰ ਦੇ ਵਿੱਚ ਪੱਥਰਬਾਜ਼ੀ ਕੀਤੀ ਗਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਗੱਲ ਕਹਿਣਾ ਚਾਹ ਰਹੀ ਹਾਂ ਆਨ ਦੀ ਹੋਲ, ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਸਾਡੀ ਉਹ ਮਾਨਸਿਕਤਾ ਕੰਮ ਕਰ ਰਹੀ ਹੈ, ਜਿਹੜੀ ਔਰਤ ਦੇ ਮਸਲੇ ਨੂੰ, ਔਰਤ ਦੀ ਆਇਡੈਂਟੀਟੀ ਨੂੰ ਉਹ ਬਰਾਬਰ ਦਾ ਦਰਜਾ ਨਹੀਂ ਦਿੰਦੀ, ਉਹਨੂੰ ਸੈਕੰਡ ਸਿਟੀਜ਼ਨ ਦੇ ਤੌਰ ਤੇ ਗਰਦਾਨਦੀ ਹੈ, ਉਹਨੂੰ ਅਧੀਨਗੀ ਦੇ ਤੌਰ ਤੇ ਗਰਦਾਨਦੀ ਹੈ। ਉਹਨੂੰ ਖਾਸ ਕਰਕੇ ਹੁਣ ਦੀ ਰਾਜ ਸੱਤਾ ਇਹ ਕਹਿ ਰਹੀ ਕੁੜੀਆਂ ਦਾ ਜਿਹੜਾ ਹੈ ਉਹ ਤਾਂ ਘਰ ਹੈ, ਬੱਚੇ ਪੈਦਾ ਕਰਨੇ ਆ, ਉਹ ਬਾਹਰ ਨਹੀਂ ਜਾ ਸਕਦੀ, ਉਹ ਪੜ੍ਹਾਈ ਇਹ ਕੁੜੀਆਂ ਬੋਲਦੀਆਂ ਨੇ। ਇਹ ਸਾਰੀ ਗੱਲ ਜਿਹੜੀ ਹੈ, ਕੁੜੀ ਨੂੰ ਕੀ ਨਾ ਕਹਿਣ ਦਾ ਅਧਿਕਾਰ ਹੈ ਅੱਜ। ਜੇਕਰ ਅਸੀਂ ਜਿਹੜੀ ਹੈ ਗੱਲ ਕਰਾਂਗੇ ਕਿ ਜੇ ਪਹਿਲਾਂ ਕਿਸੇ ਮੁੰਡੇ ਦੇ ਨਾਲ ਉਹਦੀ ਦੋਸਤੀ ਹੈ ਤੇ ਉਸ ਤੋਂ ਬਾਅਦ ਉਹ ਨਹੀਂ ਉਹਦੇ ਨਾਲ ਰਿਲੇਸ਼ਨ ਰੱਖਣਾ ਚਾਹੁੰਦੀ, ਤੇ ਜਿਹੜਾ ਤੇਜ਼ਾਬ ਉੱਤੇ ਛਿੜਕ ਦੇਣਾ ਜਾਂ ਜਿੰਨੇ ਸਾਡੇ ਜਿਹੜੇ ਆ ਉਹ ਘਟਨਾਵਾਂ ਕਿੱਥੋਂ ਹੋਈਆਂ? ਉਹ ਹੋਈਆਂ ਨਾ ਕਹਿਣ ਦੇ ਵਿੱਚ। ਉਹ ਕਹਿੰਦਾ ਤੇਰੀ ਹਸਤੀ ਨਹੀਂ ਹੈ ਕਿ ਤੂੰ ਨਾ ਕਵੇਂ। ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਔਰਤ ਨੂੰ ਨਗੂਣਾ, ਅਧੀਨ ਔਰ ਉਹਨੂੰ ਬਰਾਬਰ ਦਾ ਇੱਕ ਜਿਹੜਾ ਨਾਗਰਿਕ ਨਹੀਂ ਸਮਝਿਆ ਜਾ ਰਿਹਾ। ਕਾਨੂੰਨ ਸਾਡਾ ਕਹਿ ਰਿਹਾ ਹੈ, ਪਰ ਜਿਹੜਾ ਸਮਾਜਿਕ ਮਾਨਸਿਕਤਾ ਹੈ, ਈਵਨ ਕਿ ਜਦੋਂ ਥਾਣੇ ਦੇ ਵਿੱਚ ਕੁੜੀ ਕੇਸ ਲੈ ਕੇ ਜਾਂਦੀ ਹੈ, ਜਿੰਨਾ ਗੱਲਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ। ਆਈ ਮੈਟ ਸੋ ਮੈਨੀ ਗਰਲਸ, ਕਿ ਕਿੰਨੇ ਕੇਸ ਨੇ, ਕਿਵੇਂ ਉਹਨੂੰ ਕਹਿੰਦੇ ਲੈ ਹੁਣ ਆ ਗਈ ਹੈ, ਇਹ ਘਰ ਤੋੜਦੀ ਹੈ, ਤੁਸੀਂ ਟਿਕ ਕੇ ਨਹੀਂ ਰਹਿੰਦੀਆਂ ਆਜ਼ਾਦ। ਔਰ ਇੱਕ ਦੀਪ ਜੀ ਹੋਰ ਬੜਾ ਵਰਤਾਰਾ ਜਿਹੜੀ ਹੈ ਨਵਕਿਰਨ ਜਾਣਦੀ ਹੈ ਕਿ ਇਹ ਕੁੜੀਆਂ ਨੂੰ ਇੰਨਾ ਨਾ ਪੜਾਓ, ਇਹ ਆਜ਼ਾਦ ਹੋ ਜਾਂਦੀਆਂ। ਮਤਲਬ ਇਹ ਐਂਟੀ ਐਜੂਕੇਸ਼ਨ ਕਿੰਨਾ ਵੱਡਾ ਜਿਹੜਾ ਇਹ ਹੈ ਕਿ ਸਾਡੀ ਐਜੂਕੇਸ਼ਨ ਸਾਡਾ ਦਿਮਾਗ ਖਰਾਬ ਕਰਦੀ ਹੈ। ਇਹ ਨਹੀਂ ਕਿ ਜਿਹੜੀ ਸਾਡੀ ਪਿੱਤਰ ਸੱਤਾ ਹੈ, ਸਾਡੀਆਂ ਪ੍ਰਾਤਨ ਜਿਹੜੀਆਂ ਬੇੜਾ ਬਿਹਾ ਚੁੱਕੀਆਂ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਉਹ ਕੁਐਸਚਨ ਕਰ ਰਹੀ ਹੈ। ਬਿਲਕੁਲ 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 ਬਿਲਕੁਲ। ਸੋ ਇਹ ਸਾਰੇ ਇੱਕ ਪਹਿਲੂ ਨੇ। ਆਪਾਂ ਹੁਣ ਆਖਰੀ ਰਾਉਂਡ ਵੱਲ ਵੱਧਦੇ ਹਾਂ, ਆਪਾਂ ਇਹਦੇ ਹੱਲ ਬਾਰੇ ਕੁਝ ਗੱਲਬਾਤ ਕਰਦੇ ਹਾਂ।
ਨਵਕਿਰਨ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਯੂਥ ਦੇ ਵਿੱਚ ਕੰਮ ਕਰ ਰਹੇ ਹੋ ਇਸ ਵੇਲੇ, ਜੈਂਡਰ ਦੇ ਆਧਾਰ ਤੇ ਮੁੰਡੇ ਤੇ ਕੁੜੀ ਦਾ ਆਪਸ ਤੋਂ ਦੂਰ ਰਹਿਣਾ ਵੀ ਇਸ ਮਸਲੇ ਦਾ ਇੱਕ ਵੱਡਾ ਕਾਰਨ ਹੈ। ਜਿਵੇਂ ਜਿਵੇਂ ਕੋਈ ਕੋ ਐਜੂਕੇਸ਼ਨ ਜਾਂ ਇਸ ਕਿਸਮ ਦੀਆਂ ਚੀਜ਼ਾਂ ਆਉਂਦੀਆਂ ਨੇ, ਜਾਂ ਸੈਕਸ ਐਜੂਕੇਸ਼ਨ ਆਉਂਦੀ ਹੈ, ਤਾਂ ਸ਼ਾਇਦ ਇਹਦੇ ਵਿੱਚ ਕੁਝ ਹੱਲ ਇਹਦੇ ਨਿਕਲਣ, ਕੋਈ ਡਿਬੇਟ ਚੱਲੇ, ਕੋਈ ਚਰਚਾ ਚੱਲੇ, ਨੇੜੇ ਹੋਣ ਇੱਕ ਦੂਜੇ ਦੇ। ਤੁਸੀਂ ਇਸ ਮਸਲੇ ਨੂੰ ਕਿਵੇਂ ਸਮਝਦੇ ਹੋ, ਕਾਨੂੰਨੀ ਹੱਲ ਤੋਂ ਬਿਨਾਂ, ਬਾਕੀ ਹੱਲਾਂ ਦੇ ਤੌਰ ਤੇ? ਬਿਲਕੁਲ, ਕਿਉਂਕਿ ਜੇ ਮਾਮਲਾ ਸੋਸਾਇਟੀ 'ਚ ਇਸ ਵੱਡੇ ਲੈਵਲ ਤੇ ਫੈਲਿਆ ਹੋਇਆ, ਤਾਂ ਸਾਨੂੰ ਲੀਗਲ ਐਕਸ਼ਨ ਲੈਣ ਤੋਂ ਇਲਾਵਾ ਉਹਦੇ ਸੋਸ਼ਲ ਹੱਲ ਵੀ ਲੱਭਣੇ ਪੈਣਗੇ। ਤੇ ਉਹਦੇ 'ਚ ਤੁਸੀਂ ਬਿਲਕੁਲ ਇਹ ਇੱਕ ਜਿਹੜਾ ਪੱਖ ਸਹੀ ਫੜਿਆ ਕਿ ਕੋ ਐਜੂਕੇਸ਼ਨ ਉਹਦਾ ਇੱਕ ਤਰੀਕਾ ਹੋ ਸਕਦਾ, ਪਰ ਉਹਦੇ 'ਚ ਵੀ ਮੈਂ ਇਹ ਜ਼ਰੂਰ ਸਮਝਦੀ ਹਾਂ ਕਿ ਕੋ ਐਜੂਕੇਸ਼ਨ ਦੇ ਵਿੱਚ ਵੀ ਅਸੀਂ ਕਿਸ ਤਰੀਕੇ ਦੀ ਐਜੂਕੇਸ਼ਨ ਉਹਨਾਂ ਨੂੰ ਦੇ ਰਹੇ ਹਾਂ, ਉਹ ਬਹੁਤ ਮਾਇਨੇ ਰੱਖਦਾ। ਕਿਉਂਕਿ ਅਦਰਵਾਈਜ਼ ਦੇਖਿਆ ਜਾਵੇ ਤਾਂ ਭੈਣ ਭਰਾ ਵੀ ਤਾਂ ਦੋਨੋਂ ਇੱਕੋ ਘਰ ਦੇ ਵਿੱਚ ਪਲਦੇ ਨੇ ਨਾ, ਇੱਕ ਮੁੰਡਾ ਤੇ ਇੱਕ ਕੁੜੀ। ਮਤਲਬ ਜਦੋਂ ਭੈਣ ਭਰਾ ਹੁੰਦੇ ਆ ਉਦੋਂ ਵੀ ਤਾਂ ਉਹ ਮਤਲਬ ਜ਼ਿੰਦਗੀ ਦੇ ਐਟਲੀਸਟ ਇਨੀਸ਼ੀਅਲ 20-25 ਸਾਲ ਇਕੱਠੇ ਕੱਢਦੇ ਨੇ। ਬਟ ਜੇ ਤੁਸੀਂ ਉੱਥੇ ਵੀ ਉਹਨਾਂ ਨੂੰ ਇਸ ਤਰੀਕੇ ਦੇ ਕਹਿ ਲਓ ਡਿਫਰੈਂਸਿਸ ਸਿਖਾਓਗੇ ਕਿ ਮੁੰਡਾ ਕੁਛ ਮਹਾਨ ਹੈ, ਉਹਨੂੰ ਖਾਣ ਲਈ ਜ਼ਿਆਦਾ ਚਾਹੀਦਾ ਹੈ, ਜਾਂ ਮੁੰਡੇ ਰੋਂਦੇ ਨਹੀਂ, ਜਾਂ ਕੁੜੀਆਂ ਸਿਰਫ ਘਰ ਦੇ ਕੰਮ ਕਰਦੀਆਂ, ਜਾਂ ਕੁੜੀਆਂ ਨੂੰ ਸਿਰਫ ਘਰੇ ਰਹਿਣਾ ਚਾਹੀਦਾ, ਤਾਂ ਇਹ ਬੇਸਿਕਲੀ ਪੈਟਰੀਆਰਕੀ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਸਾਡੇ ਦਿਮਾਗਾਂ ਦੇ ਅੰਦਰ ਘਰ ਕਰਨਾ ਸ਼ੁਰੂ ਕਰਦੀ ਹੈ, ਸਿਰਫ ਮੁੰਡਿਆਂ ਦੇ ਨਹੀਂ, ਕੁੜੀਆਂ ਦੇ ਵੀ। ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਇਸ ਤਰੀਕੇ ਦੇ ਚੀਜ਼ਾਂ ਇਨਕਲੂਡ ਕਰਨੀਆਂ ਪੈਣਗੀਆਂ, ਜਿੱਥੇ ਅਸੀਂ ਜਿਹੜੇ ਟਿਪੀਕਲ ਪੈਟਰੀਆਰਕਲ ਨੋਰਮਸ ਨੇ, ਇਹਨਾਂ ਨੂੰ ਅਸੀਂ ਤੋੜੀਏ, ਵਾਰ-ਵਾਰ ਤੋੜੀਏ। ਮਤਲਬ ਜਿਹੜਾ ਉਹ ਕਿਹਾ ਜਾਂਦਾ ਮੈਨ ਵਿਲ ਬੀ ਮੈਨ, ਨਹੀਂ, ਮਤਲਬ ਅਸੀਂ ਇਹ ਸਭ ਇਸ ਤਰ੍ਹਾਂ ਦੀ ਕਹਿ ਲਓ ਜਿਹੜੀ ਇੱਕ ਬਹੁਤ ਹੀ ਉਹਨੂੰ ਮਤਲਬ ਸੈਲੀਬ੍ਰੇਟ ਕਰਕੇ ਦੇਖਿਆ ਜਾਂਦਾ ਨਾ, ਐਡ ਚੱਲਦੀਆਂ ਮੈਨ ਵਿਲ ਬੀ ਮੈਨ। ਸਾਨੂੰ ਲੱਗਦਾ ਵੀ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵੀ ਸਾਨੂੰ ਤੋੜਨਾ ਪੈਣਾ। ਹਰ ਇੱਕ ਚੀਜ਼ ਨੂੰ ਸਾਡੇ ਐਜੂਕੇਸ਼ਨ ਦੇ ਵਿੱਚ ਸਾਨੂੰ ਡੀਕਨਸਟਰਕਟ ਕਰਕੇ ਦੇਖਣਾ। ਤੇ ਮੈਂ ਇਹ ਮੰਨਦੀ ਹਾਂ, ਅਸੀਂ ਡਿਸਕਸ਼ਨਾਂ ਦੇ ਵਿੱਚ ਗੱਲ ਕਰਦੇ ਹਾਂ ਕਿ ਜੇ ਸਾਡੇ ਸਮਾਜ ਚੋਂ ਪੈਟਰੀਆਰਕੀ ਖਤਮ ਹੋ ਜਾਏ ਨਾ, ਉਹ ਸਿਰਫ ਔਰਤਾਂ ਲਈ ਸੌਖਾ ਨਹੀਂ ਹੋਊਗਾ, ਬਲਕਿ ਸਾਡੇ ਸਮਾਜ ਦੇ ਮੁੰਡੇ, ਸਾਡੇ ਸਮਾਜ ਦੇ ਵਿੱਚ ਵਿਚਰਨ ਵਾਲੇ ਮਰਦ, ਉਹ ਬਹੁਤ ਮਤਲਬ ਉਹਨਾਂ ਲਈ ਜ਼ਿੰਦਗੀ ਬਹੁਤ ਆਸਾਨ ਹੋ ਜੂਗੀ। ਜਿਹੜਾ ਇੱਕ ਕਹਿ ਲਓ ਵੀ ਸਾਡੇ ਹਮ ਉਮਰ ਦੇ ਮੁੰਡਿਆਂ ਦੇ ਉੱਤੇ ਜਿਹੜਾ ਇੱਕ ਬੋਝ ਲੱਦਿਆ ਹੋਇਆ ਨਾ, ਕਿ ਆਪਣੀ ਮੈਸਕਿਊਲਿਨਿਟੀ ਨੂੰ 24 ਘੰਟੇ ਸ਼ੋਅ ਕਰਨ ਦਾ, ਕਿ ਤੁਸੀਂ ਕਦੇ ਕਮਜ਼ੋਰ ਨਹੀਂ ਪੈ ਸਕਦੇ, ਜਿਹੜਾ ਉਹਨਾਂ ਨੂੰ ਇੱਕ ਅਹਿਸਾਸ ਦਿਵਾਤਾ ਕਿ ਸਾਰੇ ਘਰ ਦੀ, ਤੁਹਾਡੀ ਭੈਣ ਦੀ, ਮਤਲਬ ਘਰ ਦੀਆਂ ਸਾਰੀਆਂ ਔਰਤਾਂ ਦੀ, ਪੂਰੇ ਦੇਸ਼ ਦੀ, ਸਮਾਜ ਦੀ ਜ਼ਿੰਮੇਵਾਰੀ ਜਿਹੜੀ ਤੁਹਾਡੇ ਮੋਢਿਆਂ ਤੇ ਹੈ ਹਨਾ, ਤੁਸੀਂ ਕਦੇ ਢਿੱਲੇ ਨਹੀਂ ਪੈ ਸਕਦੇ। ਮੈਨੂੰ ਲੱਗਦਾ ਵੀ ਉਹ ਜੇ ਮਤਲਬ ਪੈਟਰੀਆਰਕਲ ਮਾਨਸਿਕਤਾ ਚੋਂ ਨਿਕਲ ਆਉਣ, ਉਸ ਮੈਸਕੂਲਿਨ ਮਾਨਸਿਕਤਾ ਚੋਂ ਨਿਕਲ ਆਉਣ, ਤਾਂ ਉਹਨਾਂ ਦਾ ਉਹ ਸਾਰਾ ਬੋਝ ਹਲਕਾ ਹੋ ਜਾਏ, ਤੇ ਇਸ ਸਮਾਜ ਨੂੰ ਅਸੀਂ ਬਹੁਤ ਸੋਹਣੇ ਢੰਗ ਨਾਲ ਕੰਸਟਰਕਟ ਕਰ ਸਕਦੇ ਹਾਂ। ਫਿਰ ਜੇ ਅਸੀਂ ਇਨਸ਼ੋਰ ਕਰੀਏ ਕਿ ਅਸੀਂ ਜੈਂਡਰ ਇਕੁਐਲਿਟੀ ਨੂੰ ਛੋਟੇ-ਛੋਟੇ ਪੱਧਰ ਤੋਂ ਸ਼ੁਰੂ ਕਰਕੇ ਆਪਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਨਕਲੂਡ ਕਰਾਂਗੇ ਤਾਂ। ਜੀ, ਇਸੇ ਗੱਲ ਦੇ ਨਾਲ ਡਾਕਟਰ ਕਮਲਜੀਤ ਮੈਡਮ, ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਹੱਲ ਜਿਹੜਾ ਨਵਕਿਰਨ ਹੋਰਾਂ ਨੇ ਗੱਲ ਦੱਸੀ, ਕਿ ਇੱਕ ਇਹ ਗੱਲ ਹੈ ਕਿ ਅਸੀਂ ਉਹਦੀਆਂ ਜੜ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰੀਏ, ਜਿੱਥੇ ਜਿੱਥੇ ਉਹ ਵਿਤਕਰੇ ਪਏ ਨੇ ਉਹ ਵਿਤਕਰੇ ਖਤਮ ਹੋਣ, ਤਾਂ ਸ਼ਾਇਦ ਅਸੀਂ ਕਾਨੂੰਨ ਦੇ ਹੱਲ ਤੋਂ ਬਿਨਾਂ ਹੋਰ ਹੱਲ ਕੱਢ ਸਕੀਏ। ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਇਸ ਤੋਂ ਬਾਅਦ ਇੱਕ ਹੱਲ ਸਾਡੇ ਕੋਲ ਕਾਨੂੰਨ ਦਾ ਬਚਦਾ ਹੈ? ਇੱਕ ਇਸ ਤੋਂ ਬਿਨਾਂ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਸੁਸਾਇਟੀ ਦੇ ਵਿੱਚ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਇਸ ਨੂੰ ਜੜੋਂ ਖਤਮ ਕਰ ਸਕੀਏ? ਸਾਡੇ ਮਨਾਂ ਦੇ ਅੰਦਰ ਜਿਹੜਾ ਵਾਇਰਸ ਵੜ ਚੁੱਕਿਆ ਇਹਦਾ, ਉਹਨੂੰ ਕਿਵੇਂ ਕੱਢ ਸਕਦੇ ਹਾਂ ਅਸੀਂ? ਇਹ ਦੀਪ ਜੀ, ਇਸ ਸਾਰੇ ਫਿਨੋਮੀਨੇ ਨੂੰ ਅਸੀਂ ਇੱਕ ਐਬਸਟ੍ਰੈਕਟ ਦੇ ਤੌਰ ਤੇ ਜਾਂ ਇੱਕ ਅਲੱਗ ਕਰਕੇ ਨਹੀਂ ਦੇ ਸਕਦੇ। ਇਹ ਸਮਾਜ ਦੇ ਨਾਲ ਜੁੜਿਆ ਹੋਇਆ ਵਰਤਾਰਾ ਹੈ, ਜਿਹੜਾ ਘਰ ਤੋਂ ਵੀ ਸ਼ੁਰੂ ਹੁੰਦਾ ਹੈ ਤੇ ਜਿਹੜਾ ਸੱਤਾ ਦੇ ਨਾਲ ਵੀ ਜੁੜਿਆ ਹੋਇਆ ਹੈ। ਜਿਹੜਾ ਘਰ ਤੋਂ ਵੀ ਸ਼ੁਰੂ ਹੁੰਦਾ ਹੈ ਤੇ ਸਾਡੀਆਂ ਇੰਪਲੀਮੈਂਟਿੰਗ ਏਜੰਸੀ, ਜਿਹੜਾ ਲਾਅ ਹੈ, ਜਿਨ੍ਹਾਂ ਨੇ ਉਹਨੂੰ ਔਰਤ ਦੇ ਹੱਕ ਵਿੱਚ ਇੰਪਲੀਮੈਂਟ ਕਰਨਾ ਹੈ, ਉਹਦੇ ਨਾਲ ਵੀ ਜੁੜਿਆ ਹੋਇਆ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਹੁਣੇ ਪਹਿਲੇ ਆਪਣੇ ਸਵਾਲ ਦੇ ਵਿੱਚ ਮੈਂ ਗੱਲ ਕਰ ਰਹੀ ਸੀ ਕਿ ਜੇਕਰ ਮਾਂ ਪਿਓ ਹੀ, ਮਾਪੇ ਜਿਹੜੇ ਹੈ, ਉਹ ਹੀ ਆਪਣੇ ਦੋ ਬੱਚਿਆਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਪਾਲਦੇ ਨੇ, ਵੱਖਰੇ ਵੱਖਰੇ ਤਰੀਕੇ ਨਾਲ ਉਹਨਾਂ ਦੀ ਪਰਵਰਿਸ਼ ਕਰਦੇ ਨੇ, ਇੱਥੋਂ ਤੱਕ ਕਿ ਪ੍ਰਾਪਰਟੀ ਰਾਈਟਸ ਦੇ ਵਿੱਚ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਤਾਂ ਫਿਰ ਜਿਹੜਾ ਹੈ ਉਹ ਕੁੜੀ ਵੀ ਉੱਥੋਂ ਹੀ ਸਿੱਖ ਲੈਂਦੀ ਹੈ ਤੇ ਮੁੰਡਾ ਵੀ ਸਿੱਖ ਲੈਂਦਾ ਹੈ ਕਿ ਨਹੀਂ, ਇਹ ਇਸ ਤਰ੍ਹਾਂ ਹੀ ਹੋਣਾ ਹੈ। ਜਦੋਂ ਫਿਰ ਜਾ ਕੇ ਕੁੜੀ ਵੱਡੀ ਹੁੰਦੀ ਹੈ, ਨੌਜਵਾਨ ਹੁੰਦੀ ਹੈ, ਉਹ ਕੁਐਸਚਨ ਕਰਦੀ ਹੈ, ਤਾਂ ਫਿਰ ਉਹਨੂੰ ਕਿਹਾ ਜਾਂਦਾ ਇਹ ਤੇ ਆਪ ਖੁਦਰੀ ਹੋ ਗਈ ਹੈ। ਸੋ ਹੱਲ ਸਾਡੇ ਇਹ ਹੈ
ਕਿ ਜਿਹੜੀਆਂ ਸਰਕਾਰਾਂ ਹੈ ਕੌਨਸ਼ੀਅਸਲੀ ਜਿਹੜੀਆਂ ਸਾਡੀਆਂ ਇੰਪਲੀਮੈਂਟਿੰਗ ਏਜੰਸੀ ਜਿਹਦੇ ਚ ਪੁਲਿਸ ਹੈ ਤੇ ਕੋਰਟ ਹੈ, ਕੋਰਟ ਮੈਂ ਬਾਰ-ਬਾਰ ਇਹ ਕਹਿ ਰਹੀ ਹਾਂ ਕਿ ਕੋਰਟਾਂ ਨੂੰ ਵੀ ਸੈਂਸਿਟਾਈਜ਼ ਜਿਹੜਾ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਜਿਹੜੇ ਸਾਡੇ ਖਾਸ ਕਰਕੇ ਪੁਲਿਸ ਸਿਸਟਮ ਹੈ ਜਿੱਥੇ ਜਾ ਕੇ ਸਾਨੂੰ ਇਨਸਾਫ ਮਿਲਣਾ ਹੈ, ਉੱਥੇ ਵੀ ਉਹਨਾਂ ਨੂੰ ਸੰਵੇਦਨਸ਼ੀਲ ਔਰ ਉਹਨਾਂ ਦੀਆਂ ਰੈਗੂਲਰ ਜਿਹੜੀ ਸਾਡੀ ਓਰੀਐਂਟੇਸ਼ਨ ਹੈ ਹੋਣ ਦੀ ਲੋੜ ਹੈ। ਸਾਡੇ ਜਿਹੜੇ ਮਾਪੇ ਨੇ ਉਹ ਅਸੀਂ ਹੁਣ ਕੁੜੀਆਂ ਨੂੰ 21ਵੀਂ ਸਦੀ ਦੇ ਵਿੱਚ 17ਵੀਂ 18ਵੀਂ 19ਵੀਂ ਈਵਨ 20ਵੀਂ ਸਦੀ ਦੀ ਤਰ੍ਹਾਂ ਨਾ ਪਾਲੀਏ। ਪਰ ਕਿਉਂਕਿ ਮਾਪੇ ਕਿਉਂ ਡਰਦੇ ਨੇ, ਕਈ ਮਾਪਿਆਂ ਦੇ ਨਾਲ ਮੇਰਾ ਵਾਹ ਇਹ ਗੱਲ ਦਾ ਪੈਂਦਾ ਹੈ ਕਿ ਉਹ ਕਹਿੰਦੇ ਨਹੀਂ ਅਸੀਂ ਤਾਂ ਠੀਕ ਹੈ, ਪਰ ਜੇ ਸਮਾਜ ਦੇ ਵਿੱਚ ਬਾਹਰ ਨਿਕਲੇਗੀ ਤੇ ਉਹਦੇ ਨਾਲ ਕੋਈ ਵੀ ਗੱਲ ਵਾਪਰ ਸਕਦੀ ਹੈ। ਉੱਥੇ ਗੱਲ ਕੀ ਹੈ ਕਿ ਉੱਥੇ ਸਾਡੀ ਜਿਹੜੀਆਂ ਕਾਨੂੰਨ ਹੈ ਉਹ ਸਾਡਾ ਔਰਤਾਂ ਦੇ ਹੱਕ ਵਿੱਚ ਨਹੀਂ ਭੁਗਤਦਾ। ਸੋ ਇਸ ਕਰਕੇ ਇਹ ਨਹੀਂ ਹੈ ਕਿ ਬਹੁਤ ਵਧੀਆ ਜਿਹੜੇ ਕਾਨੂੰਨ ਵੀ ਬਣ ਜਾਣ, ਸਭ ਕੁਝ ਹੋ ਜੇ, ਮਾਪੇ ਠੀਕ ਫਿਰ ਵੀ ਰੇਪ ਹੋਣਗੇ, ਪਰ ਉੱਥੇ ਉਸ ਰੇਪ ਨੂੰ ਸਾਡਾ ਕੋਰਟਾਂ, ਸਾਡੀ ਇੰਪਲੀਮੈਂਟਿੰਗ ਏਜੰਸੀ, ਸਾਡਾ ਸਮਾਜ ਕਿਵੇਂ ਹੈਂਡਲ ਕਰਦਾ ਹੈ। ਕਿ ਜਿਹੜਾ ਰੇਪ ਕਰਨ ਵਾਲੇ ਨੂੰ ਦੋਸ਼ੀ ਮੰਨਦਾ, ਕਿਉਂਕਿ ਸਾਡਾ ਜਿਹੜਾ, ਜਦੋਂ ਮੈਂ ਪ੍ਰਿਮਟ ਬੇਸ ਦੀ ਗੱਲ ਕਰ ਰਹੀ ਸੀ ਜਾਂ ਹਿੰਦੂ ਮਾਨਸਿਕਤਾ ਦੀ ਗੱਲ ਕਰ ਰਹੀ ਸੀ ਜਾਂ ਮਨੂ ਸਮ੍ਰਿਤੀ ਦੀ ਗੱਲ ਕਰ ਰਹੀ ਸੀ, ਉਹਦੇ ਚ ਇਹ ਸੀ ਵੀ ਜਿਹੜਾ ਰੇਪ ਕਰ ਰਿਹਾ ਉਹਨੂੰ ਉਹ ਸਿਨ ਨਹੀਂ ਹੈ, ਉਹ ਜਿਹੜਾ ਕ੍ਰਾਈਮ ਕਰ ਰਿਹਾ ਉਹਦੇ ਤੇ ਕੋਈ ਵੀ ਐਸਾ ਧੱਬਾ ਨਹੀਂ ਹੈ। ਇਹ ਜਦੋਂ ਇਹ ਮਾਨਸਿਕਤਾ, ਇਹ ਹੁਣ ਤੱਕ ਸਾਡੀ ਚੱਲਦੀ ਆ ਰਹੀ ਮਾਨਸਿਕਤਾ, ਈਵਨ ਭਾਂਬਰੀ ਦੇਵੀ ਦੇ 1992 ਦੀ ਜੱਜਮੈਂਟ ਤੱਕ ਤੇ ਨਿਰਭਇਆ ਦੀ 2013 ਦੀ ਜੱਜਮੈਂਟ ਤੱਕ ਅਸੀਂ ਹੁਣ ਥੋੜਾ ਫਰਕ ਪੈਣਾ ਸ਼ੁਰੂ ਹੋਇਆ। ਸੋ ਇਸ ਕਰਕੇ ਐਜੂਕੇਸ਼ਨ ਬਹੁਤ ਵੱਡਾ ਰੋਲ ਪਲੇ ਕਰੇਗੀ। ਔਰ ਕਿਸ ਤਰ੍ਹਾਂ ਦੀ ਐਜੂਕੇਸ਼ਨ, ਮੈਂ ਇਸੇ ਨੂੰ ਹੀ ਨਵਕਰਨ ਦੇ ਸਵਾਲ ਜਿਹੜਾ ਆਨਸਰ ਹੈ ਉਹਨੂੰ ਹੀ ਦੁਹਰਾਉਣੀ ਆ ਕਿ ਕਿਸ ਤਰ੍ਹਾਂ ਦੀ ਐਜੂਕੇਸ਼ਨ ਸਾਡੀਆਂ ਜਿਹੜੀਆਂ ਜਿਹੜਾ ਸਾਡਾ ਪ੍ਰਾਇਮਰੀ ਐਜੂਕੇਸ਼ਨ ਹੈ, ਸਾਡੀ ਸੈਕੰਡਰੀ ਐਜੂਕੇਸ਼ਨ, ਉੱਥੇ ਟੀਚਰ ਕਿਹੋ ਜਿਹੇ ਨੇ, ਕਿੰਨੀ ਕੁ ਅਸੀਂ ਓਰੀਐਂਟੇਸ਼ਨ ਕਰਦੇ ਹਾਂ, ਕਿ ਉਹ ਰਿਚੁਅਲ ਜਿਹੜੀ ਸਾਡੀ ਉਹ ਮਾਨਸਿਕਤਾ ਹੈ ਪੈਟਰੀਆਰਕਲ ਮਾਨਸਿਕਤਾ ਦੇ ਵਿੱਚੋਂ ਉੱਠ ਕੇ ਇੱਕ ਔਰਤ ਨੂੰ, ਇੱਕ ਬੱਚੀ ਨੂੰ, ਨੌਜਵਾਨ ਬੱਚੀ ਨੂੰ ਇੱਕ ਇੰਡੀਵਿਜੂਅਲ ਤੇ ਇੱਕ ਇਨਸਾਨ ਮੰਨਦੇ ਆ ਕਿ ਨਹੀਂ। ਜਿੰਨੀ ਦੇਰ ਤੱਕ ਔਰਤ ਇਨਸਾਨੀ ਰੁਤਬੇ ਨੂੰ ਪ੍ਰਾਪਤ ਨਹੀਂ ਹੁੰਦੀ, ਉਹ ਮਾਂ, ਧੀ, ਪਤਨੀ ਤੇ ਜਿਹੜੀ ਹੈ ਉਹਦੇ ਅਸੀਂ ਉਹਨਾਂ ਰਿਸ਼ਤਿਆਂ ਵਿੱਚ ਬੰਨ ਕੇ ਉਹਨੂੰ ਪੇਸ਼ ਕਰਦੇ ਹਾਂ। ਮਾਂ ਨੂੰ ਮਮਤਾਮਈ, ਪਤਨੀ ਨੂੰ ਜਿਹੜੀ ਹੈ ਕੁਰਬਾਨੀ ਵਾਲੀ, ਧੀ ਨੂੰ ਸੋਝ ਤੇ ਚੁੱਪ ਕੀਤੀ, ਅਸੀਂ ਉਹ ਇੱਕ ਸਿੰਬਲ ਸਿਰਜ ਦਿੱਤੇ ਔਰਤ ਦੇ ਸਾਹਮਣੇ। ਉਹ ਸਿੰਬਲ ਜਿਹੜੇ ਨੇ ਉਹ ਬੇੜਾ ਵਿਹਾ ਚੁੱਕੀ ਮਾਨਸਿਕਤਾ ਦੇ ਸਿੰਬਲ ਨੇ। ਕਿ ਸਾਡੀ ਕੁੜੀ ਜਿੱਦਣ, ਸਾਡੀਆਂ ਧੀਆਂ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਦੀਆਂ ਨੇ, ਪੜ੍ਹ ਲੈਂਦੀਆਂ ਨੇ, ਉਹ ਅੱਖਰ ਗਿਆਨ ਹੈ, ਪਰ ਉਹ ਬੜੀ ਫ੍ਰੀਲੀ ਨਹੀਂ ਵਿਚਰਦੀਆਂ। ਉਹਨਾਂ ਜਿਹੜੀਆਂ, ਬਿਲਕੁਲ ਮੈਂ ਨਵਕਿਰਨ ਨੂੰ ਕਹਿ ਰਹੀ ਹਾਂ, ਇਹਦੇ ਨਾਲ ਬਹੁਤ ਸਾਰੀਆਂ ਐਕਟਿਵਿਸਟ ਕੁੜੀਆਂ ਨੇ, ਉਹਨਾਂ ਦੇ ਵੀ ਬੈਕ ਆਫ ਮਾਈਂਡ ਕਿਤੇ ਨਾ ਕਿਤੇ ਹੁੰਦਾ ਕਿ ਰਾਤ ਹੈ ਤੇ ਕੋਈ ਛੇੜੀ ਨਾ ਜਾਵੇ। ਕਿਸਨੇ ਅਧਿਕਾਰ ਦਿੱਤਾ ਮੁੰਡੇ ਨੂੰ ਕੁੜੀ ਨੂੰ ਛੇੜਨ ਦਾ? ਮੈਂ ਇਹ ਗੱਲ ਕਹਿਣਾ ਚਾਹਨੀ ਹਾਂ ਕਿ ਅੱਜ ਸਾਨੂੰ ਐਜੂਕੇਸ਼ਨ ਮੁੰਡੇ, ਅਸੀਂ ਜਦੋਂ ਕਰਦੇ ਹਾਂ ਕੁੜੀਆਂ ਦੇ ਉੱਤੇ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਔਰਤਾਂ ਦੇ ਸਵਾਲ ਔਰਤਾਂ ਕਿਉਂ ਉਠਾਉਣ, ਇਹ ਔਰਤ ਸਮਾਜ ਉਠਾਏ ਸਮੁੱਚਾ। ਤੇ ਮਰਦਾਂ ਨੂੰ, ਸਾਡੇ ਮੁੰਡਿਆਂ ਨੂੰ, ਨੌਜਵਾਨ ਮੁੰਡਿਆਂ ਨੂੰ ਜਿਹੜੀ ਆ ਇਹ ਐਜੂਕੇਸ਼ਨ ਦੇਣ ਦੀ ਲੋੜ ਹੈ। ਮੈਂ ਥੋੜਾ ਜਿਹਾ ਦੱਸਾਂ, ਮੈਂ ਇੱਥੇ ਇੱਕ ਕਾਉਂਸਲਿੰਗ ਦੇ ਵਿੱਚ ਹੈਗੀ ਆ, ਤੇ ਸਾਡੀਆਂ ਜਿਹੜੀਆਂ ਕੁੜੀਆਂ ਨੇ ਇੱਥੇ ਬੋਰਨ ਐਂਡ ਬ੍ਰੌਟ ਅਪ, ਉਹਨਾਂ ਦੇ ਜਿਹੜੇ ਪੇਰੈਂਟਸ ਆਏ ਨੇ ਸਾਡੇ ਸਾਊਥ ਏਸ਼ੀਆ ਦੇ ਵਿੱਚੋਂ, ਉਹਨਾਂ ਦੀ ਕੰਟਰਾਡਿਕਸ਼ਨ ਪੇਰੈਂਟਸ ਨਾਲ ਹੈ, ਉਹਨਾਂ ਦੇ ਸਵਾਲ ਪੇਰੈਂਟਸ ਦੇ ਨਾਲ ਹੈ ਕਿ ਉਹ ਸਾਨੂੰ ਇਹ ਕਹਿੰਦੇ ਨੇ ਕਿ ਫਲਾਨਾ ਮੁੰਡਾ ਗਲੀ ਤੇ ਖੜਾ ਸੀ, ਤੂੰ ਕਿਉਂ ਬਾਹਰ ਨਿਕਲੀ? ਕਹਿੰਦੀ ਮੈਨੂੰ ਕੀ ਲੈਣ ਦੇਣ, ਮਤਲਬ ਯੰਗ ਕੁੜੀਆਂ ਦੇ ਸਵਾਲ ਨੇ। ਸੋ ਇਸ ਕਰਕੇ ਅੱਜ ਸਾਨੂੰ, ਸਾਡੇ 'ਚ ਅਸੀਂ ਤਾਂ ਹਜੇ ਬੜੇ ਹੀ ਪਿਛੜੇ ਹੋਏ ਆ। ਪ੍ਰੀ ਮੈਰਿਟਲ, ਸਾਡੀ ਮੈਰਿਜ ਤੋਂ ਪਹਿਲਾਂ ਦੀ ਕਾਉਂਸਲਿੰਗ ਦਾ ਰਿਵਾਜ ਹੀ ਨਹੀਂ ਹੈ। ਜਿਹੜੀ ਮੈਰਿਜ ਤੋਂ ਪਹਿਲਾਂ ਦੀ ਕਾਉਂਸਲਿੰਗ, ਬਹੁਤ ਸਾਰੇ ਸਾਡੇ ਰਿਸ਼ਤੇ ਇਸ ਕਰਕੇ ਟੁੱਟਦੇ ਨੇ ਕਿ ਮੁੰਡੇ ਨੂੰ ਪਤਾ ਹੀ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਅਸੀਂ ਮੁੰਡਿਆਂ ਨੂੰ, ਮੈਂ ਬਹੁਤ ਵਾਰ ਕਹਿਨੀ ਆ, ਅੱਜ ਵੀ ਕਹਿ ਰਹੀ, ਦੁਹਰਾ ਰਹੀ ਹਾਂ ਇਸ ਗੱਲ ਨੂੰ, ਕਿ ਸਮਾਜ ਨੇ ਮੁੰਡਿਆਂ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ। 13 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਉਹਨਾਂ ਨੇ ਸਕਿੱਲ ਸਿੱਖਣੀ ਹੁੰਦੀ, ਕਿਸੇ ਵੀ ਇੰਡੀਵਿਜੂਅਲ ਨੇ, ਚਾਹੇ ਉਹ ਮੁੰਡਾ ਜਾਂ ਕੁੜੀ ਹੈ। ਅਸੀਂ ਮੁੰਡਿਆਂ ਨੂੰ ਗੇੜੀ ਰੂਟ ਤੇ ਛੱਡਤਾ, ਇਹ ਤਾਂ ਬਾਹਰ ਜਾਏਗਾ, ਮੁੰਡਾ ਜਾ ਸਕਦਾ ਹੈ। ਮਾਪੇ ਬੇਖਬਰ ਨੇ ਉਸ ਤੋਂ, ਉਹਨਾਂ ਨੇ ਸਕਿੱਲ ਹੀ ਨਹੀਂ ਸਿੱਖੀ। ਤੇ ਜਦੋਂ ਉਹ ਮੈਰਿਜ ਦੇ ਵਿੱਚ ਐਂਟਰ ਕਰਦੇ ਨੇ ਤਾਂ ਉਹ ਕੁੜੀ ਦੇ ਮੁਕਾਬਲੇ ਜਿਹੜਾ ਹੈ ਉਹ ਸਕਿੱਲਫੁਲ ਨਹੀਂ ਹੁੰਦੇ।
ਉਹਨਾਂ ਨੂੰ ਨਹੀਂ ਪਤਾ ਹੁੰਦਾ, ਜਾਂ ਉਹਨਾਂ ਨੂੰ ਮਾਪਿਆਂ ਨੇ ਰੋਟੀ ਪਾਣੀ ਜਿਹੜਾ ਉਹਨਾਂ ਨੂੰ ਇਹ ਦੱਸਿਆ ਹੀ ਨਹੀਂ ਗਿਆ ਕਿ ਜੇ ਤੂੰ ਰੋਟੀ ਖਾਣੀ ਹੈ ਤਾਂ ਤੇਰਾ ਪਕਾਉਣਾ ਵੀ ਤੇਰਾ ਫਰਜ਼ ਬਣਦਾ। ਤੂੰ ਹੁਣ ਅੱਜ ਸਾਡੀਆਂ ਕੁੜੀਆਂ ਬਾਹਰ ਨਿਕਲ ਆਈਆਂ ਨੇ, ਖਾਸ ਕਰਕੇ ਕੰਮਾਂ ਧੰਦਿਆਂ ਦੇ ਵਿੱਚ ਸਾਡੀਆਂ 13-14% ਔਰਤਾਂ ਕੰਮ ਕਰਦੇ ਨੇ। ਹਾਲਾਂਕਿ ਮੈਂ ਜੇ ਪੰਜਾਬ ਦਾ ਕੰਟੈਕਸਟ ਤੁਹਾਡੇ ਸਾਹਮਣੇ ਦੇਖਾਂ, ਹਿੰਦੁਸਤਾਨ ਦਾ ਡਿਫਰੈਂਟ ਹੈ, ਅਜੇ ਵੀ 69-70% ਹੀ ਸਾਡੀਆਂ ਪੰਜਾਬ ਦੀਆਂ ਕੁੜੀਆਂ ਪੜ੍ਹ ਰਹੀਆਂ ਨੇ, ਮੁੰਡੇ 80% ਪੜ੍ਹ ਰਹੇ ਨੇ। ਪਰ ਜਿਹੜੇ ਪਹਿਲੇ ਜਿਹੜੀ ਇੰਟੈਲੈਕਚੁਅਲ ਲੈਵਲ ਹੈ ਉਹ ਕੁੜੀਆਂ ਦਾ ਜ਼ਿਆਦਾ ਹੈ। ਉਹ ਪਹਿਲੇ ਜਿਹੜੇ ਡਿਵੀਜ਼ਨ ਦੇ ਵਿੱਚ ਆਉਂਦੀਆਂ ਨੇ, ਜ਼ਿਆਦਾ ਪੜ੍ਹਦੀਆਂ ਨੇ। ਸੋ ਇਸ ਕਰਕੇ ਉਹ ਜਿਹੜਾ ਕਨਫਲਿਕਟ ਹੈ, ਜਿਹੜੀ ਉਹ ਡਿਫਰੈਂਸ ਹੈ ਮੁੰਡਿਆਂ ਤੇ ਕੁੜੀਆਂ ਦਾ ਇੰਟੈਲੈਕਚੁਅਲ ਲੈਵਲ ਦਾ, ਉਹ ਵੀ ਇੱਕ ਕਾਰਨ ਬਣਦਾ ਹੈ ਡਿਸਪੈਰਿਟੀ ਦਾ। ਕਿਉਂਕਿ ਮੁੰਡਿਆਂ ਨੂੰ ਸਾਨੂੰ ਹੁਣ ਐਜੂਕੇਟ ਕਰਨ ਦੀ ਲੋੜ ਹੈ ਕਿ ਤੁਸੀਂ ਆਪਣੇ ਜਿਹੜੇ ਸਾਡੇ ਫੀਮੇਲ ਹੈ ਸਾਡੀ, ਜਾਂ ਸਾਡੀ ਜਿਹੜੀ ਮੈਸਕੂਲਿਨਿਟੀ ਦੀ ਗੱਲ ਜਿਹੜੀ ਕਰ ਰਹੀ ਹੈ ਨੱਤ, ਉਹ ਬੜੀ ਠੀਕ ਕਰ ਰਹੀ ਹੈ। ਕੁੜੀਆਂ ਨੂੰ ਇਹ ਹੈ ਕਿ ਤੁਸੀਂ ਉਹ ਰੋ ਲੈਂਦੀਆਂ ਨੇ, ਉਹ ਦੱਬੂ ਹੁੰਦੀਆਂ ਨੇ, ਉਹ ਤੇ ਜਿਵੇਂ ਸਾਡਾ ਇੱਕ ਰਵਾਇਤ ਹੈ, ਮੈਂ ਪੰਜਾਬ ਦਾ ਕੰਟੈਕਸਟ ਕਵਾਂ, ਔਰਤਾਂ 3 ਪੱਪਿਆਂ ਦੀ ਗੁਲਾਮ ਹੈ, ਪਿਤਾ ਦੀ, ਪਤੀ ਦੀ, ਭਰਾ ਦੀ, ਪੁੱਤਰ ਦੀ। ਇਹ ਚੀਜ਼ਾਂ ਨਹੀਂ ਹੈ। ਜਿਉਂ-ਜਿਉਂ ਔਰਤ ਇਕਨੋਮਿਕਲੀ ਐਮਪਾਵਰ ਹੋਏਗੀ, ਤਿਉਂ-ਤਿਉਂ ਉਹਦੇ ਕੋਲ ਬੜੇ ਆਯਾਮ ਹੋਣਗੇ। ਪਰ ਇਕਨੋਮਿਕਲੀ ਪਾਵਰ ਹੋਣਾ ਹੀ ਸਾਰੀਆਂ ਚੀਜ਼ਾਂ ਦਾ ਹੱਲ ਨਹੀਂ ਹੈ। ਇਹ ਪਹਿਲਾ ਸਟੈਪ ਹੈ ਉਹਦਾ। ਉਸ ਤੋਂ ਬਾਅਦ ਉਸਨੂੰ ਇਮੋਸ਼ਨਲੀ ਐਮਪਾਵਰ ਹੋਣਾ ਪਏਗਾ ਔਰਤ ਨੂੰ। ਉਹਨੂੰ ਇੱਕ ਸਮਾਜ ਦੇ ਵਿੱਚ ਇਨਸਾਨੀ ਜਿਹੜਾ ਹਕੂਕ ਹੈ ਉਹ ਦੇਣਾ ਪਏਗਾ ਜੀ, ਚਾਹੇ ਉਹ ਐਜੂਕੇਸ਼ਨ 'ਚ ਹੋਏ, ਚਾਹੇ ਉਹ ਸਾਡਾ ਇੰਪਲੀਮੈਂਟਿੰਗ ਏਜੰਸੀ 'ਚ ਹੋਏ। ਉਹਨੂੰ ਤਸਲੀਮ ਉਹਦੀ ਐਂਟੀਟੀ ਨੂੰ ਕਰਨਾ ਪਏਗਾ। ਜਿੰਨੀ ਦੇਰ ਅਸੀਂ ਇਹ ਨਹੀਂ ਕਰਦੇ, ਉਨੀ ਦੇਰ ਤੱਕ ਜਿਹੜੀ ਔਰਤ ਦੀ ਆਜ਼ਾਦੀ ਦਾ, ਔਰਤ ਦੀ ਬਰਾਬਰੀ ਦਾ ਪ੍ਰਸ਼ਨ ਉਹ ਅਣਸੁਲਝਿਆ ਹੀ ਰਹੇਗਾ ਜੀ। ਦੀਪ ਜੀ, ਸਾਰੇ ਮਹੱਤਵਪੂਰਨ ਇਸ਼ੂਜ਼ ਤੇ ਆਪਾਂ ਗੱਲ ਕੀਤੀ ਹੈ। ਹਾਂਜੀ ਹਾਂ, ਮੈਂ ਕਿਹਾ ਆਪਾਂ ਖਤਮ ਕਰੀਏ ਉਹਦੇ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਥੋੜੀ ਜਿਹੀ ਰਿਅਲਾਈਜ਼ ਹੋਈ, ਉਹਦੇ ਤੇ ਮੈਂ ਗੱਲ ਕਰਨਾ ਚਾਹੁੰਦੀ ਹਾਂ। ਆਲਦੋ ਗੱਲਾਂ ਬਾਤਾਂ 'ਚ ਇਹ ਆਇਆ ਮੁੱਦਾ, ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰਿਲੀਜਨ ਦੀ ਗੱਲ ਕਰਦੇ ਹਾਂ, ਅਸੀਂ ਜਦੋਂ ਸੋਸਾਇਟੀ ਦੀ ਗੱਲ ਕਰਦੇ ਹਾਂ, ਬਾਈ ਡਿਫਾਲਟ ਹੀ ਸਮਝ ਆਉਂਦਾ ਹੈ ਕਿ ਇਹਦੇ 'ਚ ਪੋਲੀਟਿਕਸ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਬਟ ਫਿਰ ਵੀ ਮੈਂ ਬਹੁਤ ਠੋਕ ਕੇ ਲਾਸਟ 'ਚ ਇਹ ਗੱਲ ਕਹਿਣਾ ਚਾਹੂੰਗੀ ਕਿ ਰੇਪ ਇੱਕ ਬਹੁਤ ਹੀ ਵੱਡਾ ਪੋਲੀਟੀਕਲ ਮੁੱਦਾ ਹੈ। ਤਾਂ ਇਹਦੇ ਹੱਲ ਵਜੋਂ ਮਤਲਬ ਅਫਕੋਰਸ ਅਸੀਂ ਗੱਲ ਕੀਤੀ ਕਿ ਅਸੀਂ ਕਿਹੜੇ ਮੈਜ਼ਰਸ ਲੈ ਸਕਦੇ ਹਾਂ ਐਜ਼ ਅ ਸੋਸਾਇਟੀ, ਸਾਨੂੰ ਕੀ ਚੇਂਜਸ ਲਿਆਉਣੇ ਚਾਹੀਦੇ ਨੇ, ਐਜੂਕੇਸ਼ਨ ਦੇ ਵਿੱਚ ਕੀ ਚੇਂਜਸ ਲਿਆਉਣੇ ਚਾਹੀਦੇ ਆ। ਪਰ ਦੂਜੇ ਪਾਸੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਤੈਅ ਕਰੀਏ ਕਿ ਸਾਡੀ ਰਾਜਨੀਤੀ ਕਿੱਦਾਂ ਦੀ ਹੋਊਗੀ, ਸਾਡੀ ਪੋਲੀਟਿਕਸ ਕਿੱਦਾਂ ਦੀ ਹੋਊਗੀ। ਅੱਜ ਦੀ ਘੜੀ 'ਚ ਇਹ ਬਹੁਤ ਹੀ ਸਾਡੇ ਲਈ ਅਹਿਮ ਮੁੱਦਾ ਹੈ, ਕਿਉਂਕਿ ਅਸੀਂ ਦੇਖਿਆ ਹਾਥਰਸ ਦੇ ਕੇਸ 'ਚ, ਉਨਾਓ ਦੇ ਕੇਸ 'ਚ, ਜਾਂ ਈਵਨ ਆਸਿਫਾ ਦੇ ਕੇਸ 'ਚ, ਕਿ ਉਹਦੇ 'ਚ ਸਟੇਟ ਨੇ ਬਹੁਤ ਇੰਪੋਰਟੈਂਟ ਤੇ ਬਹੁਤ ਹੀ ਨੈਗੇਟਿਵ ਰੋਲ ਪਲੇ ਕੀਤਾ ਹੈ। ਮਤਲਬ ਹਾਥਰਸ ਦੇ ਕੇਸ 'ਚ ਮਤਲਬ ਸਾਰੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਪੁਲਿਸ ਵੱਲੋਂ ਡੈਡ ਬੋਡੀ ਨੂੰ ਸਾੜ ਦੇਣਾ, ਫੈਮਿਲੀ ਨੂੰ ਕਾਰਡਨ ਕਰਕੇ ਘਰ ਦੇ ਵਿੱਚ ਹੀ, ਤੇ ਉਲਟਾ ਉਹਨਾਂ ਨੂੰ ਪ੍ਰੋਟੈਕਸ਼ਨ ਦੇਣਾ, ਅਪਰ ਕਾਸਟ ਪਿੰਡ ਦੇ ਲੋਕਾਂ ਨੂੰ, ਜਿਹੜੇ ਬੇਸਿਕਲੀ ਕਲਪ੍ਰਿਟਸ ਨੇ। ਤੇ ਅਸੀਫਾ ਦੇ ਕੇਸ 'ਚ ਅਸੀਂ ਦੇਖਿਆ ਕਿ ਬੀਜੇਪੀ ਦੇ ਨੇਤਾਵਾਂ ਵੱਲੋਂ ਤਿਰੰਗੇ ਲੈ ਕੇ ਉੱਥੇ ਮਾਰਚ ਕੱਢਿਆ ਗਿਆ। ਉਨਾਓ ਦੇ ਵਿੱਚ ਖੁਦ ਬੀਜੇਪੀ ਦੇ ਆਪਦੇ ਜਿਹੜੇ ਨੇ ਨੇਤਾ ਉਹਦੇ 'ਚ ਕਲਪ੍ਰਿਟ ਨੇ। ਤੇ ਜਿਹਦੇ ਕਰਕੇ ਸਾਨੂੰ ਸਮਝਣਾ ਪਵੇਗਾ ਕਿ ਸਾਨੂੰ ਇਹੋ ਜਿਹੀ ਰਾਜਨੀਤੀ ਤੋਂ ਵੀ ਛੁਟਕਾਰਾ ਪਾਉਣਾ ਪੈਣਾ, ਜਿਹੜੀ ਮਨੂ ਸਮ੍ਰਿਤੀ ਨੂੰ ਆਪਦਾ ਆਈਡਲ ਮੰਨਦੀ ਹੈ, ਜਿਹੜੀ ਅਸੀਂ ਇੱਕ ਪਾਸੇ ਲਾਅ ਕਿਸ ਤਰੀਕੇ ਨਾਲ ਸਾਨੂੰ ਪ੍ਰੀਵੈਂਸ਼ਨਸ ਦੇ ਰਿਹਾ ਹੈ ਸੈਕਸ਼ੂਅਲ ਅਸੌਲਟ ਜਾਂ ਹਰਾਸਮੈਂਟ ਦੀਆਂ ਘਟਨਾਵਾਂ ਤੋਂ, ਉਸ ਲਾਅ ਨੂੰ ਜਾਂ ਉਸ ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਨੂੰ ਜਿਹੜੀ ਨਕਾਰਦੀ ਹੈ, ਉਹਨੂੰ ਮੰਨਦੀ ਨਹੀਂ ਤੇ ਕਹਿੰਦੀ ਹੈ ਕਿ ਮਨੂ ਸਮ੍ਰਿਤੀ ਹੀ ਸਾਡਾ ਆਉਣ ਵਾਲਾ ਲਾਅ ਹੋਊਗਾ। ਇਸ ਸੋਚ ਵਾਲੀ ਜਿਹੜੀ ਪੋਲੀਟੀਕਲ ਪਾਰਟੀ ਹੈ, ਮੈਂ ਇੱਕਦਮ ਨਾਮ ਲੈਣ 'ਚ ਮੈਨੂੰ ਕੋਈ ਦਿੱਕਤ ਨਹੀਂ, ਬੀਜੇਪੀ ਯੂਪੀ ਦੇ ਵਿੱਚ ਯੋਗੀ ਸਰਕਾਰ ਹੈ, ਸਾਨੂੰ ਏਦਾਂ ਦੇ ਪੋਲੀਟੀਕਲ ਨੁਮਾਇੰਦਿਆਂ ਤੋਂ, ਏਦਾਂ ਦੀ ਪੋਲੀਟੀਕਲ ਪਾਰਟੀ ਤੋਂ ਜਿਹੜੀ ਇਹ ਸੋਚ ਰੱਖਦੀ ਹੈ, ਔਰਤ ਵਿਰੋਧੀ, ਬਹੁਤ ਹੀ ਕਾਸਟਿਸਟ ਸੋਚ ਰੱਖਣ ਵਾਲੀ ਪਾਰਟੀ, ਇਹਨਾਂ ਨੂੰ ਵੀ ਸਾਨੂੰ ਨਕਾਰਨਾ ਪੈਣਾ, ਕਿਉਂਕਿ ਸਾਡੀ ਦੇਸ਼ ਦੀ ਰਾਜਨੀਤੀ ਸਾਡੇ ਦੇਸ਼ ਦੇ ਸਾਰੇ ਢਾਂਚਿਆਂ ਨੂੰ ਤੈਅ ਕਰਦੀ ਹੈ ਕਿ ਅਸੀਂ
ਕਿੱਦਾਂ ਕਿਸ ਵੇਲੇ ਕੀ ਕਰਾਂਗੇ, ਕੀ ਕਰ ਰਹੇ ਹੋਵਾਂਗੇ, ਕਿਸ ਤਰ੍ਹਾਂ ਸੋਚ ਰਹੇ ਹੋਵਾਂਗੇ। ਤੇ ਇਸ ਕਰਕੇ ਜੇ ਇਦਾਂ ਦੇ ਸਾਡੇ ਨੁਮਾਇੰਦੇ ਨੇ ਜਿਹੜੇ ਉਹ ਪਾਰਲੀਮੈਂਟ ਦੇ ਵਿੱਚ ਬੈਠਣਗੇ ਤਾਂ ਸਾਡੇ ਲਈ ਬਹੁਤ ਮੁਸ਼ਕਿਲ ਹੋਏਗਾ ਔਰਤ ਦੇ ਹੱਕਾਂ ਦੀ ਗੱਲ ਕਰਨਾ, ਔਰਤ ਦੀ ਬਰਾਬਰਤਾ ਦੀ ਗੱਲ ਕਰਨਾ, ਕਿਉਂਕਿ ਫਿਰ ਸੜਕਾਂ ਤੇ ਵੀ ਸਾਨੂੰ ਡੰਡੇ ਪੈਣਗੇ ਤੇ ਸੁਣਨ ਵਾਲਾ ਵੀ ਕੋਈ ਨਹੀਂ ਹੋਣਾ ਤੇ ਸਾਡੇ ਸਾਰੇ ਕਾਨੂੰਨ ਵੀ ਬਦਲ ਜਾਣਗੇ। ਇਸ ਕਰਕੇ ਐਜੂਕੇਸ਼ਨ ਸਿਸਟਮ ਤੇ ਕੰਮ ਕਰਨਾ ਇੱਕ ਚੀਜ਼ ਹੈ, ਸੁਸਾਇਟੀ ਦੇ ਵਿੱਚ ਕੰਮ ਕਰਨਾ ਇੱਕ ਚੀਜ਼ ਹੈ, ਆਪਦੀ ਰਾਜਨੀਤੀ ਤੈਅ ਕਰਨਾ ਬਹੁਤ ਜ਼ਰੂਰੀ ਚੀਜ਼ ਹੈ। ਤੇ ਮੈਨੂੰ ਲੱਗਦਾ ਇਹ ਹਾਈ ਟਾਈਮ ਹੈ ਕਿ ਅਸੀਂ ਸਮਝੀਏ ਕਿ ਇਸ ਟਾਈਮ ਜਿਹੜੀ ਸਾਡੇ ਦੇਸ਼ ਦੀ ਪਾਰਟੀ ਹੈ ਸੈਂਟਰ ਦੇ ਵਿੱਚ, ਉਹ ਔਰਤ ਵਿਰੋਧੀ ਹੈ, ਉਹ ਬਹੁਤ ਹੀ ਕਾਸਟਿਸਟ ਹੈ ਤੇ ਉਹ ਮੁਸਲਿਮ ਵਿਰੋਧੀ ਹੈ। ਇਸ ਕਰਕੇ ਤੇ ਉਹ ਇੰਨਾ ਹੀ ਆਪਣੀਆਂ ਵਿਰੋਧਤਾਵਾਂ ਦੇ ਚੱਲਦੇ ਬਹੁਤ ਸਾਰੀਆਂ ਅਟਰੋਸਿਟੀਜ਼, ਬਹੁਤ ਸਾਰੀਆਂ ਵਾਇਲੈਂਸ ਕਰਦੀ ਰਹੀ ਹੈ, ਜਿਹੜੇ ਸਾਡਾ ਮਤਲਬ ਕਹਿ ਲਓ ਨੇੜਲਾ ਭਵਿੱਖ ਜਿਹਦਾ ਗਵਾਹ ਰਿਹਾ ਹੈ। ਇਸ ਕਰਕੇ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਛੁਟਕਾਰਾ ਪਾਉਣਾ ਤੇ ਆਪਦੀ ਰਾਜਨੀਤੀ ਤੈਅ ਕਰਨਾ ਵੀ ਇੱਕ ਬਹੁਤ ਜ਼ਰੂਰੀ ਕਦਮ ਹੈ। ਬਿਲਕੁਲ ਬਿਲकुल ਬਿਨਾਂ ਸ਼ੱਕ ਇੱਕ ਪੋਲੀਟੀਕਲ ਇਸ਼ੂ ਹੈ ਤੇ ਇਹਦੇ ਹੱਲ ਪੋਲੀਟੀਕਲ ਲੈਵਲ ਤੇ ਹੀ ਹੋਣੇ ਨੇ, ਸਗੋਂ ਜ਼ਿਆਦਾ ਵੱਡੇ ਹੱਲ ਤਾਂ ਪੋਲੀਟੀਕਲ ਲੈਵਲ ਤੇ ਹੀ ਹੋਣੇ ਨੇ। ਜੇ ਅਸੀਂ ਸਾਈਕੀ ਚੇਂਜ ਕਰਨ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਸਾਰੇ ਢਾਂਚਿਆਂ ਨੂੰ ਖਤਮ ਕਰਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਪੋਲੀਟਿਕਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਉੱਥੋਂ ਗੱਲਾਂ ਤੈਅ ਹੋਣੀਆਂ ਹੁੰਦੀਆਂ ਨੇ ਸਾਰੀਆਂ। ਬਿਨਾਂ ਸ਼ੱਕ ਉਹ ਬਹੁਤ ਵੱਡਾ ਇਸ਼ੂ ਹੈ ਤੇ ਆਪਾਂ ਇਹ ਗੱਲ ਇੱਥੇ ਮੁੱਕਣੀ ਨਹੀਂ ਹੈਗੀ। ਕਿਸੇ ਦਿਨ ਫਿਰ ਆਪਾਂ ਇਹਦੇ ਅਗਲੇ ਪਾਸਾਰਾਂ ਬਾਰੇ, ਬਹੁਤ ਸਾਰੇ ਇਸ਼ੂਜ਼ ਬਾਕੀ ਨੇ ਇਸ ਮਸਲੇ ਤੇ, ਉਹਨਾਂ ਤੇ ਆਪਾਂ ਸਾਰਿਆਂ ਤੇ ਬਹੁਤ ਹੋਰ ਖੁੱਲ੍ਹ ਕੇ ਲਗਭਗ 1 ਘੰਟਾ ਗੱਲਬਾਤ ਕਰਾਂਗੇ। ਹੁਣ ਮੇਰੇ ਨਾਲ ਆਪਣੇ ਨਾਲ ਕੁਝ ਸਾਡੇ ਅੰਮ੍ਰਿਤਪਾਲ ਕੋ ਹੋਸਟ ਨੇ ਜਾਂ 1-2 ਹੋਰ ਆਪਾਂ ਭਾਵੇਂ ਇਨਵਾਈਟ ਨਹੀਂ ਕੀਤਾ ਸੀ ਇਸ ਡਿਬੇਟ ਦੇ ਵਿੱਚ, ਪ੍ਰਭਜੋਤ ਕੌਰ ਮੈਡਮ ਨੇ। ਜੇ ਉਹਨਾਂ 'ਚੋਂ ਕੋਈ ਸਵਾਲ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ। ਅੰਮ੍ਰਿਤਪਾਲ, ਰਿਸ਼ੂ, ਪ੍ਰਭਜੋਤ ਕੌਰ ਜਾਂ ਹੋਰ ਕੋਈ ਵੀ ਸਾਥੀ ਜੇ ਕੋਈ ਗੱਲ ਕਰਨੀ ਚਾਹੁੰਦਾ ਹੈ ਤਾਂ, ਨਹੀਂ ਤਾਂ ਫਿਰ ਆਪਾਂ ਇਹਨੂੰ ਸਮ ਅਪ ਕਰ ਰਹੇ ਹਾਂ ਇਸ ਤੋਂ ਬਾਅਦ। ਹੈਲੋ, ਹਾਂਜੀ ਸਰ ਜੀ। ਹਾਂਜੀ, ਮੇਰਾ ਇੱਕ ਸਵਾਲ ਹੈ ਮੈਡਮ ਨਵਕਰ ਨੂੰ ਕਿ ਮੀਟੂ ਦੀ ਜਿਹੜੀ ਐਕਸਰਸਾਈਜ਼ ਹੋਈ ਸੀ, ਇੱਕ ਮੁਹਿੰਮ ਚੱਲੀ ਸੀ, ਇਹਦੇ ਵਿੱਚ ਸੋਸ਼ਲ ਮੀਡੀਆ ਤੇ ਆ ਕੇ ਬਹੁਤ ਸਾਰੀਆਂ ਔਰਤਾਂ ਨੇ ਆਪਣਾ ਅਤੀਤ ਫਰੋਲਿਆ। ਕੀ ਉਸ ਨੂੰ ਨਿਆਇਕ ਜਿਹੜੀ ਸਾਡੀ ਪ੍ਰਕਿਰਿਆ ਹੈਗੀ ਹੈ ਉਹਦੇ ਵਿੱਚ ਸਬੂਤ ਵਜੋਂ ਪੇਸ਼ ਕੀਤਾ ਜਾ ਚੁੱਕਿਆ ਹੈ ਜਾਂ ਹੋ ਸਕਦਾ ਉਹ, ਪਰ ਮੈਂ ਦੇਖਿਆ ਕਿ ਉਸ ਦੇ ਆਉਣ ਦੇ ਬਾਵਜੂਦ ਵੀ ਇਹਨਾਂ ਮਾਮਲਿਆਂ ਦੇ ਵਿੱਚ ਸਜ਼ਾ ਦੀ ਦਰ ਕੋਈ ਜ਼ਿਆਦਾ ਵਧੀ ਨਹੀਂ ਜਾਂ ਉਸ ਨੂੰ ਕੋਈ ਉਦਾਹਰਨ ਬਣਾ ਕੇ ਸਜ਼ਾ ਨਹੀਂ। ਅਜਿਹਾ ਕਿਉਂ ਹੋਇਆ? ਕੀ ਉਸ ਨੂੰ ਉਦਾਹਰਨ ਮੰਨਿਆ ਜਾ ਸਕਦਾ? ਇੱਕਦਮ ਜੇ ਕੋਈ ਖੁੱਲ ਕੇ ਆਵੇ, ਮਤਲਬ ਮੰਨ ਲਓ ਕੋਈ ਕੁੜੀ ਹੈ ਜਿਹਨੇ ਸੋਸ਼ਲ ਮੀਡੀਆ ਤੇ ਲਿਖਿਆ ਆਪਣੇ ਤੇ ਮਤਲਬ ਅਤੀਤ ਚ ਹੋਏ ਆਪਣੇ ਕਿਸੇ ਅਸੌਲਟ ਬਾਰੇ ਆਪਦੇ ਉੱਤੇ ਹੋਏ, ਤਾਂ ਜੇ ਉਹ ਖੁੱਲ ਕੇ ਕੋਰਟ ਚ ਆਵੇ, ਉਸ ਕੇਸ ਨੂੰ ਫਾਈਟ ਕਰੇ ਤਾਂ ਮਤਲਬ ਬਿਲਕੁਲ ਉਹਨੂੰ ਲੀਗਲ ਜੋ ਬਣਦੇ ਹੱਕ ਨੇ ਉਹ ਮਿਲਣੇ ਚਾਹੀਦੇ ਨੇ। ਬਟ ਦ ਥਿੰਗ ਇਜ਼ ਹਲੇ ਤੱਕ ਇਹ ਨਹੀਂ ਹੋਇਆ ਕਿ ਆਪਣੇ ਆਪ ਲਾਅ ਨੇ ਇਨੀਸ਼ੀਏਟਿਵ ਲਿਆ ਹੋਵੇ ਕਿ ਜੇ ਕੋਈ ਓਪਨਲੀ ਆ ਕੇ ਬੋਲਿਆ ਤਾਂ ਆਪ ਉਹ ਕੇਸ ਖੋਲ ਕੇ ਉਹਦੇ ਤੇ ਕੋਈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੋਵੇ। ਇਹ ਨਹੀਂ ਹੋਇਆ, ਜਦ ਕਿ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਕਿਸੇ ਵੀ ਸੈਂਸਿਟਿਵ ਸਮਾਜ ਦੇ ਵਿੱਚ ਇਹ ਸੱਚਮੁੱਚ ਹੋਣਾ ਚਾਹੀਦਾ ਹੈ, ਕਿਉਂਕਿ ਕਿਤੇ ਨਾ ਕਿਤੇ ਇਹ ਵੀ ਸਾਡੇ ਸਮਾਜਿਕ ਤਾਣੇ ਬਾਣੇ ਦੀਆਂ ਕਹਿ ਲਓ ਕਮੀਆਂ ਨੇ ਕਿ ਕੁੜੀਆਂ ਖੁੱਲ ਕੇ ਸਾਹਮਣੇ ਆ ਨਹੀਂ ਸਕਦੀਆਂ ਜਾਂ ਆ ਨਹੀਂ ਪਾਉਂਦੀਆਂ ਆਪਣੇ ਤੇ ਹੋਏ ਅਸੌਲਟ ਬਾਰੇ ਗੱਲ ਕਰਨ ਲਈ। ਸੋਸ਼ਲ ਮੀਡੀਆ ਨੇ ਉਹਨਾਂ ਨੂੰ ਇੱਕ ਸੇਫ ਸਪੇਸ ਦਿੱਤੀ ਹੈ ਕਿ ਤੁਸੀਂ ਐਨੋਨਿਮਸਲੀ ਲਿਖ ਸਕਦੇ ਹੋ ਕਿ ਤੁਹਾਡੇ ਨਾਲ ਕੀ ਹੋਇਆ ਸੀ। ਇੱਕ ਤਰੀਕੇ ਨਾਲ ਉਹ ਕਹਿ ਲਓ ਵੀ ਪ੍ਰੈਸ਼ਰ ਕੁੱਕਰ ਦੀ ਸੀਟੀ ਵਾਂਗੂ ਹੈ ਕਿ ਟੈਂਪਰੇਰੀਲੀ ਇੱਕ ਗੁੱਸਾ ਕੱਢਣ ਲਈ ਜਾਂ ਐਟਲੀਸਟ ਸਮਾਜ ਦਾ ਸ਼ੀਸ਼ਾ ਦਿਖਾਉਣ ਲਈ ਇੱਕ ਪਲੇਟਫਾਰਮ ਦੇ ਤੌਰ ਤੇ ਸਾਰੀ ਮੀ ਟੂ ਮੂਵਮੈਂਟ ਕੰਮ ਕੀਤੀ ਆ। ਬਟ ਉਸੇ ਚੋਂ ਹੀ ਸਾਰਾ ਹੱਲ ਨਿਕਲ ਆਊਗਾ ਉਹ ਨਹੀਂ ਹੈ, ਕਿਉਂਕਿ ਮਤਲਬ ਜਿੰਨੇ ਕਲਪ੍ਰਿਟਸ ਨੇ ਉਹਨਾਂ ਨੂੰ ਸਜ਼ਾਵਾਂ ਦੇਣ ਲਈ ਫਾਈਨਲੀ ਸਾਨੂੰ ਲੀਗਲ ਰੂਟ ਲੈਣਾ ਹੀ ਪੈਣਾ। ਉਹਨਾਂ ਕੇਸਾਂ 'ਚ ਇਨਵੈਸਟੀਗੇਸ਼ਨ ਹੋਣੀ ਪੈਣੀ ਹੈ, ਤਦੇ ਹੀ ਅਸੀਂ ਲੈ ਸਕਦੇ ਹਾਂ। ਜਿਹਦੇ ਕਰਕੇ ਮੈਨੂੰ ਲੱਗਦਾ ਕਿ ਆਈਡੀਅਲ ਸੁਸਾਇਟੀ 'ਚ ਤਾਂ ਇਹ ਹੋਣਾ ਚਾਹੀਦਾ ਸੀ ਕਿ ਕੋਈ ਕੁੜੀ ਅਗਰ ਖੁੱਲ ਕੇ ਸਾਹਮਣੇ ਨਹੀਂ ਆ ਪਾ ਰਹੀ, ਇਹਦਾ ਮਤਲਬ ਉਹ ਸੁਸਾਇਟੀ ਦਾ ਫਲੋ ਹੈ, ਤਾਂ ਅਸੀਂ ਜਿਹੜੀ ਉਹਨੇ ਐਨੋਨਿਮਸਲੀ ਪੋਸਟ ਵੀ ਲਿਖੀ ਆ ਅਸੀਂ ਉਹਨੂੰ ਸੀਰੀਅਸਲੀ ਲਈਏ, ਉਹਨੂੰ ਇਨਵੈਸਟੀਗੇਟ ਕਰੀਏ ਤੇ ਜੋ ਬਣਦੇ ਨਤੀਜੇ ਨੇ ਉਹਨਾਂ ਤੇ ਪਹੁੰਚੀਏ। ਪਰ ਹਾਲੇ ਮੈਨੂੰ ਲੱਗਦਾ ਹੈ ਕਿ ਉਹ ਆਈਡੀਅਲ ਸੁਸਾਇਟੀ ਸਿਰਫ ਇੱਕ ਕਲਪਨਾ ਹੈ, ਅਸੀਂ ਉਹਨੂੰ ਹਕੀਕਤ 'ਚ ਬਦਲਣ ਤੋਂ ਹਲੇ ਕੋਹਾਂ ਦੂਰ ਹੈ।
ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪਹਿਲਾਂ ਸਾਡੀ ਸੁਸਾਇਟੀ ਨੂੰ, ਸਾਡੇ ਜਿਹੜੇ ਪ੍ਰੋਫੈਸਰ ਢਿੱਲੋਂ ਨੇ ਵੀ ਗੱਲ ਕੀਤੀ ਕਿ ਹਲੇ ਤਾਂ ਸਾਡਾ ਪੁਲਿਸ ਪ੍ਰਸ਼ਾਸਨ ਜਾਂ ਸਾਡੀਆਂ ਜਿਹੜੀਆਂ ਕੋਰਟਾਂ ਨੇ ਉਹੀ ਇੰਨੀਆਂ ਸੈਂਸਿਟਿਵ ਨਹੀਂ ਹੈਗੀਆਂ ਕਿ ਰੇਪ ਜਾਂ ਸੈਕਸ਼ੂਅਲ ਅਸੌਲਟ ਵਰਗੇ ਮੁੱਦਿਆਂ ਨੂੰ ਹੈਂਡਲ ਕਿਵੇਂ ਕਰਨਾ ਹੈ। ਇੱਕ ਇਹਨਾਂ ਦੀ ਜਿਹੜੀ ਨੈਸ਼ਨਲ ਲਾਅ ਯੂਨੀਵਰਸਿਟੀ ਹੈ ਦਿੱਲੀ, ਉਹਨਾਂ ਦੀ ਇੱਕ ਰਿਪੋਰਟ ਸੀ ਕਿ 99.1% ਸੈਕਸ਼ੂਅਲ ਅਸੌਲਟ ਦੇ ਕੇਸ ਨੇ ਜਿਹੜੇ ਉਹ ਰਿਪੋਰਟ ਨਹੀਂ ਹੁੰਦੇ ਸਾਡੇ ਦੇਸ਼ ਦੇ ਵਿੱਚ। 2015-16 ਦੀ ਇੱਕ ਰਿਪੋਰਟ ਹੈ। ਸਿਰਫ ਤੇ ਸਿਰਫ 0.99% ਕੇਸ ਨੇ ਜਿਹੜੇ ਉਹ ਰਿਪੋਰਟ ਹੁੰਦੇ ਨੇ। ਤੇ ਉਹਦੇ ਚ ਉਹਨਾਂ ਨੇ ਜਿਹੜੇ ਕਾਰਨ ਦੇਖੇ ਨੇ ਉਹ ਇਹ ਹੈ ਕਿ ਇੱਕ ਤਾਂ ਜਿਹੜੀ ਸ਼ੇਮ ਨਾਲ ਜੁੜੀ ਹੋਈ ਹੈ, ਸੈਕਸ਼ੂਅਲ ਅਸੌਲਟ ਦੇ ਨਾਲ ਜਿਹੜੀ ਵਿਕਟਿਮ ਸ਼ੇਮਿੰਗ ਜੁੜੀ ਹੋਈ ਹੈ, ਇੱਕ ਉਹ ਵੱਡਾ ਕਾਰਨ ਹੈ। ਦੂਜਾ ਵੱਡਾ ਕਾਰਨ ਹੈ ਮਿਸਟਰਸਟ ਪੁਲਿਸ ਪ੍ਰਸ਼ਾਸਨ ਤੇ ਕੋਰਟਾਂ ਦੇ ਉੱਤੇ, ਉਹ ਇੱਕ ਵੱਡਾ ਕਾਰਨ ਹੈ। ਇਹਦਾ ਮਤਲਬ ਪਹਿਲਾਂ ਸਾਨੂੰ ਆਪਣੇ ਸਮਾਜ ਨੂੰ ਜਾਂ ਸਮਾਜਿਕ ਢਾਂਚੇ ਨੂੰ, ਸਾਡੇ ਪੋਲੀਟੀਕਲ ਢਾਂਚੇ ਨੂੰ ਇੰਨਾ ਸੈਂਸਿਟਾਈਜ਼ ਕਰਨਾ ਪਊਗਾ ਕਿ ਅਸੀਂ ਕੁੜੀਆਂ ਨੂੰ ਖੁੱਲ ਕੇ ਮੌਕਾ ਦਈਏ ਕਿ ਉਹ ਆ ਕੇ ਬੋਲ ਤਾਂ ਸਕਣ, ਅਸੀਂ ਉਲਟਾ ਉਹਨਾਂ ਨੂੰ ਸ਼ੇਮ ਨਾ ਕਰੀਏ। ਜੀ ਪਰਮਜੋਤ ਕੌਰ ਮੈਡਮ, ਤੁਸੀਂ ਜੀ ਆਪਾਂ ਤੁਹਾਡੇ ਤੋਂ ਕਮੈਂਟ ਲੈਣੇ, ਆਖਰੀ ਕਮੈਂਟ ਕਮਲਜੀਤ ਮੈਡਮ, ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਜੋੜਨਾ ਚਾਹੁੰਦੀ ਸੀ ਮੈਡਮ ਇੱਕ ਮਿੰਟ, ਆਪਾਂ ਜੇ ਕੋਈ ਹੋਰ ਸਵਾਲ ਹੈ ਪਹਿਲਾਂ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਕਨਕਲੂਡ ਕਰ ਦਿਓ ਇਸ ਗੱਲ ਨੂੰ ਸਾਰੀ। ਨਹੀਂ, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਸੀ ਅਮਰਤਪਾਲ ਨੂੰ ਕਿ ਇਹ ਕੋਰਟਾਂ ਵਾਲਾ, ਪੁਲਿਸ ਵਾਲਾ ਇੰਨਾ ਥਕਾ ਦੇਣ ਵਾਲਾ ਪ੍ਰੋਸੈਸ ਹੁੰਦਾ ਹੈ, ਜਿਸ ਦੇ ਵਿੱਚ ਆਈਓ ਹੁੰਦਾ ਹੈ, ਉਹਨੇ ਕਿਸ ਤਰ੍ਹਾਂ ਕੇਸ ਬਣਾਇਆ, ਫਿਰ ਉਹਨੇ ਅੱਗੇ ਉਹ ਪੇਸ਼ ਕਰਨਾ ਵਿਦਨ 90 ਡੇਜ਼। ਇਹ ਇੰਨਾ ਕੁ ਥਕਾ ਦੇਣ ਵਾਲਾ ਹੁੰਦਾ ਹੈ, ਔਰਤਾਂ ਜਾ ਕੇ ਕਟਹਿਰੇ ਦੇ ਵਿੱਚ ਖੜਾ ਹੋਣਾ ਹੀ ਪਸੰਦ ਨਹੀਂ ਕਰਦੀਆਂ। ਇਸੇ ਕਰਕੇ 1983 ਦੇ ਵਿੱਚ ਜਦੋਂ ਮਥੁਰਾ ਕੇਸ ਦੀ ਜੱਜਮੈਂਟ ਦਿੱਤੀ ਤੇ ਉਹਨਾਂ ਨੇ ਉਹਨੂੰ ਸੀਕ੍ਰੇਟ ਤੇ ਔਰ ਵੀਡੀਓਗ੍ਰਾਫੀ ਕਰਕੇ ਔਰ ਕੱਲੀ ਔਰਤ ਨੂੰ ਜਿਹੜਾ ਹੈ ਖੜੇ ਹੋਣ ਦੀ ਕਿ ਪਬਲਿਕਲੀ ਉਸ ਦਾ ਸਟੇਟਮੈਂਟ ਰਿਕਾਰਡ ਨਾ ਕੀਤੀ ਜਾਵੇ, ਇਹ ਗੱਲਾਂ ਹੋਈਆਂ, ਪਰ ਅਜੇ ਵੀ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ। ਸੋ ਮੈਂ ਇੰਨਾ ਕੁ ਜੋੜਨਾ ਚਾਹੁੰਦੀ ਸੀ। ਮੀ ਟੂ ਦੀ ਜਿਹੜੀ ਮੂਵਮੈਂਟ ਸੀ ਉਹ ਸਿਰਫ ਇੱਕ ਤਰੀਕੇ ਨਾਲ ਸਾਡੇ ਸਮਾਜ ਦਾ ਜਾਂ ਸਾਡੇ ਪੋਲੀਟੀਸ਼ੀਅਨ ਦਾ, ਸਾਡੇ ਰਾਜ ਸੱਤਾ ਤੇ ਕੰਮ ਕਰ ਰਹੇ ਲੋਕਾਂ ਦਾ, ਜਾਂ ਮੀਡੀਆ ਦੇ ਵਿੱਚ, ਜਾਂ ਜਿਹੜੀ ਕੋਈ ਵੀ ਪਾਵਰਫੁਲ ਹੈ, ਉਹਦੇ ਕਿਸ ਤਰੀਕੇ ਨਾਲ ਉਹ ਐਕਸਪਲੋਇਟ ਕਰਦਾ ਔਰਤ ਨੂੰ ਇੱਕ ਐਜ਼ ਏ ਸੈਕਸ ਦੇ ਤੌਰ ਤੇ, ਵੀਕਰ ਸੈਕਸ ਦੇ ਤੌਰ ਤੇ। ਇਹ ਉਹਦਾ ਸਿਰਫ ਇੱਕ ਰਿਫਲੈਕਸ਼ਨ ਸੀ ਜਿਹੜਾ ਕਿ ਹੋਇਆ, ਚੰਗੀ ਗੱਲ ਹੈ, ਪਰ ਉਹ ਕੇਸ ਕਦੋਂ ਸੁਲਝਣਗੇ, ਕਦੋਂ ਕੋਰਟਾਂ ਜਾਣਗੇ, ਕਦੋਂ ਉਹਦਾ ਆਈਓ ਕਿਸ ਤਰੀਕੇ ਨਾਲ ਕੇਸ ਪ੍ਰੈਜ਼ੈਂਟ ਕਰਦਾ ਹੈ। ਔਰ ਫਿਰ ਉੱਥੇ ਬਹੁਤ ਸਾਰੇ ਕੇਸ ਹਾਰ ਜਾਂਦੇ ਆ। ਜਿਵੇਂ ਪਿਛਲੇ 7-8 ਸਾਲਾਂ ਦੀ ਰਿਪੋਰਟ ਇਹ ਆਈ ਕਿ 2.5 ਲੱਖ ਦੇ ਕਰੀਬ, 6 ਸਾਲਾਂ ਦੀ ਰਿਪੋਰਟ 'ਚ 2.5 ਲੱਖ ਕੇਸ ਜਿਹੜੇ ਰਜਿਸਟਰਡ ਹੋਏ, ਉਹਦੇ ਚੋਂ 7,000 ਕੇਵਲ 7,000 ਲੋਕਾਂ ਨੂੰ ਕਨਵੈਕਟ ਕੀਤਾ ਗਿਆ। ਸੋ ਮੈਂ ਇੰਨਾ ਕੁ ਜੋੜਨਾ ਚਾਹੁੰਦੀ ਸੀ ਜੀ। ਸੌਰੀ। ਕੋਈ ਪ੍ਰਭਜੋਤ ਕੌਰ ਮੈਡਮ, ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ? ਉਹਨਾਂ ਦਾ ਹਾਂ, ਹੁਣ ਕਰ ਲਿਆ ਉਹਨਾਂ ਨੇ ਮਿਊਟ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਰ, ਇੱਕ ਤਾਂ ਇਹ ਜਿੱਦਾਂ ਬੀਇੰਗ ਪੇਰੈਂਟ ਮੈਨੂੰ ਇਹ ਮਹਿਸੂਸ ਹੋ ਰਹੀ ਹੈ ਚੀਜ਼ ਕਿ ਜਿੱਦਾਂ ਸਾਡੀ ਐਜੂਕੇਸ਼ਨ ਵੀ ਲੈਕਿੰਗ ਹੈਗੀ ਆ। ਸਾਡੇ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਇਹਨਾਂ ਨੂੰ ਜਿੱਦਾਂ ਪ੍ਰੋਵਾਈਡ ਕਰਨੀ ਚਾਹੀਦੀ ਹੈ, ਕਿਉਂਕਿ ਹੁਣ ਬੀਇੰਗ ਪੇਰੈਂਟਸ, ਸਿੰਗਲ ਪੇਰੈਂਟ ਆ ਮੈਂ, ਤੇ ਮੈਨੂੰ ਗੁੜੀਆ ਤੇ ਮੇਰਾ ਬੇਟਾ ਹੈ। ਮੈਂ ਕਾਫੀ ਚੀਜ਼ਾਂ ਜਿਹੜੀਆਂ ਆਪਣੀ ਗੁੜੀਆ ਨੂੰ ਤਾਂ ਸਮਝਾ ਸਕਦੀ ਹਾਂ, ਸਮਝਾਉਂਦੀ ਹਾਂ, ਤੇ ਕੁਛ ਚੀਜ਼ਾਂ 'ਚ ਮੈਂ ਆਪਣੇ ਬੇਟੇ ਨੂੰ ਕੁਛ ਗੱਲਾਂ ਨਹੀਂ ਸਮਝਾ ਸਕਦੀ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਮੇਰੇ 'ਚ ਕਮੀ ਹੈ, ਤੇ ਮੈਨੂੰ ਲੱਗਦਾ ਕਿ ਸਾਡੇ ਐਜੂਕੇਸ਼ਨ ਸਿਸਟਮ ਨੂੰ ਵੀ ਇੰਪਰੂਵ ਕਰਨਾ ਚਾਹੀਦਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਅੱਛੀ ਗੱਲ ਕੀਤੀ ਹੈ ਤੁਸੀਂ। ਇਹ ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਆਪਾਂ ਇਹਨਾਂ ਤੇ ਗੱਲ ਕੀਤੀ ਸੀ, ਪਰ ਕਿਉਂਕਿ ਸਮਾਂ ਵਕਤ ਘੱਟ ਸੀ ਤੇ ਇਸ ਪੁਆਇੰਟ ਤੇ ਆਪਾਂ ਉਵੇਂ ਫੋਕਸ ਨਹੀਂ ਕਰ ਸਕੇ ਹੈਗੇ। ਹੁਣ ਆਪਾਂ ਕਮਲਜੀਤ ਮੈਡਮ ਨੂੰ ਕਹਾਂਗੇ ਕਿ ਲਾਸਟ ਕਮੈਂਟ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨੂੰ ਕਨਕਲੂਡ ਕਰਦੇ ਹੋਏ। ਸਰ, ਇੱਕ ਸਵਾਲ ਹੋਰ ਸੀ ਜੀ ਮੈਡਮ ਕਮਲਜੀਤ ਜੀ, ਕਿ ਮੈਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਔਰਤਾਂ ਦੇ ਉੱਪਰ ਵੀ ਕਾਫੀ ਜੁਰਮ ਹੋ ਰਹੇ ਨੇ, ਆਪਾਂ ਦੇਖ ਰਹੇ ਪੂਰੇ ਦੇਸ਼ 'ਚ, ਪੂਰੇ ਦੁਨੀਆ 'ਚ ਹੋ ਰਹੇ ਨੇ, ਪਰ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਔਰਤਾਂ ਦੀ ਜਥੇਬੰਦੀ ਹੈ ਜਾਂ ਕੋਈ ਮੂਵਮੈਂਟ ਹੈ ਜਿਹੜੀ ਇਸ ਮਸਲਿਆਂ ਨੂੰ ਰਿਪਰੈਜ਼ੈਂਟ ਕਰਦੀ ਹੋਵੇ ਤੇ ਜਿਹੜੇ ਸਿਰਫ ਔਰਤਾਂ ਨਾਲ ਸੰਬੰਧਿਤ ਹੋਣ? ਮੈਨੂੰ ਥੋੜਾ ਜਿਹਾ ਪ੍ਰੈਕਟੀਕਲੀ ਮਤਲਬ ਮਸਲੇ ਨੂੰ। ਹਾਂ, ਬੜਾ ਅੱਛਾ ਸਵਾਲ ਹੈ। ਮੈਂ ਇੱਕ ਗੱਲ ਇਹ ਕਹਿ ਦਿਆਂ ਕਿ ਜਿੰਨੀਆਂ ਵੀ ਵੂਮਨ ਆਰਗੇਨਾਈਜੇਸ਼ਨ ਨੇ ਉਹ ਪੋਲੀਟੀਕਲ ਪਾਰਟੀਆਂ ਨਾਲ ਅਫੀਲੀਏਟਡ ਨੇ। ਇਹ ਇੱਕ ਬੜਾ ਚੰਗੀ ਗੱਲ ਵੀ ਹੈ ਤੇ ਮਾੜੀ ਗੱਲ ਵੀ ਹੈ। ਐਜ਼ ਏ ਵੂਮਨ ਮੂਵਮੈਂਟ, ਐਜ਼ ਏ ਵੂਮਨ ਜਿਹੜੀ ਇੱਕ ਪ੍ਰੈਸ਼ਰ ਗਰੁੱਪ ਹੁੰਦਾ ਹੈ, ਅਸੀਂ ਹੁਣ ਇਹ ਕੋਸ਼ਿਸ਼ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ
ਜਾਂ ਮੈਂ 2016 ਚ ਵੀ ਅਸੀਂ ਇਕੱਠੇ ਹੋਏ ਸੀ। ਜਿਸ ਤਰ੍ਹਾਂ ਜਿਹੜੀ ਹੈ ਪੰਜਾਬ ਇਸਤਰੀ ਸਭਾ ਸਭ ਤੋਂ ਪੁਰਾਣੀ ਆਰਗੇਨਾਈਜੇਸ਼ਨ ਹੈ ਜਿਹੜੀ 1942 ਚ ਬਣੀ, ਔਰ फिर उस तो बाद जड़ी है एपवा है, एडवा है, प्रगतिशील महिला संगठन है, इस तरह ऑर्गेनाइजेशन ने, पर वो सारियां अफिलिएटेड टू द पोलिटिकल पार्टीज ने। ਈਵਨ ਕਾਂਗਰਸ ਦੇ ਵਿੱਚ ਵੀ ਔਰਤਾਂ ਕੰਮ ਕਰਦੀਆਂ ਨੇ ਜਾਂ ਅਕਾਲੀ ਦਲ ਦੇ ਵਿੱਚ ਵੀ ਨੇ, ਪਰ ਵਿਦਨ ਦਾ ਪਾਰਟੀ ਸਿਸਟਮ ਇਹ ਤੁਹਾਨੂੰ ਮੈਂ ਬਿਯੋਂਡ ਸਾਰੀਆਂ ਪਾਰਟੀਆਂ ਤੋਂ, ਚਾਹੇ ਉਹ ਲੈਫਟ ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਹੈ, ਕਾਂਗਰਸ ਹੈ, ਭਾਜਪਾ ਹੈ, ਔਰਤਾਂ ਦੇ ਮਸਲਿਆਂ ਨੂੰ ਨਗੂਣਾ ਕਰਕੇ ਔਰ ਉਹਨਾਂ ਨੂੰ ਸੈਂਟਰ ਸਟੇਜ ਲਿਆ ਹੀ ਨਹੀਂ ਜਾਂਦਾ। ਤੇ ਇਹ ਜਿਹੜਾ ਹੈ ਇਹ ਵੀ ਇੱਕ ਵਿਦਨ ਦਾ ਪਾਰਟੀਜ਼ ਪੈਟਰੀਆਰਕਲ ਮਾਈਂਡਸੈਟ ਹੈ ਜਿਹੜਾ ਕਿ ਔਰਤਾਂ ਦੇ ਮਸਲਿਆਂ ਨੂੰ ਉਸ ਤਰ੍ਹਾਂ ਕੋਟ ਨਹੀਂ ਕਰਦਾ। ਸੋ ਇਹ ਪੰਜਾਬ ਦੇ ਵਿੱਚ ਆਰਗੇਨਾਈਜੇਸ਼ਨ ਹੈ ਨਹੀਂ, ਚੰਡੀਗੜ੍ਹ ਦੇ ਵਿੱਚ ਵੀ ਹੈ। ਮੈਂ ਮੋਸਟਲੀ ਵਰਕ ਚੰਡੀਗੜ੍ਹ 'ਚ ਕੀਤਾ ਪਿਛਲੇ 30 ਸਾਲਾਂ ਤੋਂ। ਸਾਡੀ ਆਪਣੀ ਆਰਗੇਨਾਈਜੇਸ਼ਨ, ਅਸੀਂ ਇਹਨਾਂ ਦੇ ਸੈਕਸੁਅਲ ਹਰਾਸਮੈਂਟ, ਫੈਮਿਲੀ ਡਿਸਪਿਊਟ ਜਾਂ ਖਾਸ ਕਰਕੇ ਉਹ ਮੁੱਦੇ ਉਠਾਉਂਦੇ ਰਹੇ ਹਾਂ ਔਰ ਉਹਨਾਂ ਨੂੰ ਇੰਟਰੈਕਟ ਕਰਦੇ ਰਹੇ ਹਾਂ। ਸੋ ਇਸ ਕਰਕੇ ਇੱਕ ਬਹੁਤ ਵੱਡੀ ਸ਼ਕਤੀਸ਼ਾਲੀ ਪ੍ਰੈਸ਼ਰ ਗਰੁੱਪ ਦੀ ਲੋੜ ਹੈ। ਅਸੀਂ 2016 ਦੇ ਵਿੱਚ ਜਦੋਂ 17 ਦੀਆਂ ਇਲੈਕਸ਼ਨ ਸੀ, ਅਸੀਂ ਇੱਕ ਔਰਤਾਂ ਦੀ ਸਿਹਤ, ਸੁਰੱਖਿਆ ਤੇ ਸਿੱਖਿਆ ਦੇ ਉੱਤੇ ਤਿੰਨ ਨੁਕਤਿਆਂ ਦੇ ਉੱਤੇ ਇੱਕ ਅਸੀਂ ਜੈਂਡਰ ਬਜਟਿੰਗ ਕਰਨ ਦੀ ਪੋਲੀਟੀਕਲ ਪਾਰਟੀਜ਼ ਨੂੰ ਅਸੀਂ ਇੱਕ ਮੈਮੋਰੈਂਡਮ ਦਿੱਤਾ ਸੀ ਕਿ ਤੁਸੀਂ ਇਹਦੇ ਉੱਤੇ ਕੀ ਕਰ ਰਹੇ ਹੋ। ਉਹਦੇ 'ਚ ਵੱਡੇ ਵੱਡੇ ਮੁੱਦੇ ਕਰ ਦਿੰਦੇ ਨੇ ਪਰ ਕੁਝ ਵੀ ਨਹੀਂ ਹੈ, ਜੈਂਡਰ ਬਜਟਿੰਗ ਹੈ ਹੀ ਨਹੀਂ। ਤੁਸੀਂ ਹੁਣ ਦੇਖੋ ਔਰਤਾਂ ਦੀ ਸਿਹਤ ਕੈਸੀ ਪੰਜਾਬ 'ਚ, ਸੁਰੱਖਿਆ ਕੈਸੀ ਹੈ ਤੇ ਜਿਹੜੀ ਸਾਡੀ ਸਿੱਖਿਆ ਕਿਸ ਤਰ੍ਹਾਂ ਦੀ ਹੈ। ਈਵਨ ਕਿ ਜਦੋਂ ਬਠਿੰਡੇ ਦੇ ਵਿੱਚ ਇੱਕ ਔਰਤ ਜਿਹੜੀ ਕੁੜੀ ਸੀ, ਮਤਲਬ ਉਹ ਸਾਡੀ ਮਾਨਸਿਕਤਾ ਦਾ ਮੁਜ਼ਾਹਰਾ ਸੀ, ਜਿਹੜੀ ਨੱਚ ਰਹੀ ਸੀ ਤੇ ਉਹਨੂੰ ਉਹਦੇ ਉੱਤੇ ਗੋਲੀ ਮਾਰ ਦਿੱਤੀ ਗਈ। 3-4 ਸਾਲ ਪਹਿਲਾਂ ਦੀ ਗੱਲ ਹੈ, ਬਠਿੰਡੇ ਦੇ ਨੇੜੇ ਇੱਕ ਪਿੰਡ ਸੀ, ਆਰਕੈਸਟਰਾ ਗਰੁੱਪ ਦੇ ਵਿੱਚ, ਮੋੜ ਦੇ ਵਿੱਚ। ਉਹ ਫਿਰ ਉਸਦੇ ਹਸਬੈਂਡ ਨੂੰ ਵੀ ਮਾਰ ਦਿੱਤਾ ਗਿਆ। ਇਹ ਉਹਦੀ ਸੈਕਸੁਅਲ ਹਰਾਸਮੈਂਟ ਐਟ ਵਰਕ ਪਲੇਸ ਸੀ, ਜਿਹੜੀ ਵਿਸ਼ਾਖਾ ਜਜਮੈਂਟ ਦੇ ਵਿੱਚ ਸਾਨੂੰ ਲਾਈਮਲਾਈਟ ਚ ਆਉਂਦੀ ਹੈ। ਪਰ ਕਿਉਂਕਿ ਜਿਹੜੀ ਧੌਂਸ ਹੈ, ਜਿਹੜੀ ਧੌਂਸ ਜਿਹੜੀ ਹੈ, ਪਾਵਰ ਹੈ ਜਿਹੜੀ, ਉਹਦੇ ਨਾਲ ਫਿਰ ਕਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਕਿਵੇਂ ਪੈਸਾ ਚੱਲਦਾ ਹੈ, ਇਹ ਸਾਰਾ ਕੁਝ ਹੈ। ਜਿੰਨੀ ਦੇਰ ਤੱਕ ਸਾਡੀ ਪੁਲਿਸ ਇੰਡੀਪੈਂਡੈਂਟ ਹੋ ਕੇ ਸੰਵੇਦਨਸ਼ੀਲ ਤਰੀਕੇ ਨਾਲ ਇਹਨਾਂ ਮੁੱਦਿਆਂ ਨੂੰ ਨਹੀਂ ਲੈਂਦੀ, ਉਹਦੇ ਹੱਲ ਨਹੀਂ ਨਿਕਲ ਸਕਦੇ। ਇਹਦੇ ਲਈ ਬਹੁਤ ਜ਼ਰੂਰੀ ਹੈ ਔਰ ਲਗਾਤਾਰ ਇਹਦੇ ਤੇ ਕੰਮ ਕਰਨ ਦੀ ਲੋੜ ਹੈ। ਜੀ ਦੋਸਤੋ, ਬਹੁਤ ਸਾਰੀਆਂ ਗੱਲਾਂ ਆਪਾਂ ਕੀਤੀਆਂ ਨੇ ਪਰ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਰਹਿੰਦੀਆਂ ਨੇ ਅਜੇ। ਜਿਹੜੀਆਂ ਅੱਜ ਦੀ ਗੱਲਾਂ ਦੇ ਵਿੱਚੋਂ ਮੁੱਖ ਤੌਰ ਤੇ ਜਿਹੜੀ ਗੱਲ ਨਿਕਲਦੀ ਹੈ ਕਿ ਅਸੀਂ ਔਰਤ ਨੂੰ ਇੱਕ ਮਨੁੱਖ ਦੇ ਤੌਰ ਤੇ ਸਵੀਕਾਰ ਕਰੀਏ, ਉਵੇਂ ਜਿਵੇਂ ਉਹਦੀਆਂ ਇੱਛਾਵਾਂ ਦੀ ਕਦਰ ਕਰੀਏ, ਉਹਦੀ ਚਾਹਤ ਦੀ ਕਦਰ ਕਰੀਏ, ਉਹਦੀ ਆਜ਼ਾਦੀ ਦੀ ਕਦਰ ਕਰੀਏ। ਉਸ ਨੂੰ ਇੱਕ ਵਸਤੂ ਦੇ ਤੌਰ ਤੇ ਜਾਂ ਉਸ ਨੂੰ ਰਿਸ਼ਤੇ ਦੇ ਤੌਰ ਤੇ ਪਰਿਭਾਸ਼ਿਤ ਨਾ ਕਰੀਏ ਜਾਂ ਡਿਪੈਂਡੈਂਟ ਦੇ ਤੌਰ ਤੇ ਉਹਨੂੰ ਪਰਿਭਾਸ਼ਿਤ ਨਾ ਕਰੀਏ। ਜਦੋਂ ਅਸੀਂ ਉਹਨੂੰ ਇੱਕ ਮਨੁੱਖ ਦੇ ਤੌਰ ਤੇ ਡੀਲ ਕਰਾਂਗੇ, ਉਸ ਨੂੰ ਇੱਕ ਜਿਉਂਦੀ ਜਾਗਦੀ ਚੀਜ਼ ਦੇ ਤੌਰ ਤੇ ਡੀਲ ਕਰਾਂਗੇ ਤਾਂ ਸ਼ਾਇਦ ਅਸੀਂ ਬਹੁਤ ਸਾਰੇ ਹੱਲ ਇਹਦੇ ਵਿੱਚੋਂ ਕੱਢ ਸਕਾਂਗੇ। ਪਰ ਇਹਦੇ ਨਾਲ ਨਾਲ ਬਹੁਤ ਪੱਧਰਾਂ ਤੇ ਇਹਦਾ ਟ੍ਰੀਟਮੈਂਟ ਹੋਣ ਦੀ ਜ਼ਰੂਰਤ ਹੈ। ਕਾਨੂੰਨ ਦਾ ਪੱਧਰ ਵੱਖਰਾ ਹੈ, ਪੋਲੀਟੀਕਲ ਸਿਸਟਮ ਦਾ ਪੱਧਰ ਵੱਖਰਾ ਹੈ, ਐਜੂਕੇਸ਼ਨ ਦਾ ਪੱਧਰ ਵੱਖਰਾ ਹੈ, ਸਾਡੇ ਜਿਹੜੇ ਜਾਤੀਗਤ ਤੇ ਧਰਮਗਤ ਮਸਲੇ ਨੇ ਉਹਨਾਂ ਦਾ ਪੱਧਰ ਵੱਖਰਾ ਹੈ। ਸੋ ਬਹੁਤ ਸਾਰੇ ਪੱਖ ਨੇ ਇਹਦੇ, ਜਿਨ੍ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਿਨ ਹੋਰ ਆਪਾਂ ਇਸ ਤਰ੍ਹਾਂ ਘੰਟਾ ਸਵਾ ਘੰਟਾ ਚਰਚਾ ਕਰਾਂਗੇ। ਡਾਕਟਰ ਕਮਲਜੀਤ ਢਿੱਲੋਂ ਮੈਡਮ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਆਖਰੀ ਜਿਹੜਾ ਗੱਲ ਕਹਿਣਾ ਚਾਹਨੀ ਹਾਂ ਕਿ ਪੰਜਾਬ ਦੇ ਕੰਟੈਸਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਆਪਾਂ ਉਹ ਮੁੱਦਾ ਛੋਹਿਆ ਸੀ ਉਹਦੀ ਗੱਲ ਪੂਰੀ ਨਹੀਂ ਹੋਈ ਕਿ ਕੀ ਰੇਪ ਵਾਲੇ ਨੂੰ ਜਿਹੜੀ ਆ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਇੱਕ ਵੱਖਰੀ ਬਹਿਸ ਦਾ ਮੁੱਦਾ ਹੈ, ਇਹਦੇ ਉੱਤੇ ਦੇ ਬਹੁਤ ਇਨਸ ਐਂਡ ਆਊਟਸ ਹੈ। ਮੇਰੀ ਪਰਸਨਲ ਰਾਏ ਇਹ ਹੈ ਕਿ ਇਹ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਮੈਂ ਜਦੋਂ ਭਾਂਬਰੀ ਦੇਵੀ ਨਾਲ ਗੱਲ ਕਰ ਰਹੀ ਸੀ, ਉਹਨੇ ਵੀ ਕਿਹਾ, ਮੈਂ ਕਿਹਾ ਵੀ ਤੁਸੀਂ ਚਾਹੁੰਦੇ ਸੀ ਫਾਂਸੀ, ਕਿਉਂਕਿ ਅੱਜ ਤੱਕ ਉਸਦੇ 2 ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੀ ਉਹ ਮਰ ਚੁੱਕੇ ਨੇ, ਇੱਕੋ ਹੀ ਜਿਉਂਦਾ ਹੈ। ਮਤਲਬ ਉਹ ਪਿਛਲੇ 26 ਸਾਲ ਤੋਂ ਕੇਸ ਲੜ ਰਹੀ ਹੈ। ਇੰਨਾ ਲੰਬਾ ਨਹੀਂ ਹੋਣਾ ਚਾਹੀਦਾ। ਦੂਸਰਾ, ਪੰਜਾਬ ਦੀ ਧਰਤੀ ਦੇ ਉੱਤੇ ਮੈਂ ਇੱਕ ਗੱਲ ਜਿਹੜੀ ਕਹਿਣਾ ਚਾਹੁੰਦੀ ਸੀ ਬੜੀ ਜ਼ੋਰ ਦੇ ਕੇ, ਕਿ ਗੁਰੂ ਨਾਨਕ ਦਾ ਇੱਕ ਜਿਹੜਾ ਭਗਤੀ ਮੂਵਮੈਂਟ ਦਾ, ਜਿਹਨੇ ਇੱਕ ਮਨੁੱਖ ਨੂੰ ਬਰਾਬਰ ਦੀ ਗੱਲ ਕੀਤੀ, ਤੇ ਈਵਨ ਕਿ ਸਾਡੀ ਜਿਹੜੀ ਸਿੱਖ ਸਿਧਾਂਤਾਂ, ਸਿੱਖ ਮਰਿਆਦਾ ਦੇ ਵਿੱਚ ਜਾਂ ਸਾਡੇ ਜਿਹਨੂੰ ਅਸੀਂ ਕਹੀਏ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਵੀ ਔਰਤ ਨੂੰ ਗੁਰੂ ਸਾਹਿਬ ਨੇ ਥਿਉਰੀ ਦੇ ਪੱਧਰ ਤੇ ਤਾਂ ਬਰਾਬਰ ਦਾ ਦਰਜਾ ਦਿੱਤਾ। ਪਰ ਅਸੀਂ ਫਿਰ ਉਸੇ ਹੀ ਕਾਸਟਿਜ਼ਮ, ਉਸੇ ਹੀ ਮਨੂ ਸਿਮਰਤੀ, ਉਹਦੇ ਵਿੱਚੋਂ ਗੁਰੂ ਸਾਹਿਬ ਦੀ ਸਿੱਖਿਆ, ਭਗਤੀ ਮੂਵਮੈਂਟ ਦੀ ਸਿੱਖਿਆ, ਉਹ ਦੌਰ ਖਾਰਜ ਹੀ ਕਰ ਦਿੱਤਾ। ਜਿਹੜਾ
ਜਿਨ੍ਹਾਂ ਨੇ ਕਾਸਟਿਜ਼ਮ ਦੇ ਖਿਲਾਫ ਗੱਲ ਕੀਤੀ, ਜਿਨ੍ਹਾਂ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਥਿਊਰੀ ਦੇ ਵਿੱਚ, ਜੀ ਤੇ ਜਿਹੜੀਆਂ ਇੰਪਲੀਮੈਂਟ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੇ ਫਿਰ ਉਹੀ ਮਨੁਸਮ੍ਰਿਤੀ ਨੂੰ ਸਾਡੀ ਮਾਨਸਿਕਤਾ ਦੇ ਵਿੱਚ, ਧਰਮ ਦੇ ਵਿੱਚ ਲਿਆ ਕੇ ਔਰਤ ਨੂੰ ਨਿਵਾਣ ਦੇ ਵਿੱਚ ਅਜੇ ਵੀ ਔਰਤਾਂ ਲੜ ਰਹੀਆਂ ਨੇ ਕਿ ਸਾਨੂੰ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਨ ਦੀ ਆਜ਼ਾਦੀ ਦਿੱਤੀ ਜਾਵੇ, ਸਾਨੂੰ ਬਰਾਬਰ ਦੀ ਗੱਲ ਹੋਵੇ। ਉਹ ਵੀ ਇਸ਼ੂਜ਼ ਨੇ ਸਾਡੇ। ਸੋ ਸਮੁੱਚੇ ਤੌਰ ਤੇ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਤੁਹਾਡਾ ਦੀਪ ਜੀ ਅੱਜ ਸ਼ੁਕਰੀਆ ਬਹੁਤ ਬਹੁਤ, ਇਹ ਬਹੁਤ ਹੀ ਸੈਂਸਿਟਿਵ ਇਸ਼ੂ ਸੀ, ਤੁਸੀਂ ਇਹਦੇ ਤੇ ਫੋਕਸ ਕੀਤਾ, ਸਾਡੀ ਲੋਕਾਂ ਦਾ, ਸਾਡਾ ਧਿਆਨ ਵੀ, ਮੈਨੂੰ ਵੀ ਥੋੜਾ ਜਿਹਾ ਹੋਰ ਨੈਟ ਕੇ ਦੇਖਣ ਦਾ ਮੌਕਾ ਮਿਲਿਆ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਇਹ ਸਾਰੇ ਮੁੱਦੇ ਜਿਹੜੇ ਨੇ ਇਹ ਸਾਡੇ ਸਮਾਜ ਦੇ ਮੁੱਦੇ ਨੇ, ਮੈਂ ਇਹ ਕਹਿਣਾ ਚਾਹਨੀ ਹਾਂ। ਇਸ ਅਸੀਂ ਰਲ ਮਿਲ ਕੇ ਮਰਦ ਔਰਤਾਂ ਨੇ, ਇਹਦੇ ਚ ਅਸੀਂ ਵਿਰੋਧੀ ਨਹੀਂ ਹੈ। ਅੱਜ ਦੀ ਜਿਹੜੀ ਫੈਮਿਨਿਸਟ ਮੂਵਮੈਂਟ ਹੈ ਉਹ 1970 ਵਾਲੀ ਫੈਮਿਨਿਸਟ ਮੂਵਮੈਂਟ ਨਹੀਂ ਹੈ, ਜਦੋਂ ਇਹ ਕਹਿੰਦੇ ਸੀ ਕਿ ਮਰਦ ਦੇ ਵਿਰੋਧ ਦੀ। ਫੈਮਿਨਿਸਟ ਮੂਵਮੈਂਟ ਦੇ ਵਿੱਚ ਵੀ ਬੜੀਆਂ ਸਾਰੀਆਂ ਊਣਤਾਈਆਂ ਰਹੀਆਂ ਉਹਦੀ ਗਰੋਥ ਦੇ ਵਿੱਚ, ਯਾਤਰਾ 'ਚ। ਉਦੋਂ ਮਰਦ ਵਿਰੋਧ ਦੀ ਮੂਵਮੈਂਟ ਦੇ ਤੌਰ ਤੇ, ਕਿਉਂਕਿ ਫਸਟ ਰਿਐਕਸ਼ਨ ਸੀ ਆਫਟਰ ਦਾ ਇੰਡੀਪੈਂਡੈਂਸ। ਪਰ ਅੱਜ ਦੀ ਜਿਹੜੀ ਫੈਮਿਨਿਸਟ ਮੂਵਮੈਂਟ ਹੈ ਉਹ ਸਮੁੱਚੀ ਸੁਸਾਇਟੀ ਨੂੰ, ਸਮੁੱਚੇ ਮਰਦਾਂ ਨੂੰ ਜੋੜ ਕੇ, ਕਿਉਂਕਿ ਜੇ ਅੱਧ ਹੀ ਤੁਹਾਡਾ ਜਿਹੜਾ ਹੈ ਬਿਮਾਰ ਹੈ, ਅੱਧ ਹੀ ਜਿਹੜਾ ਹੈ ਤੁਹਾਡਾ ਪਛੜਿਆ ਹੋਇਆ ਹੈ, ਤੇ ਇੱਕ ਤੰਦਰੁਸਤ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੋ ਇਹ ਮੁੱਦੇ ਜਿਹੜੇ ਨੇ ਸਾਰੇ ਸਮਾਜ ਦੇ ਮੁੱਦੇ ਨੇ। ਅੱਜ ਆਪਾਂ ਥੋੜੀ ਜਿਹੀ ਚਰਚਾ ਕੀਤੀ ਹੈ ਕਿਉਂਕਿ ਗੁਰੂ ਨਾਨਕ ਕਹਿੰਦੇ ਨੇ ਕਿ ਕਿਛ ਕਹੀਏ ਕਿਛ ਸੁਣੀਏ ਨਾਨਕ, ਕਿ ਜਿਹੜਾ ਸੁਣਨ ਹੈ ਕਹਿਣ ਦਾ ਸੰਵਾਦ ਜਿਹੜਾ ਹੈ ਉਹ ਚੱਲਣਾ ਜ਼ਰੂਰੀ ਹੈ। ਸੰਵਾਦ ਦੇ ਵਿੱਚੋਂ ਹੀ ਇੱਕ ਨਵੀਂ ਗੱਲ ਨਿਕਲੇਗੀ। ਸੋ ਬਹੁਤ ਬਹੁਤ ਸ਼ੁਕਰੀਆ। ਅਸੀਂ ਕੁਝ ਮੁੱਦਿਆਂ ਦੇ ਉੱਤੇ ਗੱਲ ਕੀਤੀ ਜੀ। ਬਹੁਤ ਧੰਨਵਾਦ ਮੈਮ ਤੁਹਾਡਾ। ਨਵਕਰਨ ਤੁਹਾਡਾ ਵੀ ਬਹੁਤ ਧੰਨਵਾਦ। ਅੰਮ੍ਰਿਤਪਾਲ, ਪ੍ਰਭਜੋਤ ਕੌਰ, ਹੋਰ ਜਿਹੜੇ ਸਾਰੇ ਜੁੜੇ ਹੋਏ ਨੇ। ਆਪਾਂ ਇਹਦਾ ਨੈਕਸਟ ਐਪੀਸੋਡ ਕਰਾਂਗੇ, ਉਹ 'ਚ ਡਾਕਟਰ ਜਸਮਲਕੀਤ ਹੋਰਾਂ ਨੂੰ ਵੀ ਸ਼ਾਮਲ ਕਰਾਂਗੇ। ਉਹ ਆਡੀਓ ਉਹਨਾਂ ਦੀ ਕਨੈਕਟ ਨਹੀਂ ਹੋ ਸਕੀ, ਇਸ ਕਰਕੇ ਆਪਣੇ ਨਾਲ ਜੁੜ ਨਹੀਂ ਸਕੇ ਹੈਗੇ। ਉਹਦੇ ਵਿੱਚ ਸਾਰੇ ਆਪਾਂ ਰਾਜਸੀ ਮੁੱਦਿਆਂ ਦੀ ਗੱਲ ਕਰਾਂਗੇ, ਸਾਰੇ ਕਾਨੂੰਨੀ ਮੁੱਦਿਆਂ ਦੀ ਗੱਲ ਕਰਾਂਗੇ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ, ਇਹ ਤੇ ਗੱਲ ਕਰਾਂਗੇ। ਤੇ ਹੋਰ ਅਜੇ ਜਿਹੜਾ ਬੱਚਿਆਂ ਦੇ ਨਾਲ, ਖਾਸ ਤੌਰ ਤੇ ਛੋਟੇ ਮੁੰਡਿਆਂ ਦੇ ਨਾਲ ਜਿਸ ਕਿਸਮ ਦੇ ਰੇਪ ਵਰਗੇ ਜਾਂ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਹੋ ਰਹੇ ਨੇ, ਉਹਨਾਂ ਤੇ ਵੀ ਗੱਲ ਕਰਾਂਗੇ। ਸੋ ਬਹੁਤ ਪੱਖ ਬਚੇ ਹੋਏ ਨੇ। ਅਗਲਾ ਐਪੀਸੋਡ ਜਲਦੀ ਆਪਾਂ ਹਫ਼ਤੇ ਦੇ ਵਿੱਚ ਆਰਗੇਨਾਈਜ਼ ਕਰਾਂਗੇ। ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਬਹੁਤ ਬਹੁਤ ਜੀ।